ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਆਦ ਵਾਹਿਗੁਰੂ जुगाद वाहेगुरु है भी वाहेगुरु होसी वाहेगुरु आद वाहेगुरु जुगाद वाहेगुरु है भी वाहेगुरु होसी वाहेगुरु। देश विदेश के सारे ही दर्शकों का तुहाडे अपने सेवक हरप्रीत सिंह मखू वालों तह दिलों स्वागत किया जाता और फतेह की सांझ करदा। वाहिगुरू जी का खालसा वाहिगुरू जी की फतेह। दर्शकों जिमें तुहानूं पता है कि अकाल एड अकाल चैनल अते जगत सुख इंडस्ट्री वालों सांझा उदम ते उपराला किया गया। पिछले दिनों में श्री अमृतसर शहर दरबार साहब के समुचा गलियारा गलियां बाजार जे इस तो अगे गल करिए पिंगलवाड़ा होर अनेका कलोनीज़ नूं सैनीटाइज किया गया। उस तो बाद तखत श्री दमदमा साहिब विखे सिंह साहब ने बड़े प्यार दे नाल सानूं न्योता दिता समुची टीम नूं कि तुसीं इस धरती के उपर आके भी सैनीटाइज की सेवा संभालो। असीं बेनती नूं प्रवान कीता ते अज तखत श्री दमदमा साहिब की धरती के उपर असीं सारे पहुँचे हाँ। सिंह साहब साडे नाल ने अरदास करके आरंभता हुई है। मैं फिर बेनती करदे हाँ अकाल चैनल अते जगत सुख इंडस्ट्री का सांझा उदम ते उपराला होया है। पहला श्री अकाल तखत साहिब दरबार साहिब उस तो बाद तखत श्री दमदमा साहिब ते इस तो बाद सतगुरु ने आप किरपा करके सेवा लैनी है ते तखत श्री केसगढ़ साहिब आनंदपुर साहिब की धरती ते भी असीं पहुँचण दा उदम ते उपराला करना है। आओ साडे नाल जथेदार श्री अकाल तखत साहिब जुड़े ने ते इन्हां दे नाल गलबात करदे हां। सिंह साहब वाहिगुरू जी का खालसा वाहिगुरू जी की फतेह जी। सिंह साहब जे गल करिए अज आपां तखत श्री दमदमा साहिब की धरती ते आए हां ते मेरे ख्याल इत्थे कोई कोरोना दा पॉजिटिव है नहीं। ਇੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਪਾਰ ਕਿਰਪਾ ਹੈ। ਜ਼ਿਲ੍ਹਾ ਬਠਿੰਡਾ ਦੇ ਵਿੱਚ ਹੀ ਕੋਈ ਕਰੋਨਾ ਪੋਜ਼ਿਟਿਵ ਜਿਹੜਾ ਕੇਸ ਨਹੀਂ ਸੀ। 2 ਕੇਸ ਜਿਹੜੇ ਆ ਹੁਣ ਨਵੇਂ ਆਏ ਨੇ ਉਹ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਆਏ ਸਾਡੇ ਭਰਾਵਾਂ ਦੇ ਵਿੱਚੋਂ ਹੀ ਨੇ ਤੇ ਬਾਕੀ ਇਹ ਜਿਹੜਾ ਜ਼ਿਲ੍ਹਾ ਜਿਹੜਾ ਬਿਲਕੁਲ ਸੇਫ ਹੈ। ਇੱਥੇ ਕੋਈ ਵੀ ਜਿਹੜਾ ਕਰੋਨਾ ਪੋਜ਼ਿਟਿਵ ਮਰੀਜ਼ ਜਿਹੜਾ ਹੈ ਉਹ ਨਹੀਂ ਹੈ। ਤਲਵੰਡੀ ਸਾਬੋ ਤਾਂ ਬਿਲਕੁਲ ਵੀ ਨਹੀਂ ਜੀ। ਫਿਲਹਾਲ ਦੀ ਘੜੀ ਇੱਥੇ ਕਰੋਨਾ ਦਾ ਕੋਈ ਪੇਸ਼ੈਂਟ ਨਹੀਂ ਹੈ ਪਰ ਜਿਹੜੇ ਸਿੰਘ ਸਾਹਿਬ ਕਰੀਬ 480 ਕੇ 500 ਰੱਖੇ ਹੋਏ ਨੇ ਕੁਆਰੰਟਾਈਨ ਕੀਤੇ ਹੋਏ ਨੇ ਉਹ ਕਿੱਥੋਂ ਆਏ ਨੇ ਉਹ ਕਿੱਥੋਂ ਦੇ ਰਹਿਣ ਵਾਲੇ ਨੇ? ਇਹ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਸਾਡੇ ਇਸ ਬਠਿੰਡਾ ਜ਼ਿਲ੍ਹਾ ਦੇ ਸਾਡੇ ਸਿੱਖ ਭਰਾ ਨੇ ਜਿਹੜੇ ਕੋਈ ਕੰਮਾਂ ਕਾਰਾਂ ਦੇ ਸਿਲਸਿਲਿਆਂ ਦੇ ਵਿੱਚ ਕੋਈ ਕੰਬਾਈਨ ਲੈ ਕੇ ਕੋਈ ਹੋਰ ਕਿਸੇ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਬਾਹਰ ਗਿਆ ਹੋਇਆ ਸੀਗਾ ਤੇ ਉਹਨਾਂ ਨੂੰ ਜਿਹੜਾ ਇੱਥੇ ਲਿਆਂਦਾ ਗਿਆ ਕੋਈ 400 450 500 ਦੇ ਕਰੀਬ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਇਹ ਸਾਰੇ ਜਿਹੜੇ ਨੇ ਬਾਹਰੋਂ ਸਟੇਟਾਂ ਦੇ ਵਿੱਚ ਲਿਆਂਦੇ ਜਿਹੜੇ ਆ ਉਹ ਲੋਕ ਰੱਖੇ ਗਏ ਨੇ ਔਰ ਉਹ ਬਿਲਕੁਲ ਤੰਦਰੁਸਤ ਨੇ। ਉਹਨਾਂ ਦੇ ਟੈਸਟ ਜਿਹੜੇ ਆ ਉਹ ਹੋ ਰਹੇ ਆ। ਅਜੇ ਤੱਕ ਕੋਈ ਵੀ ਜਿਹੜਾ ਹੈ ਪੋਜ਼ਿਟਿਵ ਜਿਹੜਾ ਉਹ ਨਹੀਂ ਆਇਆ
ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਨੇ। ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਹੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਲਜ ਹੈ ਮਾਤਾ ਸਾਹਿਬ ਕੌਰ ਗਰਲਸ ਕਾਲਜ, ਉਹਦੇ ਵਿੱਚ ਵੀ ਨੇ ਛੋਟੇ ਛੋਟੇ ਬੱਚੇ ਨੇ, ਇਸਤਰੀਆਂ ਨੇ, ਔਰ ਉਹਨਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਲੰਗਰ ਪਾਣੀ ਪ੍ਰਸ਼ਾਦਾ ਹਰ ਤਰ੍ਹਾਂ ਦੀ ਸੁੱਖ ਸਹੂਲਤ ਜਿਹੜੀ ਆ ਉਹ ਮੁਹੱਈਆ ਕਰਵਾਈ ਜਾ ਰਹੀ ਹੈ। ਸਿੰਘ ਸਾਹਿਬ, ਜਿਵੇਂ ਗੁਰਦੁਆਰਾ ਸਾਹਿਬ ਵੱਲੋਂ ਜਾਂ ਤਖਤ ਸਾਹਿਬ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਨੇ, ਉਹ ਭਾਵੇਂ ਛੋਟੇ ਬੱਚੇ ਨੇ, ਭਾਵੇਂ ਬੀਬੀਆਂ ਨੇ, ਭਾਵੇਂ ਵੱਡੇ ਨੇ, ਸਾਰਿਆਂ ਦਾ ਪ੍ਰਬੰਧ ਟੋਟਲੀ ਕੀਤਾ ਗਿਆ। ਲੰਗਰ ਪ੍ਰਸ਼ਾਦੇ ਦੀ ਵਿਵਸਥਾ ਕੀਤੀ ਗਈ ਹੈ। ਅੱਜ ਜਗਤ ਸੁਖ ਇੰਡਸਟਰੀ ਤੇ ਅਕਾਲ ਚੈਨਲ ਵੱਲੋਂ ਸਾਰੀਆਂ ਸਰਾਵਾਂ ਜਿਹੜੀਆਂ ਨੇ ਉਹ ਸੈਨੀਟਾਈਜ਼ ਵੀ ਕੀਤੀਆਂ ਜਾਣੀਆਂ। ਇਹਦੇ ਵਿੱਚ ਪ੍ਰਸ਼ਾਸਨ ਦਾ ਵੀ ਕੋਈ ਸਹਿਯੋਗ ਹੈ ਜੀ? ਬਿਲਕੁਲ ਜੀ, ਪ੍ਰਸ਼ਾਸਨ ਸਾਨੂੰ ਸਹਿਯੋਗ ਦੇ ਰਿਹਾ, ਅਸੀਂ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੇ ਹਾਂ। ਪ੍ਰਸ਼ਾਸਨ ਪੂਰੀ ਤਰ੍ਹਾਂ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਦੇ ਨਾਲ ਜਿਹੜਾ ਉਹ ਤਾਲਮੇਲ ਮਿਲਾ ਕੇ ਚੱਲ ਰਿਹਾ। ਕੋਈ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਕੋਈ ਦਿੱਕਤ ਨਹੀਂ ਹੈ। ਜ਼ਿਲ੍ਹਾ ਬਠਿੰਡਾ ਦਾ ਪ੍ਰਸ਼ਾਸਨ ਹੀ ਤਕਰੀਬਨ ਜਿਹੜਾ ਹੈ ਉਹ ਸਾਰਾ ਦਾ ਸਾਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਸਹਿਯੋਗ ਦੇ ਰਿਹਾ ਜੀ। ਜਗਤ ਸੁਖ ਇੰਡਸਟਰੀ ਤੇ ਅਕਾਲ ਚੈਨਲ ਦਾ ਜਿਹੜਾ ਸਾਂਝਾ ਉਦਮ ਤੇ ਉਪਰਾਲਾ ਹੋਇਆ, ਪਹਿਲਾਂ ਜਿਵੇਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਪਣੇ ਆ ਤੇ ਕਾਫੀ ਵੱਡੇ ਪੱਧਰ ਦੇ ਉੱਪਰ ਉੱਥੇ ਉਦਮ ਤੇ ਉਪਰਾਲਾ 2 ਦਿਨ ਕੀਤਾ ਗਿਆ। ਉਸ ਤੋਂ ਬਾਅਦ ਤੁਸੀਂ ਬੇਨਤੀ ਕੀਤੀ ਇਸ ਤੇ ਆਪਣੇ ਇਸ ਤੋਂ ਅੱਗੇ ਤਖ਼ਤ ਸ੍ਰੀ ਦਮਦਮਾ ਸਾਹਿਬ ਆਪਣਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਜਾਣਾ ਹੈ। ਇਹਨਾਂ ਸੇਵਾਵਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਇਹਨਾਂ ਦਿਨਾਂ ਵਿੱਚ ਵਕਤ ਦੇ ਹਿਸਾਬ ਨਾਲ ਇਹ ਸੇਵਾ ਬਿਲਕੁਲ ਜਾਇਜ਼ ਹੈ ਜੀ? ਬਿਲਕੁਲ, ਕਿਉਂਕਿ ਭਾਵੇਂ ਸਾਡੇ ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕਰੋਨਾ ਪੋਜ਼ਿਟਿਵ ਕੇਸ ਨਹੀਂ ਹੈ, ਪਰ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਲੋਕਾਂ ਮਨਾਂ ਦੇ ਵਿੱਚ ਸਹਿਮ ਹੈ ਜਿਹੜਾ ਹੋਣਾ ਨਹੀਂ ਚਾਹੀਦਾ। ਤੇ ਅੱਜ ਜਦੋਂ ਜਗਤ ਸੁਖ ਇੰਡਸਟਰੀ ਵੱਲੋਂ ਤੇ ਅਕਾਲ ਚੈਨਲ ਵੱਲੋਂ ਸਾਂਝੇ ਰੂਪ ਦੇ ਵਿੱਚ ਸੈਨੀਟਾਈਜ਼ ਕੀਤਾ ਜਾਣਾ ਹੈ, ਸ਼ਹਿਰ ਦੀਆਂ ਗਲੀਆਂ ਨੂੰ ਵੀ ਸੈਨੀਟਾਈਜ਼ ਕੀਤਾ ਜਾਣਾ ਹੈ, ਬੱਸ ਸਟੈਂਡ ਨੂੰ ਵੀ ਸੈਨੀਟਾਈਜ਼ ਕੀਤਾ ਜਾਣਾ ਹੈ, ਤੇ ਮੈਨੂੰ ਲੱਗਦਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਸੰਗਤ ਜਿਹੜੀ ਹੈ ਇਹਦੇ ਨਾਲ ਬਹੁਤ ਖੁਸ਼ ਹੋਏਗੀ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਭੈ ਤੋਂ ਮੁਕਤੀ ਮਿਲੇਗੀ। ਸਿੰਘ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਭੈ ਦੀ, ਜਿਹੜੇ ਇਲਾਜ ਕਰਨਾ ਜਿਨ੍ਹਾਂ ਨੇ ਉਹ ਵੀ ਇਹਨਾਂ ਦਿਨਾਂ ਵਿੱਚ ਬੜੇ ਭੈਭੀਤ ਹੋਏ ਪਏ ਨੇ, ਕਿ ਉਹ ਪੇਸ਼ੈਂਟ ਦੇ ਅੰਦਰੋਂ ਉਹ ਭੈ ਕਿਵੇਂ ਖਤਮ ਕਰ ਸਕਦੇ ਆ? ਬਿਲਕੁਲ, ਇਹ ਬਿਮਾਰੀ ਨਾਲ ਮੈਨੂੰ ਲੱਗਦਾ ਨਹੀਂ ਕਿ ਇੰਨੇ ਲੋਕ ਜਿਹੜੇ ਉਹ ਮਰਨ ਜਿੰਨੇ ਭੈ ਨਾਲ ਮਰ ਜਾਣੇ ਆ। ਤੇ ਮੈਂ ਬਾਰ-ਬਾਰ ਹੀ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਹ ਅਪੀਲ ਕਰ ਰਹੇ ਹਾਂ। ਹੁਣ ਵੀ ਜਿਹੜੇ ਸਾਡੇ ਹਜੂਰ ਸਾਹਿਬ ਤੋਂ ਸੰਗਤ ਆਈ ਉਹਦੇ ਵਿੱਚ ਚਲੋ ਪੋਜ਼ਿਟਿਵ ਕਹਿ ਦਿੱਤਾ ਹੈਲਥ ਡਿਪਾਰਟਮੈਂਟ ਨੇ, ਕੁਝ ਹੈਗੇ ਆ, ਤੇ ਮੈਂ ਉਹਨਾਂ ਨੂੰ ਵੀ ਇਹੋ ਕਹਿਣਾ ਚਾਹੁੰਦਾ ਕਿ ਹੌਸਲਾ ਨਹੀਂ ਛੱਡਣਾ ਹੈ, ਦਿਲ ਨਹੀਂ ਛੱਡਣਾ ਹੈ। ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਧਰਤੀ ਤੋਂ ਆਏ ਹੋ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਹਾਡੇ ਅੰਗ ਸੰਗ ਹੈ, ਕਿਸੇ ਕਿਸਮ ਦਾ ਤੁਹਾਡਾ ਨੁਕਸਾਨ ਨਹੀਂ ਕਰਨਾ ਇਸ ਕਰੋਨਾ ਵਾਇਰਸ ਨੇ, ਪਰ ਡਰਨਾ ਨਹੀਂ ਹੈ। ਬਸ ਭੈ ਰਹਿਤ ਹੋ ਕੇ ਤੁਸੀਂ ਆਪਣਾ ਇਲਾਜ ਕਰਵਾਉਣਾ ਹੈ, ਕੁਆਰੰਟੀਨ ਹੋਣਾ ਹੈ, ਤੇ ਡਰਨ ਦੀ ਕਿਸੇ ਕਿਸਮ ਦੀ ਕੋਈ ਜ਼ਰੂਰਤ ਨਹੀਂ ਹੈ। ਸਿੰਘ ਸਾਹਿਬ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ, ਪਰ ਮੈਂ ਚਾਹਾਂਗਾ ਕਿ ਲਾਸਟ ਛੋਟਾ ਜਿਹਾ ਆਪਾਂ ਸਵਾਲ ਹੋਰ ਤੁਹਾਡੇ ਨਾਲ ਕਰ ਲਈਏ। ਜਿਵੇਂ ਉੱਥੇ ਸੰਗਤ ਹੈ, ਬਿਲਕੁਲ ਠੀਕ ਹੈ, ਚੜ੍ਹਦੀ ਕਲਾ ਦੇ ਵਿੱਚ ਹੈ, ਉੱਥੇ ਜੇ ਮਹਾਂਪੁਰਸ਼ਾਂ ਦੇ ਬਿਆਨ ਸੁਣੀਏ ਤੇ ਉਹ ਕਹਿੰਦੇ ਵੀ ਅਸੀਂ ਟੈਸਟ ਕਰਵਾਏ ਸੀ, ਸਾਰੇ ਓਕੇ ਰਿਪੋਰਟ ਆਈ ਹੈ। ਇੱਕਦਮ ਬਾਰਡਰ ਕ੍ਰੋਸ ਕਰਦਿਆਂ ਸਾਰੀ ਇਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਲੈਵਲ ਕਿਉਂ ਲੱਗ ਜਾਂਦਾ? ਇਹਦੇ ਵਿੱਚ ਤੁਹਾਨੂੰ ਕੋਈ ਲੱਗ ਰਿਹਾ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ? ਬਿਲਕੁਲ, ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਉੱਥੇ ਜਿੰਨੇ ਵੀ ਪੇਸ਼ੈਂਟ ਸੀ, ਸਭ ਤੋਂ ਵੱਡੀ ਗੱਲ ਕਿ ਨੰਦੇੜ ਦੇ ਵਿੱਚ ਸਿਰਫ 2 ਕੇਸ ਜਿਹੜੇ ਆ ਉਹ ਪੋਜ਼ਿਟਿਵ ਨਿਕਲੇ ਆ, ਉਹ ਵੀ ਸ਼ਹਿਰ ਦੇ ਵਿੱਚ ਤਖ਼ਤ ਸਾਹਿਬ ਤੋਂ ਕੋਈ 1.5-2 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਦੇ ਵਿੱਚੋਂ ਵੀ ਇੱਕ ਬਜ਼ੁਰਗ ਠੀਕ ਹੋ ਕੇ ਨੈਗੇਟਿਵ ਹੋ ਕੇ ਆਪਣੇ ਘਰ ਚਲਾ ਗਿਆ, ਤੇ ਇੱਕ ਡਰਾਈਵਰ ਦਾ ਕੇਸ ਜਿਹੜਾ ਹੈਗਾ ਉਹ ਪੋਜ਼ਿਟਿਵ ਹੈ। ਤੇ ਜਿੱਥੇ 2 ਪੋਜ਼ਿਟਿਵ ਕੇਸ ਨਿਕਲੇ ਹੋਣ, ਉਹ ਵੀ ਤਖ਼ਤ ਸ੍ਰੀ ਹਜੂਰ ਸਾਹਿਬ ਤੋਂ ਕੋਈ 1.5-2 ਕਿਲੋਮੀਟਰ ਦੀ ਦੂਰੀ ਤੇ, ਉੱਥੋਂ ਸੰਗਤ ਜਿਹੜੀ ਹੈ ਉਹ ਪੰਜਾਬ ਆਉਂਦੀ ਹੈ, ਤੇ ਪੰਜਾਬ ਆਉਂਦਿਆਂ ਹੀ ਇੱਕਦਮ ਜਿਹੜਾ ਉਹਨਾਂ ਦੇ ਵਿੱਚ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਵੱਧ ਜਾਂਦੀ ਹੈ। ਮੈਂ ਪਹਿਲਾਂ ਵੀ ਸ਼ੰਕਾ ਜਿਹੜਾ ਉਹ ਪ੍ਰਗਟਾਇਆ ਸੀ, ਜ਼ਾਹਰ ਕੀਤਾ ਸੀ, ਇਕੱਲਾ ਮੇਰੇ ਮਨ ਦਾ ਸ਼ੰਕਾ ਨਹੀਂ ਹੈ, ਬਲਕਿ ਦੁਨੀਆ ਭਰ ਦੇ ਵਿੱਚ ਵਸਦੇ ਨਾਨਕ ਨਾਮ ਲੈਵਾ ਸਿੱਖਾਂ ਦੇ ਸ਼ੰਕੇ ਨੇ। ਲਗਾਤਾਰ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਫੋਨ ਆ ਰਹੇ ਨੇ ਕਿ ਕਿਸ ਤਰ੍ਹਾਂ ਹੋ ਸਕਦਾ ਹੈ। ਗੱਲ ਜਿਹੜੀ ਹੈ ਉਹ ਗਲੇ ਤੋਂ ਥੱਲੇ ਨਹੀਂ ਉਤਰ ਰਹੀ ਹੈ, ਤੇ ਸਾਜ਼ਿਸ਼ ਦੀ ਬੂ ਵੀ ਸਾਨੂੰ ਜਿਹੜਾ ਉਹ ਲੱਗਦੀ ਹੈ। ਸਰਕਾਰ ਨੂੰ ਜਿਹੜਾ ਹੈ ਉਹ ਇਹਦਾ ਜਿਹੜਾ ਪਾਰਦਰਸ਼ਤਾ ਦੇ ਨਾਲ ਜਿਹੜਾ ਹੈ ਉਹ ਜਵਾਬ ਦੇਣਾ ਚਾਹੀਦਾ ਹੈ ਕਿ ਇਹ ਮਸਲਾ ਕਿੱਥੋਂ ਵਿਗੜਿਆ, ਕੀ ਹੋਇਆ, ਇਹ ਸਮਝਾਉਣਾ ਚਾਹੀਦਾ ਸਾਰਿਆਂ ਨੂੰ। ਸਿੰਘ ਸਾਹਿਬ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਸਾਡੀ ਸਮੁੱਚੀ ਟੀਮ ਆਈ ਔਰ ਤੁਸੀਂ ਬੜੇ ਪਿਆਰ ਨਾਲ ਸਾਨੂੰ ਜਿਉਂ ਆਖਿਆ। ਤਖ਼ਤ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਸੇਵਾ ਦੇ ਕਾਰਜਾਂ ਨੂੰ ਲੱਗੇ ਹਾਂ। ਦੋਸਤੋ, ਇੱਥੇ ਮੈਂ ਤੁਹਾਡੇ ਨਾਲ ਛੋਟੀ ਜਿਹੀ ਗੱਲ ਕਰਾਂਗਾ। ਬੜੀ ਹੀ ਬੇਬਾਕੀ ਨਾਲ ਸਿੰਘ ਸਾਹਿਬ ਨੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਹੈ। ਕਿਤੇ ਕਈ ਵਾਰੀ ਹੁੰਦਾ ਵੀ ਗੱਲ ਕਰਨੀ ਘੁੱਟ ਕੇ ਕਰਨੀ, ਪਰ ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਬੜੀ ਬੇਬਾਕੀ ਨਾਲ ਜਵਾਬ ਦਿੱਤੇ ਆ। ਜੋ ਗੱਲਾਂ ਕਹਿਣ ਵਾਲੀਆਂ ਸੀ ਸ਼ਰੇਆਮ ਕਹੀਆਂ ਨੇ ਵੀ ਕਿਤੇ ਨਾ ਕਿਤੇ ਸਾਜ਼ਿਸ਼ ਦੀ ਬੂ ਇਹਨਾਂ ਦਿਨਾਂ ਵਿੱਚ ਆ ਰਹੀ ਹੈ। ਕਿਉਂ ਆ ਰਹੀ ਹੈ? ਕਿਉਂਕਿ ਜਿਤਨੇ ਵੀ ਸ਼ਰਧਾਲੂ ਆਉਂਦੇ ਨੇ ਇੱਕਦਮ ਉਹਨਾਂ ਦੇ ਉੱਪਰ ਇਸ ਤਰੀਕੇ ਦਾ ਲੈਬਲ ਲਾ ਦਿੱਤਾ ਜਾਂਦਾ ਹੈ। ਖੈਰ, ਫਿਰ ਵੀ ਮੈਂ ਆਪਣੇ ਵੱਲੋਂ ਤੇ ਸਮੁੱਚੇ ਅਕਾਲ ਚੈਨਲ ਦੀ ਟੀਮ ਵੱਲੋਂ ਇੰਨੀ ਬੇਨਤੀ ਕਰਾਂਗਾ ਕਿ ਜਿੰਨੇ ਵੀ ਮੇਰੇ ਵੀਰਾਂ ਦੇ ਉੱਪਰ ਇਸ ਤਰੀਕੇ ਦਾ ਲੈਬਲ ਵੀ ਲੱਗ ਚੁੱਕਾ, ਕਿਰਪਾ ਕਰਕੇ ਤਗੜੇ ਹੋਵੋ, ਆਪਣੇ ਜਜ਼ਬਾਤਾਂ ਦੇ ਉੱਪਰ ਵੀ ਕਾਬੂ ਰੱਖਣਾ ਹੈ। ਕਿਤੇ ਨਾ ਕਿਤੇ ਮਹਿਸੂਸ ਕਰਨਾ ਕਿ ਬਿਮਾਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਸੋ ਦੋਸਤੋ, ਮੈਂ ਤੁਹਾਨੂੰ ਥੋੜ੍ਹੀ ਜਿਹੀ ਜ਼ਿਕਰ ਕਰਦੇ ਹਾਂ। ਵਕਤ ਦੇ ਹਿਸਾਬ ਦੀ ਸੇਵਾ, ਗੁਰਬਾਣੀ ਦਾ ਪਾਵਨ ਬਚਨ ਹੈ, ਅਨੇਕ ਭਾਂਤ ਕਰ ਸੇਵਾ ਕਰੀਏ। ਸੇਵਾ ਇੱਕ ਭਾਂਤ ਦੀ ਨਹੀਂ, ਸੇਵਾ ਅਨੇਕਾਂ ਭਾਂਤਾਂ ਦੀ ਹੈ।
ਪਰ ਜਦੋਂ ਵਕਤ ਦੇ ਹਿਸਾਬ ਨਾਲ ਸੇਵਾ ਕੀਤੀ ਜਾਂਦੀ ਹੈ, ਹੁਣ ਕਈਆਂ ਦੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਵਕਤ ਦੇ ਸੇਵਾ ਵੀ ਵਕਤ ਨਾਲ ਬਦਲਦੀ ਹੈ। ਬਿਲਕੁਲ ਸੇਵਾ ਵਕਤ ਦੇ ਹਿਸਾਬ ਨਾਲ ਬਦਲਦੀ ਹੈ। ਕਿਤੇ ਗੁਰੂ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਵਰਤਾਇਆ ਜਾਂਦਾ ਤੇ ਕਿਤੇ ਭਾਈ ਕਨ੍ਹਈਆ ਜੰਗ ਦੇ ਮੈਦਾਨ ਦੇ ਅੰਦਰ ਵੀ ਜਲ ਛਕਾਉਂਦੇ ਨੇ, ਉਹ ਵੀ ਵਕਤ ਦੇ ਹਿਸਾਬ ਦੀ ਸੇਵਾ ਹੈ। ਸੋ ਅੱਜ ਵਕਤ ਐਸਾ ਹੈ ਜਦੋਂ ਚਾਰ ਚੁਫੇਰੇ ਕਰੋਨਾ ਦਾ ਇੱਕ ਭੌ ਚੱਲਦਾ ਪਿਆ ਹੈ। ਪਰ ਮੈਂ ਕਈ ਵਾਰੀ ਕਹਿੰਦਾ ਉਹਨਾਂ ਖੌਫ ਦੇ ਵਿੱਚ ਬੇਖੌਫ ਹੋ ਕੇ ਕੁਝ ਟੀਮਾਂ ਨਿਕਲ ਪੈਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਮੈਂ ਜਗਤ ਸੁਖ ਇੰਡਸਟਰੀ ਦਾ ਨਾਮ ਲਵਾਂ, ਅਕਾਲ ਚੈਨਲ ਦੀ ਸਮੁੱਚੀ ਟੀਮ ਦਾ ਨਾਮ ਲਵਾਂ, ਸਿੰਘ ਸਾਹਿਬ ਦਾ ਆਪਣਾ ਸਹਿਯੋਗ ਲਵਾਂ। ਜੇ ਮੈਂ ਕਹਾਂ ਕਿ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਚੱਲ ਕੇ ਸਾਡੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਦਿਨ ਰਾਤ ਇਹਨਾਂ ਨੇ ਸਾਡੇ ਸੇਵਾ ਕਾਰਜਾਂ ਵਿੱਚ ਯੋਗਦਾਨ ਪਾਇਆ, ਅੱਜ ਵੀ ਸਾਡੇ ਸੇਵਾ ਕਾਰਜਾਂ ਵਿੱਚ ਯੋਗਦਾਨ ਪਾਉਂਦੇ ਨੇ। ਤੇ ਇਹ ਸਮਾਜ ਦੀ ਸੇਵਾ ਹੈ, ਵਕਤ ਦੇ ਹਿਸਾਬ ਦੀ ਸੇਵਾ ਹੈ। ਜਦੋਂ ਕਰੋਨਾ ਦਾ ਭੌ ਹੋਵੇ ਤੇ ਉਦੋਂ ਕੁਝ ਐਸੀ ਮੈਡੀਸਨ ਦਾ ਛਿੜਕਾਓ ਕਰ ਦੇਣਾ, ਐਸੀਆਂ ਦਵਾਈਆਂ ਦਾ ਛਿੜਕਾਓ ਕਰ ਦੇਣਾ ਜਿਹੜੀਆਂ ਘੱਟੋ ਘੱਟ ਇਸ ਤਰੀਕੇ ਦੀ ਇਨਫੈਕਸ਼ਨ ਨੂੰ ਖਤਮ ਕਰ ਦਿੰਦੀ ਹੈ। ਹੁਣ ਆਓ ਸੇਵਾ ਦੇ ਕਾਰਜਾਂ ਵੱਲ ਆਪਾਂ ਵੱਧਦੇ ਹਾਂ। ਸੰਗਤ ਦੀ ਬੜੀ ਦਿਲੀ ਤਮੰਨਾ ਸੀ ਵੀ ਸਾਨੂੰ ਤਖਤ ਸਾਹਿਬ ਦੇ ਦਰਸ਼ਨ ਦੀਦਾਰ, ਸਿੰਘ ਸਾਹਿਬ ਨਾਲ ਗੱਲਾਂ ਬਾਤਾਂ ਵੀ ਕਰਿਆ ਜੇ ਤੇ ਸੇਵਾ ਕਾਰਜ ਹੁੰਦੇ ਵੀ ਦਿਖਾਇਆ ਜੇ। ਅੱਜ ਸਾਰੇ ਸੇਵਾ ਦੇ ਕਾਰਜ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਸਵਾਗਤ ਹੈ ਜੀ। ਦੋਸਤੋ, ਜਿਵੇਂ ਤੁਹਾਨੂੰ ਪਤਾ ਮੈਂ ਅਕਸਰ ਹੀ ਇੱਕ ਸ਼ਬਦ ਇਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਯੂਜ਼ ਕਰਦਾ, ਵਕਤ ਦੇ ਹਿਸਾਬ ਨਾਲ ਸੇਵਾ। ਹੁਣ ਕਈ ਸੱਜਣ ਕਹਿੰਦੇ ਵੀ ਸੇਵਾ ਦੇ ਰੂਪ ਬਦਲਦੇ, ਮੈਂ ਕਿਹਾ ਹਾਂ ਬਦਲਦੇ ਹੈ, ਵਕਤ ਦੇ ਹਿਸਾਬ ਦੀ ਸੇਵਾ। ਹੁਣ ਵਕਤ ਹੈ ਜਦੋਂ ਕਰੋਨਾ ਨਾਮ ਦੀ ਇੱਕ ਮਹਾਮਾਰੀ ਮੂੰਹ ਅੱਡ ਕੇ ਬੈਠੀ ਹੈ ਤੇ ਲੋਕਾਂ ਦੇ ਅੰਦਰ ਕਿਤੇ ਨਾ ਕਿਤੇ ਕਈ ਪ੍ਰਕਾਰ ਦਾ ਖੌਫ ਕੰਮ ਕਰਦਾ ਹੈ। ਅਸੀਂ ਲੋਕਾਂ ਨੂੰ ਬਾਰ-ਬਾਰ ਕਹਿ ਰਹੇ ਹਾਂ ਵੀ ਖੌਫ ਦੇ ਵਿੱਚ ਨਾ ਜੀਵੋ, ਨੁਕਸਾਨ ਤੁਹਾਡਾ ਹੋ ਸਕਦਾ ਹੈ। ਬਿਲਕੁਲ ਕਿਸੇ ਵੀ ਪ੍ਰਕਾਰ ਦਾ ਖੌਫ ਲਾਵੋ, ਸੁਚੇਤ ਹੋਵੋ, ਇਹ ਬਹੁਤ ਵਧੀਆ ਗੱਲ ਹੈ, ਸੁਚੇਤ ਹੋਣਾ, ਪਰ ਮਨ ਦੇ ਵਿੱਚ ਖੌਫ ਕਿਸੇ ਪ੍ਰਕਾਰ ਦਾ ਕੋਈ ਨਹੀਂ ਰੱਖਣਾ। ਅਸੀਂ ਸੰਗਤ ਨੂੰ ਵੀ ਕਹਿ ਰਹੇ ਹਾਂ ਤੇ ਮੈਂ ਤੁਹਾਨੂੰ ਇਸ ਧਰਤੀ ਦੀ ਚੋਣ ਕੀਤੀ ਹੈ, ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ। ਕਰੀਬ 480 ਜਿਨ੍ਹਾਂ ਦੇ ਵਿੱਚ ਬੱਚੇ ਵੀ ਨੇ, ਜਿਨ੍ਹਾਂ ਵਿੱਚ ਬੀਬੀਆਂ ਵੀ ਨੇ, ਜਿਨ੍ਹਾਂ ਵਿੱਚ ਬਜ਼ੁਰਗ ਵੀ ਨੇ, ਸ਼ਰਧਾਲੂ ਵੀ ਨੇ, ਅਦਰ ਸਟੇਟ ਤੋਂ ਸਾਡੇ ਗਏ ਹੋਏ ਪੰਜਾਬੀ ਭੈਣ ਭਰਾ ਵੀ ਨੇ। ਮੈਂ ਥੋੜ੍ਹੀ ਤੁਹਾਨੂੰ ਜਾਣਕਾਰੀ ਦੇ ਦਿਆਂ ਦੋਸਤੋ, ਉਹ ਸਾਰੇ ਵੀਰ ਔਰ ਭੈਣਾਂ ਕਰੀਬ 480-500 ਦੇ ਕਰੀਬ ਗਿਣਤੀ ਹੈ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਦੇ ਅੰਦਰ ਕੁਆਰੰਟਾਈਨ ਕੀਤੇ ਹੋਏ ਨੇ। ਹੁਣ ਜੇ ਮੈਂ ਤੁਹਾਨੂੰ ਇੱਥੇ ਥੋੜ੍ਹੀ ਜਾਣਕਾਰੀ ਦੇ ਦਿਆਂ ਤੇ ਤੁਹਾਡੇ ਗਿਆਤ ਵਿੱਚ ਵਾਧਾ ਕਰਦੇ ਹਾਂ, ਉਹਨਾਂ ਦੇ ਲੰਗਰ ਪਾਣੀ ਦੀ ਵਿਵਸਥਾ, ਉਹਨਾਂ ਦੀਆਂ ਸਰਾਵਾਂ ਨੂੰ ਸੈਨੀਟਾਈਜ਼ ਕਰਨ ਦੀ ਵਿਵਸਥਾ, ਉਹਨਾਂ ਦੇ ਚਾਹ ਪਾਣੀ ਦੀ ਵਿਵਸਥਾ, ਇਹ ਸਾਰੀ ਤਖਤ ਸਾਹਿਬ ਵੱਲੋਂ ਹੋ ਰਹੀ ਹੈ, ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ। ਤੇ ਅੱਜ ਸਮੁੱਚੀ ਅਕਾਲ ਚੈਨਲ ਦੀ ਟੀਮ ਅਤੇ ਜਗਤ ਸੁਖ ਇੰਡਸਟਰੀ ਵੱਲੋਂ ਜਿਵੇਂ ਪਿਛਲੇ ਦਿਨਾਂ ਵਿੱਚ ਵੀ ਸਾਂਝਾ ਉਦਮ ਤੇ ਉਪਰਾਲਾ ਕੀਤਾ ਗਿਆ ਸੀ, ਉਹੀ ਉਦਮ ਤੇ ਉਪਰਾਲਾ ਅੱਜ ਫਿਰ ਕੀਤਾ ਗਿਆ ਤੇ ਅਸੀਂ ਸਾਰੇ ਵਿਦ ਟੀਮ ਇੱਥੇ ਪਹੁੰਚੇ ਹਾਂ। ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਵੀ ਵਿਦ ਟੀਮ ਜਦੋਂ ਅਸੀਂ ਇੱਥੇ ਪਹੁੰਚੇ ਹਾਂ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ, ਕਿਉਂਕਿ ਅੱਜ ਲੋਕਾਂ ਦੇ ਮਨਾਂ ਦੇ ਵਿੱਚੋਂ ਖੌਫ ਖਤਮ ਕਰਨ ਵਾਸਤੇ, ਲੋਕਾਂ ਨੂੰ ਬੇਖੌਫ ਕਰਨ ਵਾਸਤੇ ਇਹ ਵੀ ਸੇਵਾ ਬੜੀ ਜ਼ਰੂਰੀ ਹੈ। ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ, ਜਿਵੇਂ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਹੋਏ ਹਾਂ, ਸਾਡਾ ਤਖਤ ਹੈ, ਸੰਗਤ ਬੜੇ ਪਿਆਰ ਭਾਵਨਾ ਦੇ ਨਾਲ ਜਿੱਥੇ ਸੇਵਾਵਾਂ ਨਿਭਾ ਰਹੀ ਹੈ, ਬਟ ਇੱਥੇ ਥੋੜ੍ਹਾ ਜਿਹਾ ਕਰੋਨਾ ਨਾਮ ਦਾ ਖੌਫ ਹੋਣ ਕਰਕੇ ਸੰਗਤ ਘਟੀ ਹੈ ਔਰ ਗੁਰਦੁਆਰਾ ਪ੍ਰਬੰਧਕਾਂ ਨੇ ਵੀ ਔਰ ਪ੍ਰਸ਼ਾਸਨ ਨੇ ਵੀ ਹਦਾਇਤ ਕੀਤੀ ਹੈ ਵੀ ਜਿੰਨਾ ਸੁਚੇਤ ਹੋ ਸਕਦੇ ਆ ਸੁਚੇਤ ਹੋਵੋ, ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਪਾਠ ਕਰੋ, ਨਿਤਨੇਮ ਕਰੋ, ਬਾਣੀ ਪੜ੍ਹੋ, ਸਮਝੋ, ਵਿਚਾਰੋ ਔਰ ਆਪਣੇ ਜੀਵਨ ਦੇ ਵਿੱਚ ਲੈ ਕੇ ਆਵੋ। ਉੱਥੇ ਹੀ ਜਦੋਂ ਸੰਗਤ ਘਟੀ ਹੈ ਤੇ ਸਾਡੇ ਮਨ ਦੇ ਵਿੱਚ ਖਿਆਲ ਆਇਆ ਵੀ ਕਿਉਂ ਨਾ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਜਿੱਥੇ ਸੰਗਤ ਅਕਸਰ ਆ ਕੇ ਰਹਿੰਦੀ ਹੈ ਉਹਨਾਂ ਸਾਰੀਆਂ ਨੂੰ ਸੈਨੀਟਾਈਜ਼ ਕੀਤਾ ਜਾਵੇ। ਗੁਰੂ ਘਰ ਦੇ ਵਿੱਚ ਸੰਗਤ ਜ਼ਿਆਦਾ ਆਉਂਦੀ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਵੀ ਤੁਸੀਂ ਦੇਖਿਆ ਵੀ ਸਰਕਾਰਾਂ ਨੂੰ ਇੱਕ ਬਹਾਨਾ ਚਾਹੀਦਾ ਹੁੰਦਾ ਆਪਣੀ ਨਲਾਇਕੀ ਛੁਪਾਉਣ ਵਾਸਤੇ। ਉਹ ਆਪਣੀ ਨਲਾਇਕੀ ਛੁਪਾਉਣ ਵਾਸਤੇ 1 ਮਿੰਟ ਦੇ ਵਿੱਚ ਸਾਰਾ ਦੋਸ਼ ਲਾ ਦਿੰਦੇ ਨੇ
ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਜ਼ਿਆਦਾ ਇਕੱਠੀ ਹੋਈ ਸੀ ਜੀ, ਇਸ ਕਰਕੇ ਇਹ ਪ੍ਰੋਬਲਮ ਆ ਗਈ। ਉਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਜਿਹੜੀ ਸੰਗਤ ਹਜੂਰ ਸਾਹਿਬ ਤੋਂ ਆਈ ਹੈ ਉਹਨਾਂ ਦੇ ਉੱਪਰ ਵੀ ਦੋਸ਼ ਮੜ ਦਿੱਤਾ। ਸਰਕਾਰਾਂ ਨੂੰ ਆਪਣੀਆਂ ਨਾਕਾਮੀਆਂ ਲੁਕਾਉਣ ਵਾਸਤੇ, ਆਪਣੀਆਂ ਨਲਾਇਕੀਆਂ ਲੁਕਾਉਣ ਵਾਸਤੇ ਇੱਕ ਬੜਾ ਵਧੀਆ ਬਹਾਨਾ ਮਿਲ ਜਾਂਦਾ ਹੈ। ਤੇ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੈਂ ਵੀ ਇਹੋ ਜਿਹੇ ਬਹਾਨੇ ਜਦੋਂ ਮਿਲਦੇ ਨੇ ਨਾ ਤੇ ਫਿਰ ਉਹਨਾਂ ਕੋਲ ਕੋਈ ਵੀ ਸਵਾਲ ਕੀਤਾ ਜਾਵੇ ਤੇ ਉਸੇ ਵੇਲੇ ਅੱਗੇ ਜੜ ਦਿੰਦੇ ਆ। ਸਾਡੇ ਮਨ 'ਚ ਖਿਆਲ ਆਇਆ ਵੀ ਇਸ ਤਰ੍ਹਾਂ ਦਾ ਕੋਈ ਬਹਾਨਾ ਨਾ ਮਿਲੇ, ਅਸੀਂ ਗੁਰਦੁਆਰਾ ਦੀਆਂ ਸਰਾਵਾਂ ਨੂੰ ਸੈਨੀਟਾਈਜ਼ ਕਰੀਏ, ਗੁਰੂ ਘਰ ਆਉਣ ਵਾਲੇ ਰਸਤਿਆਂ ਨੂੰ ਕਰੀਏ, ਗੁਰਦੁਆਰਾ ਸਾਹਿਬ ਦੀ ਪਰਿਕਰਮਾ ਨੂੰ ਕਰੀਏ, ਗਲੀਆਂ ਬਾਜ਼ਾਰਾਂ ਨੂੰ ਕਰੀਏ, ਤਾਂ ਕਿ ਸਰਕਾਰਾਂ ਕੋਲ ਬਹਾਨਾ ਨਾ ਮਿਲੇ। ਨਾਲੇ ਸਫਾਈ ਤੇ ਸਫਾਈ ਹੈ, ਇਹਨਾਂ ਦੇ ਵਿੱਚ ਮੈਡੀਸਨ ਪਾ ਕੇ ਜਦੋਂ ਸਾਰੇ ਕੀਤੇ ਜਾਂਦੇ ਨੇ ਹੋਰ ਸੁਚੇਤਤਾ ਹੋ ਜਾਂਦੀ ਹੈ। ਤੇ ਇਹ ਕਾਰਜ ਬੜਾ ਚੰਗਾ, ਇਹਦੇ ਵਿੱਚ ਪ੍ਰਸ਼ਾਸਨ ਵੀ ਤੁਹਾਨੂੰ ਰੋਕਦਾ ਨਹੀਂ, ਤੁਹਾਡਾ ਸਾਥ ਦਿੰਦਾ ਹੈ। ਹਾਂ ਕੋਈ ਇੱਕਾ ਦੁੱਕਾ ਕਈ ਵਾਰੀ ਹੋ ਜਾਂਦੇ ਨੇ, ਪਰ ਬਹੁਤਾਤ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਤੁਹਾਡਾ ਸਾਥ ਦਿੰਦੇ ਨੇ। ਤੇ ਕਿਤੇ ਨਾ ਕਿਤੇ ਤੁਹਾਡਾ ਸਾਥ ਦੇਣ ਦੇ ਨਾਲ ਤੁਹਾਡੀ ਹਿੰਮਤ ਦੇ ਵਿੱਚ ਹੋਰ ਵਾਧਾ ਹੁੰਦਾ। ਸੰਗਤਾਂ ਸਾਥ ਦਿੰਦੀਆਂ ਨੇ, ਗੁਰੂ ਘਰ ਦੀ ਮੈਨੇਜਮੈਂਟ ਕਮੇਟੀ ਸਾਥ ਦਿੰਦੀ ਹੈ, ਤਖਤਾਂ ਦੇ ਜਥੇਦਾਰ ਸਾਥ ਦਿੰਦੇ ਨੇ, ਇੱਕ ਟੀਮ ਵਰਕ ਬਣ ਜਾਂਦਾ ਹੈ। ਤੇ ਸਾਧਨ ਵੀ ਤੁਹਾਡੇ ਕੋਲ ਅਵੇਲੇਬਲ ਹੋਣ ਤੇ ਉਸ ਤੋਂ ਬਾਅਦ ਤੁਹਾਨੂੰ ਇਸ ਤਰੀਕੇ ਦਾ ਸਹਿਯੋਗ ਵੀ ਹੋਵੇ ਤੇ ਬੜਾ ਜ਼ਿਆਦਾ ਆਨੰਦ ਬਣਦਾ ਹੈ। ਤੇ ਆਓ ਮੈਂ ਤੁਹਾਨੂੰ ਦੱਸਦੇ ਹਾਂ, ਮੇਰੇ ਨਾਲ ਟਰੈਕਟਰ ਚਲਾ ਰਹੇ ਨੇ ਸਾਡੇ ਬੜੇ ਹੀ ਪਿਆਰੇ ਗੁਰੂ ਘਰ ਦੇ ਕੀਰਤਨੀਏ, ਮੇਰੇ ਪਿਆਰੇ ਮਿੱਤਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੁਹਾੜਕਾ। ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ, ਕਿਉਂਕਿ ਪਿੱਛੇ ਤੁਸੀਂ ਵੇਖ ਰਹੇ ਹੋ ਸੰਗਤ ਕਾਰਜ ਕਰ ਰਹੀ ਹੈ, ਅੱਗੇ ਅਸੀਂ ਟਰੈਕਟਰ ਤੇ ਜਾ ਰਹੇ ਹਾਂ। ਤੇ ਆਓ ਅੱਜ ਵੀਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਪਿਛਲੇ ਦਿਨਾਂ ਦੇ ਵਿੱਚ ਆਪਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੇਵਾਵਾਂ ਨਿਭਾਈਆਂ, ਤੁਸੀਂ ਬੜਾ ਡਟ ਕੇ ਸਾਡਾ ਸਾਥ ਦਿੱਤਾ। ਲੰਗਰ ਪ੍ਰਸ਼ਾਦੇ ਦੀ ਵਿਵਸਥਾ, ਚਾਹ ਪਾਣੀ ਦੀ ਵਿਵਸਥਾ, ਸਾਰਾ ਦਿਨ ਸਾਡੇ ਨਾਲ ਰਹੇ। ਤੇ ਅੱਜ ਤਖਤ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਕਾਫੀ ਦੂਰੀ ਦੇ ਉੱਪਰ ਪੈ ਜਾਂਦਾ ਹੈ, ਤੇ ਤਖਤ ਸਾਹਿਬ ਅਸੀਂ ਇੱਥੇ ਆਏ ਹਾਂ ਤੇ ਤੁਸੀਂ ਆਪਣੀ ਟੀਮ ਦੇ ਨਾਲ ਗੱਡੀ ਤੇ ਇੱਥੇ ਵੀ ਪਹੁੰਚੇ ਹੋ। ਮਨ 'ਚ ਕੀ ਮਹਿਸੂਸ ਕਰਦੇ ਹੋ? ਮੈਂ ਮਹਿਸੂਸ ਕਰਦਾ ਜੀ ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਅੱਜ ਸਾਡੀ ਮਨੁੱਖਤਾ ਨੂੰ ਲੋੜ ਹੈ ਤੇ ਅਸੀਂ ਉਸ ਲੋੜ ਨੂੰ ਸਮਝਦਿਆਂ ਹੋਇਆਂ ਜਿੱਥੇ ਅਕਾਲ ਚੈਨਲ ਦੀ ਟੀਮ ਘਰਾਂ ਤੋਂ ਬਾਹਰ ਨਿਕਲ ਕੇ ਤੁਸੀਂ ਲੋਕ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਤਤਪਰ ਰਹਿੰਦੇ ਹੋ, ਅਸੀਂ ਵੀ ਸੋਚਿਆ ਕਿ ਅਸੀਂ ਹੁਣ ਪ੍ਰੋਗਰਾਮ 'ਤੇ ਤਾਂ ਨਹੀਂ ਜਾ ਰਹੇ ਤੇ ਡਿਊਟੀ ਦੇ ਦੌਰਾਨ ਜਦੋਂ ਅਸੀਂ ਫ੍ਰੀ ਹੁੰਦੇ ਹਾਂ ਤੇ ਅਸੀਂ ਵੀ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਈਏ ਕਿ ਜਿਸ ਤਰ੍ਹਾਂ ਕੋਈ ਜੰਗ ਲੱਗ ਜਾਏ, ਜਿਹੜੇ ਛੁੱਟੀ ਗਏ ਹੁੰਦੇ ਨਾ ਫੌਜੀ, ਉਹਨਾਂ ਨੂੰ ਵੀ ਆਵਾਜ਼ ਮਾਰ ਲਈ ਜਾਂਦੀ ਹੈ। ਤੇ ਅੱਜ ਕੱਲ੍ਹ ਸਾਡੀ ਵੀ ਛੁੱਟੀ ਹੈ ਤੇ ਹੁਣ ਜੰਗ ਕਰੋਨਾ ਦੀ ਚੱਲ ਰਹੀ ਹੈ ਤੇ ਮੈਂ ਸਮਝਦਾ ਕਿ ਸਾਡੀ ਜ਼ਰੂਰਤ ਹੈ। ਔਰ ਇੱਕ ਸਿੱਖ ਹੋਣ ਦੇ ਨਾਤੇ ਜਿੱਥੇ ਮੇਰੇ ਗੁਰੂ ਦੇ ਦਰਬਾਰ ਨੇ, ਕੱਲ੍ਹ ਨੂੰ ਕੋਈ ਉੱਥੇ ਅਣਸੁਖਾਵੀਂ ਘਟਨਾ ਨਾ ਵਾਪਰੇ ਤੇ ਅਸੀਂ ਉਹਦੇ ਵਿੱਚ ਯੋਗਦਾਨ ਪਾਉਣ ਲਈ ਜਿੰਨਾ ਵੀ ਯੋਗਦਾਨ ਪਾ ਸਕੀਏ ਉਹ ਥੋੜ੍ਹਾ। ਤੇ ਇਸ ਲਈ ਮੈਂ ਆਪਣੇ ਭਰਾਵਾਂ ਦੇ ਨਾਲ, ਅਕਾਲ ਚੈਨਲ ਟੀਮ ਦੇ ਨਾਲ ਮੈਂ ਇਸ ਕਰਕੇ ਖੜਾ ਹੁੰਦਾ ਵਾਂ ਕਿ ਜੇ ਉਹਨਾਂ ਨੂੰ ਮੌਤ ਦਾ ਖੌਫ ਨਹੀਂ ਤੇ ਫਿਰ ਸਾਨੂੰ ਕਿਉਂ ਹੋਣਾ ਚਾਹੀਦਾ। ਤੇ ਇਸ ਲਈ ਅਸੀਂ ਜਲਦੀ ਆਖੀਦਾ ਕਿ ਚਲੋ ਜਿੱਥੇ ਆਵਾਜ਼ ਪੈਂਦੀ ਹੈ ਤੁਸੀਂ ਪਿਆਰ ਨਾਲ ਸੱਦਾ ਦਿੰਦੇ ਹੋ ਤੇ ਅਸੀਂ ਤੁਹਾਡੇ ਨਾਲ ਆ ਕੇ ਖਲੋ ਜਾਈਦਾ। ਮੈਂ ਤੇ ਇਹੋ ਮਹਿਸੂਸ ਕਰਦਾ ਕਿ ਇਸ ਵੇਲੇ ਸਾਡੀ ਮਨੁੱਖਤਾ ਨੂੰ ਬਿਲਕੁਲ ਸਾਡੀ ਜ਼ਰੂਰਤ ਹੈ ਔਰ ਸਾਨੂੰ ਵੱਧ ਚੜ੍ਹ ਕੇ ਸੇਵਾ ਜਿਹੜੀ ਆ ਇਹ ਕਰਨੀ ਚਾਹੀਦੀ। ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹੋ। ਔਰ ਤੁਸੀਂ ਦੱਸਿਆ ਬਈ ਜਦੋਂ ਫੌਜੀ ਛੁੱਟੀ ਤੇ ਹੁੰਦਾ ਹੈ ਤੇ ਪਿੱਛੋਂ ਜੰਗ ਲੱਗ ਜਾਵੇ ਤੇ ਉਹਨਾਂ ਦੀ ਛੁੱਟੀ ਕੈਂਸਲ ਕਰਕੇ ਸੱਦ ਲਿਆ ਜਾਂਦਾ ਹੈ। ਤੇ ਸਾਡੀਆਂ ਵੀ ਇਹਨਾਂ ਦਿਨਾਂ ਵਿੱਚ ਛੁੱਟੀਆਂ ਚੱਲਦੀਆਂ ਨੇ ਤੇ ਕਰੋਨਾ ਦੀ ਜੰਗ ਹੈ, ਇਸ ਕਰਕੇ ਛੁੱਟੀਆਂ ਕੈਂਸਲ ਕਰਕੇ ਆਪਣੇ ਜਿਹੜੇ ਇਹਨਾਂ ਕਾਰਜਾਂ ਵਿੱਚ ਯੋਗਦਾਨ ਪਾਈਏ। ਭਾਈ ਸਾਹਿਬ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਬੜੇ ਬੇਬਾਕ ਜਿਹੇ ਹੋ ਗੱਲ ਕਰਦੇ ਹੋ। ਉਹ ਦੱਬੀ ਜੀ ਜ਼ਬਾਨ ਨਾਲ ਤੁਹਾਨੂੰ ਵੀ ਗੱਲ ਕਰਨੀ ਨਹੀਂ ਆਉਂਦੀ, ਮੈਂ ਲਾਇਆ ਹਿਸਾਬ, ਤੇ ਵਧੀਆ ਬੇਬਾਕੀ ਜੀ ਹੋ ਕੇ ਗੱਲਬਾਤ ਕਰ ਦਿੰਦੇ ਹੋ। ਤੁਹਾਡੀਆਂ ਗੱਲਾਂ ਕਈਆਂ ਨੂੰ ਪਰ ਚੁੱਭਦੀਆਂ ਵੀ ਹੋਣੀਆਂ ਨੇ। ਜਿਨ੍ਹਾਂ ਨੂੰ ਚੁੱਭਦੀਆਂ ਹੋਣਗੀਆਂ ਸੱਚੀ ਗੱਲ ਤੇ ਚੁੱਭਦੀ ਹੁੰਦੀ ਹੈ, ਮੈਨੂੰ ਪਤਾ ਹੈ। ਜੇ ਹੁਣ ਘਰਾਂ 'ਚ ਹੀ ਵੜ ਜਾਾਂਗੇ ਆਪਾਂ, ਮਰਨਾ ਤਾਂ ਘਰਾਂ ਵਿੱਚ ਵੀ ਹੈ, ਮੌਤ ਜਿਹਨੂੰ ਆਉਣੀ ਹੈ ਆ ਹੀ ਜਾਣੀ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਤਾਂ ਜਿੰਨਾ ਚਿਰ ਜਿਉਂਦੇ ਆ, ਫੌਜੀ ਆਪਣਾ ਹਥਿਆਰ ਨਹੀਂ ਸੁੱਟਦਾ ਹੁੰਦਾ, ਫੌਜੀ ਆਪਣੇ ਮੋਰਚੇ ਤੋਂ ਨਹੀਂ ਭੱਜਦਾ ਹੁੰਦਾ। ਅਸੀਂ ਆਪਣਾ ਮੋਰਚਾ ਸੰਭਾਲ ਕੇ ਰੱਖੀਏ ਸੇਵਾ ਦਾ। ਤਾਂ ਸੇਵਾ ਦਾ ਮੌਕਾ ਹੈ। ਮੈਂ ਕਹਾਂਗਾ ਜਿੱਥੇ ਇੱਦਾਂ ਦੀ ਕੋਈ ਵੀ ਮਨੁੱਖਤਾ ਦੇ ਭਲੇ ਵਾਸਤੇ, ਜਿਵੇਂ ਪ੍ਰਸ਼ਾਸਨ ਦੀ ਟੀਮ ਲੱਗੀ ਹੈ, ਵਿਚਾਰੇ ਸਿਪਾਹੀ ਵੀ ਤਾਂ ਖੜ੍ਹਦੇ ਹੀ ਆ ਨਾ ਆਪਣੇ ਰਾਤ ਭਰ ਦਿਨ। ਤਾਂ ਇਸ ਲਈ ਸਾਨੂੰ ਸਾਰਿਆਂ ਨੂੰ ਇਹ ਚਾਅ ਵਾ, ਸਾਰੀ ਟੀਮ ਨੂੰ ਚਾਅ ਵਾ ਕਿ ਅਸੀਂ ਉਸ ਚਾਅ ਨਾਲ ਘਰਾਂ ਤੋਂ ਸੇਵਾ ਕਰਨ ਵਾਸਤੇ ਆਉਂਦੇ ਹਾਂ। ਉਹਦੇ ਵਿੱਚ ਜੇ ਅਸੀਂ ਗੱਲ ਕੋਈ ਕਰਦੇ ਹਾਂ, ਜੇ ਕਿਸੇ ਨੂੰ ਕੋਈ ਮਾੜੀ ਵੀ ਲੱਗੇਗੀ ਤੇ ਹੁਣ ਉਹ ਜਾਣਦਾ ਉਹਨੂੰ ਕਿਹੜੀ ਗੱਲ ਮਾੜੀ ਲੱਗਦੀ ਹੈ।
ਅਸੀਂ ਤਾਂ ਸੱਚ ਬੋਲ ਰਹੇ ਹਾਂ। ਬਿਲਕੁਲ ਜੀ, ਨਾਲੇ ਗੁਰਬਾਣੀ ਦਾ ਪਾਵਨ ਬਚਨ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਵੀ ਜੇ ਕੋ ਸੱਚ ਬੋਲਦਾ ਹੈ ਤੇ ਜਿਹੜਾ ਕੂੜਾ ਖੁੰਦਾ ਆ ਉਹ ਜਲ ਜਾਂਦਾ ਹੈ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਰ ਗੁਰੂ ਕਿਰਪਾ ਕਰੇ ਜਿੰਨਾ ਚਿਰ ਸਵਾਸ ਨੇ ਸਾਡੀ ਰਸਨਾ ਤੇ ਸੱਚ ਹੋਵੇ, ਸਾਡੇ ਜੀਵਨ ਦੇ ਵਿੱਚ ਸੱਚ ਹੋਵੇ ਤੇ ਅਸੀਂ ਸੱਚ ਤੇ ਪਹਿਰਾ ਦਿੰਦੇ ਹੋਏ ਕਿ ਆਪਣੀ ਜ਼ਿੰਦਗੀ ਜਿਉ ਸਕੀਏ। ਧੰਨਵਾਦੀ ਹਾਂ ਭਾਈ ਸਾਹਿਬ ਜੀ ਤੁਹਾਡਾ ਮੈਂ। ਦਰਬਾਰ ਸਾਹਿਬ ਦਾ ਗਲਿਆਰਾ ਪੂਰੇ ਅੰਮ੍ਰਿਤਸਰ ਨੂੰ ਸੈਨੇਟਾਈਜ਼ ਕਰਨ ਤੋਂ ਬਾਅਦ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੀ ਹੈਗੀ ਅਕਾਲ ਚੈਨਲ ਦੀ ਟੀਮ ਤੇ ਜਗਤ ਸੁੱਖ ਇੰਡਸਟਰੀ ਤੋਂ ਵੀਰ। ਆਪਾਂ ਵੇਖ ਸਕਦੇ ਹਾਂ ਕਿ ਇਸ ਟਾਈਮ ਬਿਲਕੁਲ ਸਾਹਮਣੇ ਆ ਤਖਤ ਸਾਹਿਬ ਦਾ ਰੋਡ ਜਿਹੜਾ ਕਿ ਇਸ ਟਾਈਮ ਸੈਨੇਟਾਈਜ਼ ਕੀਤਾ ਜਾ ਰਿਹਾ। ਜਗਤ ਸੁੱਖ ਇੰਡਸਟਰੀ ਤੋਂ ਵੀਰ ਜਗਜੀਤ ਸਿੰਘ ਪਾਸੀ, ਉਹਨਾਂ ਦੇ ਪਿਤਾ ਜੀ, ਜਿਨ੍ਹਾਂ ਨੇ ਕਿ ਇੱਕ ਵੱਡੀ ਕਰੜੀ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ। ਪਰ ਜਦੋਂ ਸੇਵਾ ਦੀ ਗੱਲ ਆਈ ਤੇ ਲਗਾਤਾਰ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ, ਪੂਰੇ ਪੰਜਾਬ ਦੇ ਵਿੱਚ ਮਸ਼ੀਨਾਂ ਤੋੜ ਦਿੱਤੀਆਂ ਸੈਨੀਟਾਈਜ਼ਰ ਵਾਲੀਆਂ, ਜਿਹਦੇ ਨਾਲ ਕਿ ਭਲਾ ਹੋ ਸਕੇ ਲੋਕਾਂ ਦਾ। ਰੋਡਾਂ ਤੇ ਆਪਾਂ ਕਈ ਵਾਰ ਕੁਐਸਚਨ ਹੋ ਜਾਂਦਾ ਕਿ ਰੋਡਾਂ ਤੇ ਸੈਨੀਟਾਈਜ਼ ਕਰਨ ਦੀ ਕੀ ਲੋੜ ਆ, ਤੇ ਵੀਰ ਜਗਜੀਤ ਨੇ ਜਦੋਂ ਗੱਲ ਕੀਤੀ ਤੁਹਾਨੂੰ ਦੱਸਿਆ ਸੀ ਕਿ ਪਹਿਲੋਂ ਅਸੀਂ ਰੋਡ ਨੂੰ ਤਾਂ ਸੈਨੀਟਾਈਜ਼ ਕਰਦੇ ਹਾਂ ਜੇ ਕੋਈ ਇੱਧਰ ਦੀ ਪੇਸ਼ੈਂਟ ਲੰਘਿਆ ਵੀ ਹੋਊਗਾ, ਕਿਉਂਕਿ ਜੇ ਵਾਇਰਸ ਕਿਤੇ ਪਿਆ ਵਾ ਉਹਨੂੰ ਮਾਰਨ ਵਾਸਤੇ, ਉਹਨੂੰ ਖਤਮ ਕਰਨ ਵਾਸਤੇ ਰੋਡਾਂ ਤੇ ਸੈਨੀਟਾਈਜ਼ ਕੀਤਾ ਜਾ ਰਿਹਾ ਵਾ। ਅੰਕਲ ਸਾਡੇ ਨਾਲ ਹੈਗੇ ਆ ਜਗਜੀਤ ਦੇ ਪਾਪਾ ਜੀ, ਕਿਉਂਕਿ ਕਈ ਦਿਨ ਤੋਂ ਲਗਾਤਾਰ ਸੇਵਾਵਾਂ ਦੇ ਵਿੱਚ ਹਿੱਸਾ ਵੀ ਪਾ ਰਿਹਾ ਤੇ ਆਪ ਖੁਦ ਅੱਗੇ ਹੋ ਕੇ ਸੇਵਾਵਾਂ ਕਰਾ ਰਹੇ ਹੈਗੇ ਆ। ਪਹਿਲਾਂ ਫਤਿਹ ਸਾਂਝ ਪਾਉਂਦੇ ਆ ਅੰਕਲ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਥੋੜਾ ਜਿਹਾ ਪਿੱਛੇ ਨੂੰ ਆਪਾਂ ਚੱਲਦੇ ਆ, ਕਿੰਨੇ ਕੁ ਚਿਰ ਤੋਂ ਤੁਸੀਂ ਇਹ ਜਿਹੜਾ ਮਸ਼ੀਨਾਂ ਦਾ ਕਾਰੋਬਾਰ ਕਰ ਰਹੇ ਹੈਗੇ ਆ? ਇਹ 1997 ਸ਼ੁਰੂ ਕੀਤਾ ਸੀ। 97 ਤੋਂ ਮਸ਼ੀਨਾਂ ਜਿਹੜੀਆਂ ਨੇ ਇਹਨੂੰ ਹੋ ਗਏ 10 ਸਾਲ ਪਹਿਲਾਂ। ਇਹਦੇ ਨਾਲ ਦੀ ਮਸ਼ੀਨ ਹਾਂ, ਪਹਿਲਾਂ ਛੋਟੇ ਪੰਪ ਬਣਾਏ ਮੈਂ 13 ਸਾਲ ਹੋ ਗਏ। ਪਹਿਲਾਂ ਬੱਚਿਆਂ ਨੂੰ ਮੈਂ ਕੰਮ ਸੰਭਾਲਦਾ ਸੀਗਾ, ਉਹ ਪੜ੍ਹ ਕੇ ਆ ਗਏ ਸੀਗੇ ਤੇ ਉਸ ਤੋਂ ਬਾਅਦ ਮੇਰੇ ਬੇਟਿਆਂ ਦੋਹਾਂ ਦੀ ਜਿਹੜੀ ਆ ਨਾ ਇਹ ਤਕਨੀਕ ਜਿਹੜੀ ਸੀ ਇਹ ਉਹਨਾਂ ਨੇ ਕੱਢੀ ਦੋਹਾਂ ਨੇ। ਮੇਰਾ ਅੱਜ ਕੋਈ ਹੋਰ ਨਹੀਂ, ਸੇਵਾ ਹੈ ਥੋੜਾ ਜਿਹਾ। ਯੋਗਦਾਨ ਤੁਹਾਡਾ ਹੈਗਾ ਵੱਡਾ। ਸ਼ੁਰੂਆਤ ਤੁਸੀਂ ਕੀਤੀ ਸੀ, ਕੋਈ ਸ਼ੁਰੂਆਤ ਹੋਈ ਹੋਵੇ ਨਾ, ਵਧੀਆ ਸ਼ੁਰੂਆਤ ਹੋਵੇ ਤੇ ਵਧੀਆ ਗੁਣ ਮਿਲੇ ਹੋਣ, ਗੁੜਤੀ ਚੰਗੀ ਹੋਵੇ। ਇਹਦੇ ਘੁੰਮ ਰਹੇ ਆ ਨਾ, ਜਿਹੜਾ ਬਠਿੰਡਾ ਜ਼ਿਲ੍ਹਾ ਹੈਗਾ ਕੈਂਸਰ ਦਾ ਗੜ੍ਹ, ਜਿੱਥੇ ਜਾਂਦੀ ਆ ਆਪਣੀ ਕੀ ਕਹਿੰਦੇ ਆ ਕੈਂਸਰ ਟ੍ਰੇਨ ਜਾਂਦੀ ਆ, ਉਹਦਾ ਕਾਰਨ ਸੀ ਜਿਹੜਾ ਛੋਟੇ ਪੰਪ ਸੀ ਨਾ ਪਹਿਲਾਂ ਆਪਣੇ 16 ਲੀਟਰ ਵਾਲੇ, ਉਹ ਪੰਪ ਅੱਜ ਵੀ ਬਹੁਤ ਲੋਕਾਂ ਕੋਲੋਂ ਸਹੀ ਨਹੀਂ ਬਣੇ ਹੈਗੇ। ਔਰ ਉਹਦੇ ਨਾਲ ਜਿਹੜੇ ਉਹਦੀ ਪਹਿਲਾਂ ਚਾਲ ਹੀ ਸਹੀ ਨਹੀਂ ਹੁੰਦੀ ਅੱਜ ਤੱਕ ਵੀ। ਤੇ ਜਦੋਂ ਅਸੀਂ ਇਸ ਲਾਈਨ 'ਚ ਆਏ, ਕਿਉਂਕਿ ਇਸ ਲਾਈਨ ਦੇ ਵਿੱਚ ਪੰਪ ਲਾਈਨ ਦੇ ਵਿੱਚ ਪੂਰਾ ਪੰਪ ਬਣਾਉਣ 'ਚ ਰਾਮਗੜ੍ਹੀ ਅਸੀਂ ਆ, ਕਿਉਂਕਿ ਅਸੀਂ ਪੈਦਾਇਸ਼ੀ ਇੰਜੀਨੀਅਰ ਹੁੰਦੇ ਹਾਂ। ਇਸ ਲਈ ਅਸੀਂ ਫਿਰ ਇਹਨੂੰ ਮੈਂ 1 ਸਾਲ ਦੇ ਵਿੱਚ ਪੰਪ ਨੂੰ ਠੀਕ ਕੀਤਾ ਆਪਣੇ ਨੂੰ। ਅੱਜ ਵੀ ਅਸੀਂ ਉਹ ਪੰਪ ਛੋਟੇ ਬਣਾਉਂਦੇ ਨਹੀਂ ਗੇ, ਲੇਕਿਨ ਉਹਨਾਂ ਦੀ ਅੱਜ 13 ਸਾਲ ਬਾਅਦ ਵੀ ਉਨੀ ਡਿਮਾਂਡ ਹੈਗੀ ਆ ਵੀ ਸਾਨੂੰ ਯਾਰ ਭੇਜ ਦਿਓ, 4 ਲਈ ਪੰਪ ਫਰੀ ਭਾਲਦਾ। ਇਹ ਤਕਨੀਕ 'ਚ ਵਾਧਾ ਕਦੋਂ ਹੋਇਆ ਜਿਹੜੀ ਅੱਜ ਤੁਸੀਂ ਸੈਨੀਟਾਈਜ਼ਰ ਮਸ਼ੀਨ ਸੇਵਾਵਾਂ ਹੋ ਰਹੀਆਂ, ਵੱਖੋ ਵੱਖਰੇ ਜ਼ਿਲ੍ਹਿਆਂ 'ਚ ਤੁਸੀਂ ਪਹੁੰਚ ਰਹੇ ਹੈਗੇ ਆ, ਸਰਕਾਰਾਂ ਦੇ ਨਾਲ ਰਲ ਕੇ ਸਹਿਯੋਗ ਦੇ ਰਹੇ ਆ ਇਸ ਟਾਈਮ ਦੇ ਉੱਤੇ, ਤੇ ਜੇ ਆਪਾਂ ਸਰਕਾਰ ਦੀ ਵਿਰੋਧੀ ਧਿਰ ਦੀ ਲਾਈਏ ਤੇ ਉਹਨਾਂ ਦੇ ਨਾਲ ਵੀ ਤੁਸੀਂ ਪੂਰਾ ਸਹਿਯੋਗ ਦੇ ਕੇ ਹਰ ਇੱਕ ਸ਼ਹਿਰ ਤੇ ਪਿੰਡਾਂ ਨੂੰ ਸੈਨੀਟਾਈਜ਼ ਕਰ ਰਹੇ ਹੋ? ਗੱਲ ਇਸ ਤਰ੍ਹਾਂ ਬਈ ਇਹ ਇਹਨਾਂ ਕੋਲ ਤਕਰੀਬਨ ਸਾਰੇ 13 ਸਾਲ ਤੋਂ ਸ਼ੁਰੂ ਹੋ ਗਿਆ, ਕਿਉਂਕਿ ਬੇਟੇ ਨੂੰ ਮੈਂ ਕੰਮ ਸੰਭਾਲਿਆ ਸੀ, ਉਹਨੂੰ ਮੈਂ ਕਿਹਾ ਮੈਂ ਕੋਈ ਦਖਲਅੰਦਾਜ਼ੀ ਨਹੀਂ ਕਰਨੀ, ਹੁਣ ਤੁਸੀਂ ਦੇਖਦਾ ਕੀ ਕਰਦੇ ਹੋ। ਲੇਕਿਨ ਮੇਰਾ ਮਨ ਇਸ ਲਈ ਬੜਾ ਖੁਸ਼ ਆ ਵੀ ਮੇਰੇ ਪੁੱਤਾਂ ਨੇ ਉਹ ਕੰਮ ਕੀਤਾ ਜਿਹੜਾ ਇੰਡੀਆ ਸਾਡਾ ਕੋਈ ਮੁਕਾਬਲਾ ਨਹੀਂ ਹੈਗਾ। ਬਾਕੀ ਜੇ ਸਾਡਾ ਮੁਕਾਬਲਾ ਹੈਗਾ ਤਾਂ ਇੰਟਰਨੈਸ਼ਨਲ ਕੰਪਨੀਆਂ ਨਾਲ ਹੋ ਸਕਦਾ। ਇਸ ਕੰਮ ਦੇ ਵਿੱਚ ਜਿਹੜਾ ਵੀ ਕੋਈ ਯੋਗਦਾਨ ਪਾ ਰਿਹਾ, ਭਾਵੇਂ ਆਪਣੇ ਪਿੰਡ ਨੂੰ ਸੈਨੀਟਾਈਜ਼ ਕਰ ਰਿਹਾ, ਆਪਣੇ ਸ਼ਹਿਰ ਨੂੰ ਸੈਨੀਟਾਈਜ਼ ਕਰ ਲਿਆ, ਬਹੁਤ ਵੱਡਾ ਯੋਗਦਾਨ ਆ। ਮਨੁੱਖਤੇ ਦੇ ਭਲੇ ਵਾਸਤੇ ਜਿਹੜੇ ਵੀ ਕਾਰਜਸ਼ੀਲ ਹੋਣਗੇ, ਅਕਾਲ ਚੈਨਲ ਉਹਨਾਂ ਦੇ ਨਾਲ ਖਲੋਊਗਾ। ਜਗਤ ਸੁੱਖ ਇੰਡਸਟਰੀ ਤੇ ਅਕਾਲ ਚੈਨਲ ਜਿਹੜਾ ਉਪਰਾਲਾ ਕੀਤਾ ਗਿਆ ਸੀ, ਦਰਬਾਰ ਸਾਹਿਬ ਦੇ ਸੇਵਾ ਕੀਤੀ ਗਈ, ਪਿੰਗਲਵਾੜੇ ਦੀ ਸੇਵਾ ਕੀਤੀ ਗਈ, ਕਿਉਂਕਿ ਦਰਬਾਰ ਸਾਹਿਬ ਦੇ ਗਲਿਆਰੇ ਦੀ ਗੱਲ ਕਰੀਏ, ਗਲੀਆਂ ਬਾਜ਼ਾਰਾਂ ਦੀ ਗੱਲ ਕਰਦੇ ਆ ਤੇ ਉਹ ਸਾਰੀਆਂ ਗਲੀਆਂ ਬਾਜ਼ਾਰਾਂ ਸੈਨੀਟਾਈਜ਼ ਕੀਤੀਆਂ ਗਈਆਂ, ਜਿਹਦੇ ਵਿੱਚ ਜਗਤ ਸੁੱਖ ਇੰਡਸਟਰੀ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ। ਜਗਮੀਤ ਸਿੰਘ ਸਾਡਾ ਮੁਕਤਸਰ ਤੋਂ ਜੁੜੇ ਹੈਗੇ ਆ। ਜਗਮੀਤ ਸਿੰਘ, ਅਕਸਰ ਤੁਸੀਂ ਰਿਪੋਰਟਿੰਗ ਕਰਦੇ ਵੇਖਿਆ ਹੋਊਗਾ, ਪਰ ਅੱਜ ਗਰਾਊਂਡ ਦੇ ਵਿੱਚ ਸੇਵਾ ਕਰ ਰਿਹਾ। ਜਗਮੀਤ, ਕਿਵੇਂ ਲੱਗ ਰਿਹਾ ਸੇਵਾ ਕਰਕੇ? ਸਭ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਤਖਤ ਸਾਹਿਬਾਨ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਪਹੁੰਚੇ ਹੋਏ ਹਾਂ ਜੀ। ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਤਖਤ ਸਾਹਿਬਾਨ ਤੇ ਅਸੀਂ ਪਹੁੰਚੇ, ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਸਾਨੂੰ ਮੌਕਾ ਮਿਲਿਆ ਇੱਕ ਤਾਂ ਤਖਤ ਸਾਹਿਬਾਨ ਤੇ ਯਾਤਰਾ ਕਰਨ ਦਾ ਤੇ ਨਾਲ ਸੇਵਾ ਕਰਨ ਦਾ। ਤੇ ਯਾਤਰਾ ਕਰਨ ਦਾ ਵੀ ਸੁਭਾਗ ਪ੍ਰਾਪਤ ਹੋਇਆ। ਲੱਗਦਾ ਨਹੀਂ ਸੀਗਾ ਕਿ ਇਹਨਾਂ ਦਿਨਾਂ ਦੇ ਵਿੱਚ ਇੱਥੇ ਅਸੀਂ ਆ ਸਕਾਂਗੇ, ਕਿਉਂਕਿ ਪੂਰੇ ਸੰਸਾਰ ਦੇ ਵਿੱਚ ਜਿਵੇਂ ਮਹਾਂਮਾਰੀ ਫੈਲੀ ਹੋਈ ਆ, ਲੋਕ ਘਰਾਂ ਤੋਂ ਨਿਕਲ ਨਹੀਂ ਰਹੇ। ਫਿਰ ਅਸੀਂ ਚੈਨਲ ਦੇ ਜ਼ਰੀਏ ਜਿਵੇਂ ਇੱਥੇ ਸੇਵਾ ਕਰ ਰਹੇ ਸੀ ਸਾਰੇ, ਸਾਡੇ ਮਨ 'ਚ ਵੀ ਭਾਵਨਾ ਪਹੁੰਚੀ ਵੀ ਕਿਉਂ ਨਾ ਅਸੀਂ ਭਾਵੇਂ ਇੱਥੋਂ 100-150 ਕਿਲੋਮੀਟਰ ਤੇ ਦੂਰੀ ਤੇ ਅਸੀਂ ਵੀ ਉੱਥੇ ਜਾ ਕੇ ਸੇਵਾ 'ਚ ਯੋਗਦਾਨ ਪਾਈਏ। ਅੱਜ ਅਸੀਂ ਰਿਪੋਰਟਿੰਗ ਤੋਂ ਉੱਪਰ ਉੱਠ ਕੇ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਹਾਂ। ਵਧੀਆ ਲੱਗ ਰਿਹਾ, ਫਖਰ ਮਹਿਸੂਸ ਹੋ ਰਿਹਾ ਵੀ ਅਕਾਲ ਚੈਨਲ ਐਡੀ ਵੱਡੀ ਮਹਾਨ ਸੇਵਾ ਕਰ ਰਿਹਾ
ਜਿਹੜਾ ਇੱਥੋਂ 200-250 ਕਿਲੋਮੀਟਰ 300 ਕਿਲੋਮੀਟਰ ਦੇ ਕਰੀਬ ਅੰਮ੍ਰਿਤਸਰ ਰਹਿ ਜਾਂਦਾ। ਇਹ ਸਾਰਿਆਂ ਦੇ ਆਪਣੇ ਫਰਜ਼ ਆ। ਆਪਾਂ ਸ਼ੁਰੂ ਤੋਂ ਜੁੜੇ ਹੋਏ ਆ, ਤੁਸੀਂ ਸਾਡੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਆ। ਇਹ ਸਾਡੇ ਇੱਕ ਮੁੱਢਲੇ ਫਰਜ਼ ਆ। ਜੇ ਸਿੱਖੀ ਸਿਧਾਂਤ ਸਿਖਾਉਂਦੇ ਆ ਸਾਨੂੰ ਸਿੱਖੀ, ਸੇਵਾ ਤੇ ਸਿਮਰਨ। ਜਦੋਂ ਵੀ ਕਿਤੇ ਲੋੜ ਪੈਂਦੀ ਹੈਗੀ ਆ, ਸਾਡੀ ਸਿੱਖ ਫੌਜ, ਉਹ ਕੋਈ ਵੀ ਸੰਸਥਾ ਰੂਪ ਹੋ ਸਕਦੀ ਆ, ਉਹ ਅੱਗੇ ਆਉਂਦੇ ਆ, ਵੱਡੀਆਂ ਵੱਡੀਆਂ ਸੇਵਾਵਾਂ ਕਰਾਉਂਦੇ ਆ। ਇਸ ਟਾਈਮ ਦੇ ਉੱਤੇ ਵੀ ਸਾਡੇ ਨਾਲ ਜਗਤ ਸੁੱਖ ਇੰਡਸਟਰੀ ਤੋਂ ਵੀਰ ਹੈਗੇ ਆ, ਹੋਰ ਟੀਮ। ਆਪਾਂ ਜੇ ਗੱਲ ਕਰੀਏ ਇੱਥੋਂ ਦਮਦਮਾ ਸਾਹਿਬ ਤੋਂ, ਸਿੰਘ ਸਾਹਿਬ ਨੇ ਬੜੇ ਪਿਆਰ ਨਾਲ ਉੱਥੇ ਇੱਕ ਸੱਦਾ ਦਿੱਤਾ ਸੀ ਜਿੱਦਣ ਦਰਬਾਰ ਸਾਹਿਬ ਦੇ ਪਰਿਕਰਮਾ ਦੇ ਗਲਿਆਰੇ ਦੀ ਗੱਲ ਕਰੀਏ, ਪੂਰਾ ਸਫਾਈ ਕੀਤੀ ਸੀ ਉੱਥੇ ਸਿੰਘ ਸਾਹਿਬ ਨੇ ਕਿਹਾ ਸੀ ਕਿ ਸੈਨੀਟਾਈਜ਼ ਕਰਨ ਵਾਸਤੇ। ਤੇ ਸਿੰਘ ਸਾਹਿਬ ਨੇ ਜਦੋਂ ਹੁਕਮ ਲਾਇਆ ਹੋਵੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਮੋੜ ਨਹੀਂ ਸਕਦੇ। ਤੇ ਆਪਾਂ ਸੈਕੰਡ ਸਟੈਪ ਹੀ ਇੱਥੋਂ ਦਾ ਰੱਖਿਆ ਸੀ ਕਿ ਆਪਾਂ ਸੈਕੰਡ ਸਟੈਪ ਜਿਹੜਾ ਦੂਸਰੇ ਤਖਤ ਤੋਂ ਸ਼ੁਰੂ ਕਰਾਂਗੇ। ਬਹੁਤ ਵਧੀਆ ਗੱਲ ਆ। ਜਿਵੇਂ ਤਖਤ ਸਾਹਿਬਾਨ ਦੇ ਜਹੇਦਾਰ ਦਾ ਹੁਕਮ ਹੋਵੇ ਤੇ ਖਾਲਸਾ ਪੰਥ ਉਸ ਤੋਂ ਮੁੱਕਰ ਨਹੀਂ ਸਕਦਾ ਜਾਂ ਉਸ ਨੂੰ ਨਾ ਨਹੀਂ ਕਰ ਸਕਦਾ। ਜਿਵੇਂ ਉਹਨਾਂ ਨੇ ਸਾਡੇ ਤੇ ਇਹ ਹੁਕਮ ਲਾਇਆ ਇੱਥੇ ਪਹੁੰਚਣ ਲਈ, ਦੂਸਰੇ ਤਖਤ ਤੋਂ ਦੂਸਰੇ ਤਖਤ ਤੇ ਦਮਦਮਾ ਸਾਹਿਬ ਗੁਰੂ ਕੀ ਕਾਂਛੀ ਇੱਥੇ ਪਹੁੰਚੇ ਆ। ਇੱਥੇ ਬਹੁਤ ਵਧੀਆ ਲੱਗ ਰਿਹਾ। ਜਿਵੇਂ ਇੱਥੋਂ ਦੀਆਂ ਸੰਗਤਾਂ ਦਾ ਪੂਰਾ ਸਹਿਯੋਗ ਹੈਗਾ। ਇੱਥੋਂ ਨੇੜੇ ਪਿੰਡਾਂ ਤੋਂ ਵੀਰ ਚੱਲ ਕੇ ਵੀ ਜਿਹੜਾ ਸਹਿਯੋਗ ਦੇਣ ਲਈ ਇੱਥੇ ਪਹੁੰਚੇ, ਟਰੈਕਟਰ ਵੀ ਲਿਆਂਦੇ ਆ। ਇੱਥੋਂ ਜਗਤ ਸੁੱਖ ਇੰਡਸਟਰੀ ਜਿਵੇਂ ਉਹ ਵੀ ਬੜੀ ਮਹਾਨ ਸੇਵਾ, ਮੈਂ ਮੰਨਦਾ ਇਸ ਚੀਜ਼ ਨੂੰ, ਜਿਹੜੀ ਇਹ ਮਹਾਨ ਸੇਵਾ ਹੈ। ਅੱਜ ਦੀ ਘੜੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹਾਂ ਦਾ ਨਾਰਾ ਮਾਰਨ ਵਾਲੇ ਇੱਕ ਸਿੱਖ ਹੀ ਆ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਪੂਰਾ ਹਾਂ ਦਾ ਨਾਰਾ ਮਾਰਿਆ ਤੇ ਇਸ ਦੁੱਖ ਦੀ ਘੜੀ ਦੇ ਵਿੱਚ। ਜਗਮੀਤ ਸਾਡੇ ਨਾਲ ਮੈਨੇਜਰ ਸਾਹਿਬ ਜੁੜੇ ਹੋ ਗਏ ਆ। ਮੈਂ ਚਾਹੂੰਗਾ ਕਿ ਰਿਪੋਰਟਿੰਗ ਦੇ ਜੋ ਤੁਸੀਂ ਆਪਣੀਆਂ ਸੇਵਾਵਾਂ ਦਿੱਤੀਆਂ ਵਾ, ਮੈਨ ਸਾਹਿਬ ਨਾਲ ਵੀ ਗੱਲਬਾਤ ਕਰੋ ਤੇ ਵੀਰ ਸਾਡੇ ਨਾਲ ਜਿਹੜੇ ਕਿ ਹੈੱਡ ਗ੍ਰੰਥੀ ਸਾਹਿਬ ਵੀਰ ਜੀ ਲਾਗੇ ਆਓ ਜ਼ਰੂਰ ਸਾਡੇ। ਹਾਂ, ਆਪਾਂ ਮੈਨ ਸਾਹਿਬ ਨਾਲ ਜ਼ਰੂਰ ਤੁਸੀਂ ਆਪ ਰਾਬਤਾ ਕਾਇਮ ਕਰੋ, ਕਿਉਂਕਿ ਸਿੰਘ ਸਾਹਿਬ ਨੇ ਜੋ ਸਾਡੀ ਡਿਊਟੀ ਲਾਈ ਸੀ ਅਸੀਂ ਪਹੁੰਚ ਚੁੱਕੇ ਆ, ਟੀਮ ਪਹੁੰਚ ਚੁੱਕੀ ਹੈਗੀ ਆ। ਬਾਕੀ ਭਾਈ ਮੈਨੇਜਰ ਸਾਹਿਬ ਸਾਡੇ ਨਾਲ ਹੈਗੇ ਆ, ਮੈਨ ਸਾਹਿਬ ਨਾਲ ਜ਼ਰੂਰ ਵਿਚਾਰ ਦੀ ਸਾਂਝ ਪਾਓ। ਸਭ ਤੋਂ ਪਹਿਲਾਂ ਮੈਨੇਜਰ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅੱਜ ਅਸੀਂ ਜਗਤ ਸੁੱਖ ਇੰਡਸਟਰੀ ਤੇ ਕਾਲ ਚੈਨਲ ਕਾਲ ਐਡ ਵੱਲੋਂ ਇੱਥੇ ਮਹਾਨ ਸੇਵਾ ਲੈ ਕੇ ਤੁਹਾਡੇ ਇੱਥੇ ਪਹੁੰਚੇ ਹਾਂ। ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ? ਸਾਨੂੰ ਬਹੁਤ ਖੁਸ਼ੀ ਹੈ ਵੀ ਤੁਸੀਂ ਜੋ ਸਾਡੀ ਤਖਤ ਸਾਹਿਬ ਦੇ ਏਰੀਏ ਨੂੰ ਸੈਨੀਟਾਈਜ਼ ਕਰਨ ਆਏ ਹੋ, ਤੇ ਜਿੰਨਾ ਇੱਥੇ ਇਕਾਂਤਵਾਸ ਕੀਤੇ ਹੋਏ ਯਾਤਰੂ ਰੁਕੇ ਨੇ ਤੇ ਉਹਨਾਂ ਵਾਲੀ ਸਰਾਂ ਨੂੰ ਵੀ ਤੁਸੀਂ ਸੈਨੀਟਾਈਜ਼ ਕਰਨ ਆਏ ਹੋ। ਇਹ ਸਾਰਿਆਂ ਤੋਂ ਵੱਡਾ ਉਪਰਾਲਾ ਹੈ ਤੇ ਅਸੀਂ ਤੁਹਾਡਾ ਸਾਰੀ ਟੀਮ ਦਾ, ਸਮੁੱਚੀ ਟੀਮ ਦਾ ਜੀ ਆਇਆਂ ਕਰਦੇ ਹਾਂ। ਜਿਵੇਂ ਕਿ ਇੱਥੇ ਗੱਲ ਕਰੀਏ ਕਿ ਬਠਿੰਡਾ ਦੀ ਬਹੁਤ ਘੱਟ ਮਰੀਜ਼ ਹੈਗੇ ਆ। ਸਾਬੋ ਕੀ ਤਲਵੰਡੀ ਗੁਰੂ ਕੀ ਕਾਂਛੀ ਇੱਥੇ ਨਜ਼ਦੀਕ ਕੋਈ ਪੇਸ਼ੈਂਟ ਹੈ ਆ ਕਰੋਨਾ ਦਾ? ਨਹੀਂ, ਫਿਲਹਾਲ ਤੇ ਜਿੰਨਾ 480-85 ਦੇ ਨੇੜੇ ਜਿਹੜੇ ਇਕਾਂਤਵਾਸ ਕੀਤੇ ਗਏ ਨੇ, ਉਹਨਾਂ ਵਿੱਚੋਂ 125 ਬੰਦੇ ਦਾ ਅਜੇ ਟੈਸਟ ਹੋਇਆ ਹੈ। ਬਾਕੀ ਟੈਸਟ ਨੈਗੇਟਿਵ ਆਏ ਜੀ? ਨਹੀਂ, ਫਿਲਹਾਲ ਉਹ ਜਿਹੜੇ ਟੈਸਟ ਨੇ ਉਹ ਪਟਿਆਲਾ ਲੈਬ ਵਿੱਚ ਗਏ ਹੋਏ ਨੇ, ਪੈਂਡਿੰਗ ਨੇ। ਤੇ ਇਸੇ ਤਰ੍ਹਾਂ ਬਾਕੀ ਜਿਹੜੇ ਇਕਾਂਤਵਾਸ ਕੀਤੇ ਗਏ ਸ਼੍ਰੋਮਣੀ ਕਮੇਟੀ ਦੀ ਜਿਹੜੀ ਸਰਾਂ ਹੈ? ਹਾਂਜੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਭਾਈ ਮਣੀ ਸਿੰਘ ਨਿਵਾਸ ਹੈ। ਤੇ ਇਹਦੀ ਸਾਰਿਆਂ ਤੋਂ ਉਤਲੀ ਮੰਜ਼ਿਲ ਜਿਹੜੀ ਹੈ ਉਹ ਸੀਲ ਕਰਕੇ ਉੱਥੇ ਯਾਤਰੂ ਰੱਖੇ ਗਏ ਨੇ। ਟੋਟਲ ਕਿੰਨੇ ਯਾਤਰੂ ਠਹਿਰੇ ਹੋਏ ਜੀ? ਟੋਟਲ 240-45 ਇੱਥੇ ਠਹਿਰੇ ਨੇ। 100 ਦੇ ਨੇੜੇ ਸਾਡਾ ਕਾਲਜ ਹੈ SGPC ਦਾ, ਮਾਤਾ ਸਾਹਿਬ ਕੌਰ ਕਾਲਜ ਹੈ, ਉੱਥੇ ਰੱਖੇ ਗਏ ਨੇ। ਬਾਕੀ ਰਹਿੰਦੇ ਜਿਹੜੇ ਉਹ ਯਾਦਵਿੰਦਰਾ ਕਾਲਜ ਹੈ ਪ੍ਰਾਈਵੇਟ, ਉੱਥੇ ਰੱਖੇ ਗਏ ਨੇ। ਇਹ ਸਾਰੇ ਯਾਤਰੂ ਕਿੱਥੋਂ ਪਹੁੰਚੇ ਸੀ ਇੱਥੇ ਜਿਹੜੇ ਰੱਖੇ ਗਏ? ਇਹ ਯਾਤਰੂ ਪਿਛਲੀਆਂ ਸਟੇਟਾਂ ਜੋ ਨਿਕਲ ਕੇ ਆਉਂਦੇ ਰਾਜਸਥਾਨ ਦੇ ਜੈਸਲਮੇਰ ਏਰੀਏ ਵਿੱਚ ਪ੍ਰਸ਼ਾਸਨ ਵੱਲੋਂ ਇਕੱਠੇ ਕੀਤੇ ਗਏ ਸੀ ਤੇ ਫਿਰ ਉਹਨਾਂ ਨੂੰ ਇਕੱਠੇ ਕਰਕੇ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਇਹ ਇੱਥੇ ਲਿਆਂਦੇ ਗਏ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਇਹ ਸਾਰਾ ਕੰਮ ਕੀਤਾ ਜਾ ਰਿਹਾ। ਅਸੀਂ ਸਾਰੇ ਜਿੰਨਾ ਵੀ 480-85 ਬੰਦਾ ਇੱਥੇ ਰੁਕਿਆ ਹੋਇਆ, ਉਹਨਾਂ ਲਈ ਪ੍ਰਸ਼ਾਦਾ ਪਾਣੀ ਅਸੀਂ ਤਿਆਰ ਕਰਕੇ ਦਿੰਦੇ ਹਾਂ ਤੇ ਤਿਆਰ ਕਰਕੇ ਲਿਆ ਕੇ ਇੱਥੇ ਸਭਾ ਸੁਸਾਇਟੀਆਂ ਇਹਨਾਂ ਨੇ ਨਾਲ ਰਲਾਏ ਹੋਏ ਨੇ, ਗਰੁੱਪਾਂ ਵਾਲੇ, ਕਲੱਬ ਵਾਲੇ, ਉਹ ਪ੍ਰਸ਼ਾਦਾ ਉਹਨਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਫਿਰ ਉੱਪਰ ਉਹ ਉਹਨਾਂ ਤੱਕ ਉਹ ਆਪ ਜਿਹੜਾ ਸਿਹਤ ਵਿਭਾਗ ਜਿਹੜਾ ਉਹ ਪਹੁੰਚਦਾ ਕਰਦਾ ਹੈ। ਜਿਹੜੇ ਬਾਕੀ ਬਹੁਤ ਸ਼ਿਕਾਇਤਾਂ ਆਉਂਦੀਆਂ ਜਿੱਥੇ ਹੋਰ ਸੈਨੀਟਾਈਜ਼ਰ ਕੀਤੇ ਗਏ ਨੇ, ਰੱਖੇ ਗਏ ਨੇ ਉਹਨਾਂ ਨੂੰ ਇਕਾਂਤਵਾਸ ਥਾਂ ਤੇ, ਬੜੀਆਂ ਕੰਪਲੇਂਟਾਂ ਆਉਂਦੀਆਂ ਕਿ ਸਾਡੇ ਲਈ ਪ੍ਰਸ਼ਾਦਾ ਪਾਣੀ ਨਹੀਂ ਪਹੁੰਚਦਾਗਾ। ਪਰ ਅਜੇ ਤੱਕ ਸ਼੍ਰੋਮਣੀ ਕਮੇਟੀ ਦੀ ਇੱਕ ਗੱਲ ਦੀ ਸਿਫਤ ਹੈਗੀ, ਉਹਨਾਂ ਦੀ ਕੋਈ ਵੀ ਕੰਪਲੇਂਟ ਨਹੀਂ ਆਈ। ਤੁਹਾਨੂੰ ਕੋਈ ਇਦਾਂ ਦੀ ਕੰਪਲੇਂਟ ਤਾਂ ਨਹੀਂ ਹੈਗੀ ਇੱਥੋਂ? ਨਹੀਂ, ਫਿਲਹਾਲ ਸਾਨੂੰ ਕੋਈ ਕੰਪਲੇਂਟ ਨਹੀਂ, ਕਿਉਂਕਿ ਜੋ ਪ੍ਰਸ਼ਾਸਨ ਨੇ ਜਿਹੜਾ ਟਾਈਮ ਸਾਨੂੰ ਦਿੱਤਾ ਹੈ, ਅਸੀਂ ਉਸ ਟਾਈਮ ਤੇ ਪੂਰੇ ਟਾਈਮ ਤੇ ਪ੍ਰਸ਼ਾਦਾ ਪਹੁੰਚਾ ਰਹੇ ਹਾਂ। ਇੱਥੇ ਡਾਕਟਰਾਂ ਦੀ ਟੀਮ ਜਿਹੜੀ ਉਹ ਪਹੁੰਚੀ ਹੋਈ ਆ, ਉਹਨਾਂ ਦਾ ਚੈੱਕਅਪ ਕਰਨ ਲਈ ਜਿਹੜੀ ਉੱਥੇ ਆਏ ਹੋਣਗੇ, ਜਿਹੜੇ ਇਕਾਂਤਵਾਸ ਤੇ ਰੱਖੇ ਗਏ ਉਹਨਾਂ ਦੇ ਟੈਸਟ ਲਏ ਗਏ ਹੋਣਗੇ। ਡਾਕਟਰਾਂ ਦੀ ਟੀਮ ਇੱਥੇ ਪਹੁੰਚੀ ਹੋਈ ਆ। ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਉਹਨਾਂ ਨਾਲ। ਤੇ ਹਾਂਜੀ ਵੀਰ ਜੀ, ਇੱਥੇ ਡਾਕਟਰਾਂ ਦੀ ਟੀਮ ਤੋਂ ਵਜੋਂ ਆਏ ਜੀ ਇੱਥੇ? ਹਾਂਜੀ। ਸੀਨੀਅਰ ਕੌਣ ਹੈ ਨਾ ਤੁਹਾਡੇ? ਮੈਂ ਡਾਕਟਰ ਜਗਰੂਪ ਹਾਂ ਜੀ, ਦੱਸੋ। ਹਾਂਜੀ, ਕਿੰਨੇ ਮਰੀਜ਼ ਇੱਥੇ ਰੱਖੇ ਗਏ ਜੀ? ਮੇਰੇ ਕੋਲ ਜਿਹੜੀ ਇੱਥੇ ਟੀਮ ਦੀ ਪੋਸਟਿੰਗ ਹੈ ਨਾ, ਮੈਂ ਤੁਹਾਨੂੰ ਉਹਨਾਂ ਨਾਲ ਗੱਲ ਕਰਕੇ ਦੱਸਦਾ, ਕਿਉਂਕਿ ਮੈਂ ਸੈਂਪਲਿੰਗ ਵਾਸਤੇ ਆਇਆ।
ਸੈਂਪਲਿੰਗ ਕਿੰਨੇ ਟੋਟਲ ਲੈ ਗਏ, ਕੋਈ ਜਾਣਕਾਰੀ ਦੇ ਸਕਦੇ ਹੋ? ਇਸ ਥਾਂ ਤੇ ਨਹੀਂ ਲਏ ਗਏ, ਮਾਤਾ ਸਾਹਿਬ ਕੌਰ ਕਾਲਜ ਚੋਂ ਅਸੀਂ ਲੈ ਲਏ ਹੈਗੇ। ਕਿੰਨੇ ਸੈਂਟਰ ਚਲੇ ਗਏ? 90 69 ਹਾਂ 30 ਇੱਕ ਦਿਨ ਗਏ, 39 ਗਏ ਨੇ। ਰਿਜ਼ਲਟ ਆ ਗਿਆ ਜਾਂ ਪੈਂਡਿੰਗ ਹੈ? ਰਿਜ਼ਲਟ ਵੇਟਿੰਗ ਹੈ ਜੀ ਹਲੇ। ਇੱਥੇ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਦੱਸਣੀ ਚਾਹੂੰਗਾ, ਜਿਹੜੀ ਲੋਕੇਸ਼ਨ ਤੇ ਆਪਾਂ ਖੜੇ ਆ ਇੱਥੇ ਐਸਜੀਪੀਸੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕਾਂਤਵਾਸ ਵਾਸਤੇ ਸਰਾਂ ਦਿੱਤੀ ਗਈ ਆ। ਸਾਹਮਣੇ ਆਪਾਂ ਉੱਪਰ ਵੇਖ ਸਕਦੇ ਆ, ਇਹ ਸਾਰੇ ਭੈਣ ਭਰਾ ਜਿਹੜੇ ਆ ਯਾਤਰੂ ਠਹਿਰੇ ਹੋਏ। ਇਹ ਇਕਾਂਤਵਾਸ ਵਾਸਤੇ, ਜਿਹੜੇ ਯਾਤਰੂ ਨਹੀਂ ਕਹਿ ਸਕਦੇ ਆਪਾਂ ਇਹਨਾਂ ਨੂੰ, ਜਿਨ੍ਹਾਂ ਨੂੰ ਇਕਾਂਤਵਾਸ ਵਾਸਤੇ ਕਿਹਾ ਗਿਆ ਸੀ ਸਰਕਾਰ ਵੱਲੋਂ ਹਦਾਇਤ। ਜਿਵੇਂ ਗੱਲ ਕਰੀਏ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਸ਼ੱਕੀ ਆਧਾਰ ਤੇ ਜਾਂ ਕਿਸੇ ਦੇ ਟੱਚ 'ਚ ਆਏ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਜੀ। ਸਾਰੇ ਇਕਾਂਤਵਾਸ ਵਾਸਤੇ ਤੇ ਆ, ਸਾਹਮਣੇ ਵੀ ਆਪਾਂ ਵੇਖ ਸਕਦੇ ਆ, ਤੇ ਇਧਰਲੇ ਪਾਸੇ ਸਰਾਵਾਂ ਇਕਾਂਤ ਵਾਸਤੇ। ਤੇ ਇੱਥੇ ਸੈਨੀਟਾਈਜ਼ਰ ਜਿਹੜਾ ਹੋ ਰਿਹਾ, ਸਮੇਂ ਦੀ ਲੋੜ ਸੀ ਇਹ ਜਗ੍ਹਾ ਦੇ ਉੱਤੇ। ਜਿਵੇਂ ਕਿ ਗੱਲ ਕਰੀਏ ਕਿ ਇਹ ਹੈਗਾ ਗੁਰੂ ਕੀ ਕਾਂਸ਼ੀ, ਇੱਥੇ ਜਿਹੜਾ ਸਰਾਂ ਹੈਗੀ ਹੈ ਸ਼੍ਰੋਮਣੀ ਕਮੇਟੀ ਦੀ, ਇੱਥੇ ਇਕਾਂਤਵਾਸ ਲਈ ਜਿਹੜੇ ਸ਼ੱਕੀ ਮਰੀਜ਼ ਸਨ, ਜਿਨ੍ਹਾਂ ਦੇ ਕਿਸੇ ਦੇ ਟੱਚ 'ਚ ਆਏ ਹੋਣਗੇ ਜਾਂ ਕਿਸੇ ਬਾਹਰੋਂ ਯਾਤਰਾ ਕਰਕੇ ਆਏ ਹੋਣਗੇ, ਜਿਨ੍ਹਾਂ ਤੇ ਪੂਰਾ ਸ਼ੱਕ ਆ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਸਿਹਤ ਵਿਭਾਗ ਨੂੰ। ਸਿਹਤ ਵਿਭਾਗ ਦੀ ਇੱਥੇ ਗੱਡੀ ਵੀ ਪਹੁੰਚੀ ਹੋਈ ਉਹਨਾਂ ਦਾ ਚੈੱਕਅਪ ਕਰਨ ਲਈ, ਮੈਡਮਾਂ ਵੀ ਪਹੁੰਚੀਆਂ ਹੋਈਆਂ ਨੇ, ਨਰਸਾਂ ਭੈਣਾਂ ਪਹੁੰਚੀਆਂ ਹੋਈਆਂ ਨੇ। ਜਿਵੇਂ ਉਹ ਸ਼ੱਕੀ ਸਨ, ਉਹਨਾਂ ਲਈ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਸ਼੍ਰੋਮਣੀ ਕਮੇਟੀ ਨੇ ਕੀਤਾ ਸੀ। ਕਾਫੀ ਗਿਣਤੀ ਦੇ ਵਿੱਚ ਇੱਥੇ 200 ਕਰੀਬ ਦੱਸੇ ਜਾ ਰਹੇ ਨੇ ਜਿਹੜੇ ਇੱਥੇ ਰੁਕੇ ਹੋਏ ਨੇ। ਉਹਨਾਂ ਦੀ ਜਿਹੜੀ ਗੱਲਬਾਤ ਕੀਤੀ ਡਾਕਟਰਾਂ ਦੇ ਨਾਲ, ਉਹ ਕਹਿੰਦੇ ਉਹਨਾਂ ਦੀ ਜਿਹੜੀ ਸੈਂਪਲਿੰਗ ਅਜੇ ਬਾਕੀ ਆ ਤੇ ਰਿਜ਼ਲਟ ਜਿਹੜੇ ਆਉਣੇ ਉਹ ਬਾਕੀ ਨੇ। ਕੁਝ ਦੇ ਸੈਂਪਲਿੰਗ ਹੋ ਚੁੱਕੇ ਨੇ। ਅਸੀਂ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਨਾਲ ਗੱਲਬਾਤ ਕਰਾਂਗੇ। ਹਾਂਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਮਹਿਸੂਸ ਹੋ ਰਿਹਾ ਜੀ ਅੱਜ? ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਕਿਰਪਾ ਦਾ ਸਦਕਾ ਅੱਜ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਮੁਕਾਮ ਤੇ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉਪਰਾਲਾ ਦਾ ਸਦਕਾ ਅਕਾਲ ਚੈਨਲ ਅਤੇ ਜਗਤ ਸੁਖ ਇੰਡਸਟਰੀ ਵੱਲੋਂ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੈਨੀਟਾਈਜ਼ਰ ਕੀਤਾ ਜਾ ਰਿਹਾ ਹੈ। ਅੱਜ ਅਸੀਂ ਉਸ ਸਥਾਨ ਤੇ ਖੜੇ ਹਾਂ ਜੋ ਸਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਸਮੁੱਚੇ ਪ੍ਰਬੰਧਕਾਂ ਵੱਲੋਂ ਕਿ ਜੋ ਵੀ ਸਾਡੇ ਸੰਸਾਰ ਦੇ ਵਿੱਚ ਕਰੋਨਾ ਬਿਮਾਰੀ ਹੈ, ਉਹਦੇ ਜੋ ਹੈ ਬਾਹਰ ਗਏ ਵੇ, ਪੰਜਾਬ ਤੋਂ ਬਾਹਰ ਹੈ ਜਾਂ ਪੰਜਾਬੀ ਨੇ ਜਿੱਥੇ ਵੀ ਰਹਿ ਰਹੇ ਨੇ, ਉਹਨਾਂ ਨੂੰ ਵਾਪਸ ਪੰਜਾਬ ਵਿੱਚ ਲਿਆਂਦਾ ਗਿਆ। ਇਕਾਂਤਵਾਸ ਦੇ ਲਈ ਜੋ ਜਗ੍ਹਾ ਦਿੱਤੀ ਸੀ, ਇਹ ਉਹ ਸਰਾਂ ਗੀ ਜਿੱਥੇ ਕੋਟਾ ਯੂਨੀਵਰਸਿਟੀ ਦੇ ਅਤੇ ਹੋਰ ਮਜ਼ਦੂਰ ਇਸ ਸਰਾਂ ਦੇ ਵਿੱਚ ਇਕਾਂਤਵਾਸ ਕੀਤੇ ਹੋਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿੱਥੇ ਇਹਨਾਂ ਨੂੰ ਸਵੇਰੇ ਸ਼ਾਮ ਲੰਗਰ, ਦੁਪਹਿਰੇ ਚਾਹ ਤੇ ਜੋ ਬੱਚੇ ਨੇ ਉਹਨਾਂ ਨੂੰ ਦੁੱਧ, ਅਤੇ ਇੱਥੋਂ ਤੱਕ ਕਿ ਜੋ ਵੀ ਇੱਥੇ ਬੱਚਾ ਕੋਈ ਹੈ, ਕਿਸੇ ਨੂੰ ਬਿਮਾਰੀ ਹੈ ਜਾਂ ਕਿਸੇ ਦਾ ਸਿਰ ਦਰਦ ਹੁੰਦਾ ਹੈ, ਕਿਸੇ ਉੱਤੇ ਉਹਨਾਂ ਨੂੰ ਮੈਡੀਕਲ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਡਾਕਟਰ ਸਿਹਤ ਵਿਭਾਗ ਵੱਲੋਂ ਅੱਜ ਜੋ ਸੈਂਪਲ ਲੈਣ ਦੇ ਲਈ ਟੀਮ ਪਹੁੰਚ ਚੁੱਕੀ ਹੈ, ਜਿੱਥੇ ਪ੍ਰਬੰਧ ਅਕਾਲ ਚੈਨਲ ਵੱਲੋਂ ਜਗਤ ਸਿੱਖ ਐਡ ਵੱਲੋਂ ਉਹਨਾਂ ਵੱਲੋਂ ਵੀ ਇੱਥੇ ਜਿਹੜਾ ਸੈਨੀਟਾਈਜ਼ਰ ਕੀਤਾ ਜਾ ਰਿਹਾ, ਬਹੁਤ ਵੱਡਾ ਉਪਰਾਲਾ। ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪਹਿਲਾਂ ਸੈਨੀਟਾਈਜ਼ਰ ਕੀਤਾ ਜਾ ਰਿਹਾ, ਸਰਾਂ ਨੂੰ ਕੀਤਾ ਗਿਆ ਸੀਗਾ, ਤਖ਼ਤ ਸਾਹਿਬ ਵੀ ਕੀਤਾ ਗਿਆ ਸੀਗਾ, ਤੇ ਅੱਜ ਜੋ ਅਕਾਲ ਚੈਨਲ ਵੱਲੋਂ ਜਗਤ ਸੁਖ ਇੰਡਸਟਰੀ ਵੱਲੋਂ ਵੀ ਜੋ ਇਹ ਉਪਰਾਲਾ ਕੀਤਾ ਗਿਆ, ਬਹੁਤ ਸ਼ਲਾਘਾਯੋਗ ਹੈ। ਅਸੀਂ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ, ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ, ਸਮੁੱਚੇ ਪ੍ਰਬੰਧ ਵੱਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਆ ਕੇ ਜੋ ਪੂਰੇ ਨਗਰ ਨੂੰ ਤੇ ਤਖ਼ਤ ਸਾਹਿਬ ਦੇ ਸੰਬੰਧਿਤ ਗੁਰਦੁਆਰਿਆਂ ਨੂੰ ਵੀ ਸੈਨੀਟਾਈਜ਼ਰ ਕੀਤਾ ਗਿਆ ਹੈ। ਵੀਰ ਜੀ, ਜਿਵੇਂ ਇੱਕ ਨਾ ਬਹੁਤ ਵੱਡੇ ਮੈਸੇਜ ਨਿਕਲ ਰਹੇ ਨੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਨਹੀਂ ਜਾਣਾ, ਤੁਹਾਨੂੰ ਕੀ ਲੱਗਦਾ ਇੱਥੇ ਸੰਗਤ ਪਹੁੰਚ ਰਹੀ ਹੈ ਜੋ ਇੱਥੇ ਰੂਟੀਨ ਦੇ ਵਿੱਚ ਆਉਂਦੀ ਸੀ? ਨਹੀਂ, ਜੇ ਸੰਗਤ ਆ ਰਹੀ ਹੈ ਪਰ ਇੰਨੀ ਨਹੀਂ, ਸੰਗਤ ਬਹੁਤ ਘੱਟ ਆ ਰਹੀ ਹੈ। ਸੰਗਤ ਆ ਰਹੀ ਹੈ ਪਰ ਲੋਕਲ ਸੰਗਤ ਜਿਹੜੀ ਹੈ ਉਹ ਕੱਲਾ ਕਰਕੇ ਆ ਰਿਹਾ ਹੈ। ਸੰਗਤ ਦਾ ਜੋ ਜਿਵੇਂ ਪੁਖਤਾ ਪ੍ਰਬੰਧ ਕੀਤੇ ਗਏ, ਪੁਖਤਾ ਪ੍ਰਬੰਧ ਪੂਰੇ ਕੀਤੇ ਗਏ। ਅੰਦਰ ਪ੍ਰਬੰਧਕਾਂ ਵੱਲੋਂ ਜਿੱਥੇ ਚਰਨ ਕੁੰਡ ਦੇ ਕੋਲ ਸੈਨੀਟਾਈਜ਼ਰ ਰੱਖਿਆ ਗਿਆ ਹੈਗਾ, ਤੇ ਰਾਤ ਨੂੰ ਵੀ ਜਦੋਂ ਸੰਗਤ ਆਉਂਦੀ ਹੈ ਜੋ ਉਦੋਂ ਵੀ ਸੈਨੀਟਾਈਜ਼ਰ ਕੀਤਾ ਜਾ ਰਿਹਾ ਹੈ। ਦਿਨ ਦੇ ਵਿੱਚ ਸੇਵਾਦਾਰ ਦੀ ਪੱਕੀ ਡਿਊਟੀ ਲੱਗੀ ਹੋਈ ਹੈ ਚਰਨ ਕੁੰਡ ਕੋਲ। ਅੰਦਰ ਦਰਬਾਰ ਦੇ ਵਿੱਚ ਵੀ ਸੈਨੀਟਾਈਜ਼ਰ ਰੱਖੇ ਗਿਆ। ਜਦੋਂ ਵੀ ਸੰਗਤ ਦਾ ਕੋਈ ਆਉਂਦਾ ਹੈ ਉਹਨੂੰ ਪਹਿਲਾਂ ਸੈਨੀਟਾਈਜ਼ਰ ਕੀਤਾ ਜਾਂਦਾ ਹੈ। ਗੁਰੂ ਪਾਤਸ਼ਾਹ ਦਾ ਸ਼ੁਕਰ ਹੈ ਕਿ ਇਸ ਏਰੀਏ ਦੇ ਵਿੱਚ ਕੋਈ ਮਰੀਜ਼ ਹੈ ਨਹੀਂ, ਜਿਹੜੇ ਇਹ ਵੀ ਉਹ ਸ਼ੱਕੀ ਮਰੀਜ਼ ਨੇ ਜਿਨ੍ਹਾਂ ਦੇ ਟੈਸਟਿੰਗ ਹੋਣੇ ਬਾਕੀ ਹੈ। ਨਹੀਂ, ਅਸੀਂ ਸ਼ੱਕੀ ਨਹੀਂ ਕਹਿ ਸਕਦੇ। ਹਾਂ ਇਹ ਕਹਿ ਸਕਦੇ ਵੀ ਇਹ ਜਿਹੜੇ ਬਾਹਰੋਂ ਆਏ ਆ। ਨਹੀਂ, ਹਾਂ, ਹਜੇ ਕੋਈ ਨਹੀਂ ਆਇਆ। ਗੁਰੂ ਮਹਾਰਾਜ ਦੀ ਕਿਰਪਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਿਰਫ ਇਸ ਏਰੀਏ ਦੇ ਵਿੱਚ ਹਜੇ ਤੱਕ ਕੋਈ ਵੀ ਮਰੀਜ਼ ਨਹੀਂ ਪਾਇਆ ਗਿਆ। ਗੁਰੂ ਦੀ ਕਿਰਪਾ। ਅਸੀਂ ਸਿਰਫ ਇਹ ਆ ਵੀ ਇਹ ਕੋਟਾ ਯੂਨੀਵਰਸਿਟੀ ਤੇ ਹੋਰ ਮਜ਼ਦੂਰ ਜਿਹੜੇ ਬਾਹਰ ਰਹਿੰਦੇ ਸੀ ਇਸ ਏਰੀਏ ਦੇ ਬਠਿੰਡੇ ਜ਼ਿਲ੍ਹੇ ਦੇ ਸਟੇਟਾਂ ਤੋਂ ਜੋ ਕੋਈ ਆਪਦੇ ਕੰਮ ਧੰਦੇ ਲਈ ਨਿਕਲੇ ਸੀ ਉਹ ਵੀ ਇੱਥੇ ਰੱਖੇ ਗਏ। ਹਾਂਜੀ, ਬਾਹਰ ਇਹ ਮਜ਼ਦੂਰੀ ਕਰਨ ਲਈ, ਆਪਣੇ ਕਿੱਤਾ ਕਰਨ ਲਈ ਬਾਹਰ ਗਏ ਸੀ, ਉਹਨਾਂ ਨੂੰ ਪੰਜਾਬ ਦੇ ਵਿੱਚ ਲਾਂਦਾ ਗਿਆ। ਇਸ ਏਰੀਏ ਨਾਲ ਸੰਬੰਧਿਤ ਹੋਣਗੇ ਤਾਂ ਹੀ ਫਿਰ ਇਹ ਏਰੀਆ ਇਹ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਨੇ ਜਿਹੜੇ ਇੱਥੇ ਇਕਾਂਤਵਾਸ ਕੀਤੇ ਗਏ ਨੇ। ਜਿਵੇਂ ਕਿ ਇੱਥੇ ਟੇਬਲ ਵਗੈਰਾ ਲੱਗੇ ਹੋਏ ਨੇ, ਉਹਨਾਂ ਦੇ ਉੱਤੇ ਜਿਵੇਂ ਵਾਟਰ ਕੂਲਰ ਲੱਗੇ ਹੋਏ ਨੇ, ਜਿਹੜੀ ਰਸਤ ਪਾਣੀ ਸ਼੍ਰੋਮਣੀ ਕਮੇਟੀ ਵੱਲੋਂ ਆਉਂਦੀ ਹੈ ਜੀ, ਕੀ ਤੁਸੀਂ ਇੱਥੇ ਰੱਖ ਦਿੰਦੇ ਹੋ ਜਾਂ ਗਾਂਹ ਜਾ ਕੇ ਵਰਤਾਉਂਦੇ ਹੋ? ਇਹ ਜਿਹੜਾ ਸਿਹਤ ਵਿਭਾਗ ਦੀਆਂ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਪ੍ਰਸ਼ਾਦਾ ਪਾਣੀ ਤਿਆਰ ਕਰਾ ਕੇ ਲਿਆ ਕੇ ਮੇਜ਼ ਡੱਠੇ ਨੇ, ਇਹਨਾਂ ਮੇਜ਼ਾਂ ਦੇ ਉੱਤੇ ਅਸੀਂ ਰਖਾ ਦਿੰਦੇ ਹਾਂ। ਇੱਥੋਂ ਫਿਰ ਇਹਨਾਂ ਨੇ ਜਿਹੜਾ ਸਿਹਤ ਵਿਭਾਗ ਹੈ
ਉਹ ਆਪਣੇ ਟੀਮ ਦੇ ਅਨੁਸਾਰ ਜੋ ਇਹਨਾਂ ਨੇ ਟੀਮਾਂ ਸਿਲੈਕਟ ਕੀਤੀਆਂ ਨੇ ਇੱਥੋਂ ਅੱਗੇ ਲਿਜਾ ਕੇ ਪ੍ਰਸ਼ਾਦਾ ਉਹ ਸਪਲਾਈ ਕਰਦੇ ਨੇ। ਪੁਖਤਾ ਪ੍ਰਸ਼ਾਦਾ ਜਿਵੇਂ ਅੱਗੇ ਪਹਿਲਾਂ ਵੀ ਗੱਲ ਕੀਤੀ, ਕੋਈ ਕੰਪਲੇਂਟ ਤਾਂ ਨਹੀਂ ਕਿਸੇ ਵੱਲੋਂ ਆ ਰਹੀ ਜਾਂ ਕੋਈ ਕਈ ਵਾਰ ਕੀ ਹੁੰਦਾ ਅੰਦਰੋਂ ਵੀਡੀਓ ਬਣ ਕੇ ਬਾਹਰ ਚਲੀਆਂ ਜਾਂਦੀਆਂ ਨੇ ਜਾਂ ਕੋਈ ਇਦਾਂ ਦੀ ਗੱਲਬਾਤ ਤਾਂ ਨਹੀਂ ਹੋਈ? ਨਹੀਂ, ਇਦਾਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ, ਪਰ ਫਿਰ ਵੀ ਜੇ ਪ੍ਰਸ਼ਾਸਨ ਸਾਨੂੰ ਜੋ ਟਾਈਮ ਦਿੱਤੇ ਨੇ ਉਸ ਤੋਂ ਬਿਨਾਂ ਵੀ ਜੇ ਯਾਤਰੀ ਕੋਈ ਚਾਹ ਪਾਣੀ ਦੀ ਮੰਗ ਕਰਦੇ ਨੇ ਤੇ ਅਸੀਂ ਉਹ ਵੀ ਇਹਨਾਂ ਤੱਕ ਦੁਆਰਾ ਪਹੁੰਚਦੀ ਕਰ ਦਿੰਦੇ ਆ। ਜੀ ਜਿਵੇਂ ਕਿ ਇੱਥੇ ਇੱਕ ਐਂਬੂਲੈਂਸ ਪਹੁੰਚੀ ਹੋਈ ਆ, ਐਂਬੂਲੈਂਸ ਦੇ ਵਿੱਚ ਮਰੀਜ਼ ਜਿਵੇਂ ਕੋਈ ਸ਼ੱਕੀ ਆ ਜਾਂ ਕੋਈ ਉਹਨਾਂ ਨੂੰ ਲਿਆਂਦਾ ਜਾਂਦਾ ਜਾਂ ਸੈਂਪਲਿੰਗ ਕੀਤਾ ਜਾਂਦਾ, ਉਹਨੂੰ ਵੀ ਸੈਨੀਟਾਈਜ਼ਰ ਕੀਤਾ ਜਾ ਰਿਹਾ। ਸੇਵਾਦਾਰਾਂ ਵੱਲੋਂ ਪੂਰਨ ਤੌਰ ਤੇ ਸੇਵਾ ਨਿਭਾਈ ਜਾ ਰਹੀ ਆ, ਜਿਵੇਂ ਕਿ ਫਰਜ਼ ਬਣਦਾ ਇੱਕ ਇਹਨੂੰ ਸੈਨੀਟਾਈਜ਼ਰ ਕਰਨਾ ਵੀ ਬਹੁਤ ਜ਼ਰੂਰੀ ਸੀਗਾ, ਉਹਨੂੰ ਸੈਨੀਟਾਈਜ਼ਰ ਕੀਤਾ ਜਾ ਰਿਹਾ। ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਪੂਰੀ ਤਨਦੇਹੀ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਪੂਰਨ ਸਹਿਯੋਗ ਜਿਹੜਾ ਉਹ ਇੱਥੋਂ ਦੇ ਲੋਕਾਂ ਦਾ, ਸ਼੍ਰੋਮਣੀ ਕਮੇਟੀ ਦਾ, ਸਾਰਿਆਂ ਦਾ ਸਹਿਯੋਗ ਮਿਲ ਰਿਹਾ। ਜਿਵੇਂ ਜੀ ਸਾਡੇ ਤੇਂਦਰ ਵੀਰ ਜੀ ਜਿਵੇਂ ਉੱਥੇ ਵਿੱਚ ਕੁਝ ਜਾਣ ਪਹਿਚਾਣ ਕਰ ਰਹੇ, ਉਹਨਾਂ ਤੋਂ ਗੱਲਬਾਤ ਪੁੱਛ ਰਹੇ ਨੇ। ਤੇਂਦਰ ਵੀਰ ਜੀ, ਇਹ ਜਿਹੜੀ ਐਂਬੂਲੈਂਸ ਉਹਨਾਂ ਲਈ ਹੈ ਜੀ? ਬਿਲਕੁਲ ਵੀਰ ਜੀ, ਜੇ ਕਿਸੇ ਨੂੰ ਸਿੰਪਟਮ ਲੱਗਦੇ ਹੋਣਗੇ ਇਸ ਜਗ੍ਹਾ ਦੇ ਉੱਤੇ, ਜਿੱਦਾਂ ਕਿਸੇ ਨੂੰ ਸਿੰਪਟਮ ਹੋਣਗੇ ਤੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਜਿਹੜੀ ਆਈ ਹੈਗੀ ਆ ਐਂਬੂਲੈਂਸ। ਤੇ ਵਾਹਿਗੁਰੂ ਕਿਰਪਾ ਕਰੇ, ਅਸੀਂ ਉਸ ਧਰਤੀ ਤੇ ਆ, ਉਸ ਲੋਕੇਸ਼ਨ ਤੇ ਆ। ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਆ ਕਿ ਇਹ ਸਾਰੇ ਵੀਰ ਜਿਹੜੇ ਉੱਪਰ ਭੈਣ ਭਰਾ ਸਾਨੂੰ ਦੇਖ ਰਹੇ ਆ ਸਭ ਤੰਦਰੁਸਤ ਹੋਣ। ਪਰ ਜੇ ਐਮਰਜੈਂਸੀ ਲੋੜ ਪੈਂਦੀ ਆ ਤੇ ਇਸ ਗੱਡੀ ਦੇ ਵਿੱਚ ਨਾਲ ਲੈ ਕੇ ਜਾਣੇ ਆ, ਕਿਉਂਕਿ ਡਾਕਟਰ ਸਾਹਿਬਾਨਾਂ ਦੀ ਟੀਮ ਪਹੁੰਚ ਚੁੱਕੀ ਆ ਤੇ ਜੋ ਸੈਨੀਟਾਈਜ਼ਰ ਕੀਤਾ ਗਿਆ ਬਹੁਤ ਵੱਡਾ ਉਪਰਾਲਾ। ਉਮੀਦ ਕਰਦੇ ਆ ਉਹ ਵੀ ਸਭ ਕੁਝ ਕਰਦੇ ਹੋਣਗੇ, ਪਰ ਸਾਡੀ ਅੱਜ ਟੀਮ ਵੱਲੋਂ ਇਹ ਕੀਤਾ ਜਾ ਰਿਹਾ, ਸਾਨੂੰ ਫਖਰ ਮਹਿਸੂਸ ਹੋ ਰਿਹਾ ਜੀ। ਬਿਲਕੁਲ, ਇਹ ਜੋ ਸੇਵਾਵਾਂ ਅਕਾਲ ਚੈਨਲ ਵੱਲੋਂ ਲਗਾਤਾਰ ਅਕਾਲ ਵੱਲੋਂ ਦਿੱਤੀਆਂ ਜਾਂਦੀਆਂ ਹੈਗੀਆਂ ਵਾ, ਕਿਸੇ ਵੀ ਮੁਸ਼ਕਲ ਘੜੀ ਦੇ ਵਿੱਚ ਜਿੱਥੇ ਅਕਾਲ ਚੈਨਲ ਦੀ ਦਾ ਟੀਮ ਨਾਰਾ ਮਾਰਿਆ ਹੀ ਜਾਂਦਾ ਅਕਸਰ ਹੀ, ਚਾਹੇ ਉਹ ਕਪੂਰਥਲਾ ਏਰੀਆ ਦੇ ਵਿੱਚ ਹੜਮਾਰੀ ਆਈ ਹੋਵੇ, ਉੱਥੇ ਘਰ ਬਣਾ ਕੇ ਦੇਣ ਦੀ ਸੇਵਾਵਾਂ ਹੋਣ, ਜਾਂ ਉੱਥੇ ਕਿਸੇ ਦੇ ਰਾਸ਼ਨ ਪਾਣੀ ਜਾਂ ਰਸਦ ਪਹੁੰਚਾਉਣੀ ਹੋਵੇ, ਜਾਂ ਹੋਰ ਵੀ ਬਾਹਰਲੇ ਸੂਬਿਆਂ ਦੇ ਵਿੱਚ ਜਿੱਥੇ ਵੀ ਸਾਡੀ ਪਹੁੰਚ ਹੁੰਦੀ ਹੈ ਜਾਂ ਸਾਨੂੰ ਮੈਸੇਜ ਜਾਂ ਸੁਨੇਹਾ ਮਿਲਦਾ, ਅਸੀਂ ਉਸ ਏਰੀਏ ਦੇ ਵਿੱਚ ਪਹੁੰਚ ਕਰਦੇ ਹੀ ਆਏ ਹਾਂ। ਇਹ ਅਕਾਲ ਚੈਨਲ ਦੇ ਅਕਾਲ ਏਡ ਵੱਲੋਂ ਬਹੁਤ ਵੱਡੇ ਉਪਰਾਲੇ ਕੀਤੇ ਗਏ ਨੇ। ਜਿਵੇਂ ਕਿ ਸਾਡੇ ਸੇਵਾਦਾਰ ਚਰਨਜੀਤ ਸਿੰਘ ਭਾਜੀ ਵੀ ਅਕਸਰ ਹੀ ਜਿੱਥੇ ਵੀ ਕਿਤੇ ਸੇਵਾ ਦੀ ਲੋੜ ਪੈਂਦੀ ਹੈ ਅਕਸਰ ਹੀ ਪਹੁੰਚਦੇ ਰਹਿੰਦੇ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਅੱਜ ਅੰਮ੍ਰਿਤਸਰ ਤੋਂ ਚੱਲ ਕੇ ਤੁਸੀਂ ਤਖਤ ਦਮਦਮਾ ਸਾਹਿਬ ਪਹੁੰਚੇ ਹੋ, ਕਿੱਦਾਂ ਦਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਜੀ। ਪਹਿਲਾਂ ਉੱਥੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਉੱਥੇ ਆਲਾ ਦੁਆਲਾ ਕਰਨ ਦਾ, ਸੇਵਾ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਅੱਜ ਜਿਹੜਾ ਤਖਤ ਸ੍ਰੀ ਦਮਦਮਾ ਸਾਹਿਬ ਸੇਵਾ ਕਰਨ ਦਾ ਮੌਕਾ ਮਿਲਿਆ, ਬਹੁਤ ਵਧੀਆ ਲੱਗਦਾ, ਕਿਉਂਕਿ ਲੋਕ ਤਾਂ ਜਿਵੇਂ ਘਰਾਂ ਦੇ ਵਿੱਚ ਬੈਠੇ ਨੇ, ਬਾਹਰ ਆ ਨਹੀਂ ਸਕਦੇ, ਕਿਉਂਕਿ ਇਹ ਬਹੁਤ ਵੱਡਾ ਖੌਫ ਹੈ, ਡਰ ਆ ਕਿ ਲੋਕੀ ਬਾਹਰ ਨਹੀਂ ਨਿਕਲ ਰਹੇ, ਕਿਉਂਕਿ ਬਾਹਰ ਨਿਕਲਣਾ ਵੀ ਇੱਕ ਖਤਰਾ ਵਾ, ਕਿਉਂਕਿ ਜੇ ਆਪਾਂ ਘਰਾਂ ਦੇ ਚ ਰਹਾਂਗੇ ਤਾਂ ਹੀ ਬਚਾਅ। ਗੱਲ ਕਰੀਏ ਮੌਤ ਮੁੱਲ ਲੈਣ ਵਾਲੀ ਗੱਲ ਹੀ ਆ ਜੇ ਬਾਹਰ ਨਿਕਲ। ਬਿਲਕੁਲ ਜਿਸ ਤਰ੍ਹਾਂ ਸਰਕਾਰ ਨੇ ਵੀ ਆਪਣੀਆਂ ਹਦਾਇਤਾਂ ਦਿੱਤੀਆਂ ਹੈ ਕਿ ਤੁਸੀਂ ਇੱਕ ਦੂਜੇ ਦੇ ਲਾਗੇ ਘੱਟੋ ਘੱਟ 1 ਜਾਂ 2 ਮੀਟਰ ਦਾ ਫਾਸਲਾ ਬਣਾ ਕੇ ਰੱਖਣਾ ਵਾ। ਲੋਕੀ ਆਪਾਂ ਦੇਖਿਆ ਕਈ ਵਾਰੀ ਜਿੱਥੇ ਵੀ ਹੁਣ ਇੱਥੇ ਦੇਖ ਲਓ, ਕਈ ਆਪਾਂ ਆਪਸ ਵਿੱਚ ਆਪਾਂ ਨਹੀਂ ਕਰ ਸਕਦੇ, ਕਿਉਂਕਿ ਇਹ ਤਾਂ ਬਹੁਤ ਵੱਡੇ ਨੇ ਜਿਹੜੇ ਆਪਾਂ ਫੇਸ ਵੀ ਢੱਕ ਕੇ ਕਰਨਾ ਚਾਹੀਦਾ ਵਾ, ਤੇ ਆਪਣੇ ਗਲਵਸ ਪਾਏ ਹੋਣ, ਆਪਣਾ ਪ੍ਰੋਪਰ ਜਿਹੜਾ ਸਾਰਾ ਸੈਨੀਟਾਈਜ਼ਰ ਆਪਣੇ ਨੂੰ ਖੁਦ ਕਰਨਾ ਚਾਹੀਦਾ, ਫਿਰ ਹੀ ਆਪਾਂ ਅੱਗੇ ਵਧ ਸਕਦੇ। ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ, ਉਹਨਾਂ ਸਾਨੂੰ ਪਾਲਣਾ ਕਰਾਂਗੇ ਤਾਂ ਹੀ ਅਸੀਂ ਸਹੀ ਸਲਾਮਤ ਬਿਲਕੁਲ, ਜੇ ਅਸੀਂ ਖੁਦ ਆਪਣੇ ਤੋਂ ਸ਼ੁਰੂਆਤ ਕਰਾਂਗੇ, ਆਪ ਕਰਾਂਗੇ, ਤੇ ਫਿਰ ਹੀ ਅਸੀਂ ਕਿਸੇ ਨੂੰ ਦੱਸ ਸਕਾਂਗੇ, ਕਿਉਂਕਿ ਅਸੀਂ ਦੇਖੋ ਮੂੰਹ ਵੀ ਢੱਕਿਆ ਵਾ, ਗਲਵਸ ਵੀ ਪਾਇਆ, ਸੈਨੀਟਾਈਜ਼ਰ ਵੀ ਕਰ ਰਹੇ ਹਾਂ, ਆਪ ਵੀ ਹੋ ਰਹੇ ਹਾਂ ਤੇ ਕਰ ਵੀ ਰਹੇ ਹਾਂ। ਜਿਸ ਤਰ੍ਹਾਂ ਦਰਬਾਰ ਸਾਹਿਬ ਦਾ ਕੀਤਾ ਸੀ, ਆਲਾ ਦੁਆਲਾ ਸ਼ਹੀਦਾਂ ਸਾਹਿਬ ਜਾਂ ਦਰਬਾਰ ਸਾਹਿਬ ਤੋਂ ਲੈ ਕੇ ਆਪਾਂ ਤਰਨਤਾਰਨ ਰੋਡ ਕਰ ਲਈਏ, ਸੁਲਤਾਨਵਿੰਡ ਰੋਡ ਕਰ ਲਈਏ, ਆਪਣਾ ਫਤਿਹਗੜ੍ਹ ਚੂੜੀਆਂ ਰੋਡ ਕਰ ਲਈਏ, ਪਿੰਗਲਵਾੜਾ ਸਾਹਿਬ ਕੀਤਾ, ਸਾਰਾ ਸੈਨੀਟਾਈਜ਼ ਕੀਤਾ, ਔਰ ਸਾਨੂੰ ਅੱਜ ਮੌਕਾ ਮਿਲਿਆ। ਅੰਮ੍ਰਿਤਸਰ ਦੇ ਵਿੱਚ ਸੇਵਾਵਾਂ ਨਿਭਾਈਆਂ, 2-3 ਦਿਨ ਦੇ ਕਰੀਬ ਤੁਸੀਂ ਉੱਥੇ ਸੇਵਾ ਕੀਤੀ ਹੈ ਪੂਰੀ ਤਨਦੇਹੀ ਦੇ ਨਾਲ, ਦਿਨ ਪਰ ਰਾਤ ਇੱਕ ਕਰਕੇ ਅਸੀਂ ਤੁਹਾਡੀਆਂ ਸੇਵਾਵਾਂ ਦੇ ਤਾਂ ਨਹੀਂ ਸਕੇ ਮੁਕਤਸਰ ਸਾਹਿਬ ਤੋਂ ਪਹੁੰਚ ਕੇ, ਪਰ ਅਸੀਂ ਤੁਹਾਡੀਆਂ ਸੋਸ਼ਲ ਮੀਡੀਆ ਤੇ ਐਕਟੀਵਿਟੀ ਵੇਖਦੇ ਰਹੇ ਹਾਂ। ਕਿੱਦਾਂ ਦਾ ਹੰਗਾਰਾ ਮਿਲਿਆ ਉਹਨਾਂ ਲੋਕਾਂ ਦਾ? ਤੁਸੀਂ ਅਕਸਰ ਉੱਥੇ ਰਹਿੰਦੇ ਵੀ ਹੋ, ਕਿੱਦਾਂ ਦਾ ਉਹਨਾਂ ਦਾ ਹੰਗਾਰਾ ਜਾਂ ਪਿਆਰ ਮਿਲਦਾ ਰਿਹਾ ਤੁਹਾਨੂੰ? ਸੰਗਤਾਂ ਦਾ ਬਹੁਤ ਵੱਡਾ ਪਿਆਰ ਵੀ ਮਿਲਦਾ, ਸਹਿਯੋਗ ਮਿਲਦਾ ਵਾ। ਉਹ ਤਨੋਂ ਮਨੋਂ, ਤਨ ਤੇ ਮਨ ਤੇ ਧਨ ਦੇ ਨਾਲ ਸੇਵਾ ਕਰਦੀਆਂ ਨੇ। ਹਰ ਪੱਖੋਂ ਆਪਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ। ਜੇ ਆਪਾਂ ਸੇਵਾ ਦੇ ਵਿੱਚ ਜੁਟੇ ਤੇ ਜੇ ਆਪਾਂ ਕਾਫਲਾ ਬਣਦਾ ਜਾਂਦਾ, ਜਿਵੇਂ ਆਪਣਾ ਅਕਾਲ ਚੈਨਲ, ਅਕਾਲ ਏਡ, ਤੁਹਾਡੇ ਵਰਗੇ ਵੀਰ, ਸੁੱਖ ਇੰਡਸਟਰੀ ਜਿਹੜੀ ਆ, ਜਥੇਦਾਰ ਸ੍ਰੀ ਆਪਣਾ ਅਕਾਲ ਤਖਤ ਹਰਪ੍ਰੀਤ ਸਿੰਘ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ। ਪਹਿਲਾਂ ਜਦੋਂ ਅਰਦਾਸ ਕੀਤੀ ਸੀ ਤੇ ਉਹਨਾਂ ਨੇ ਅਕਾਲ ਤਖਤ ਤੋਂ ਅਰਦਾਸ ਕਰਕੇ ਇਸ ਵਿੱਚ ਆਪਣਾ ਯੋਗਦਾਨ ਪਾਇਆ ਸੀ, ਤੇ ਉਹਨਾਂ ਨੇ ਸੇਵਾ ਕਰਨ ਦਾ ਬਹੁਤ ਵੱਡਾ ਸਾਨੂੰ ਉਤਸ਼ਾਹ ਦਿੱਤਾ ਸੀ, ਔਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਤਖਤ ਸ੍ਰੀ ਦਮਦਮਾ ਸਾਹਿਬ ਆਣ ਕੇ ਵੀ ਸੇਵਾ ਕਰੋ। ਅੱਜ ਸਾਨੂੰ ਉਹਨਾਂ ਦੇ ਬਤੌਲ ਦੇ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਜੀ। ਬਿਲਕੁਲ ਜੀ, ਜਿਵੇਂ ਸਾਡੇ ਜਥੇਦਾਰ ਨੇ ਹੁਕਮ ਲਾਇਆ ਹੋਵੇ ਤੇ ਜਿਹੜੇ ਉਹਨਾਂ ਨੂੰ ਅਕਾਲ ਤਖਤ ਦੀ ਮਰਿਆਦਾ ਮੰਨਣ ਵਾਲੇ ਸਿੱਖ ਕਦੀ ਨਾ ਨਹੀਂ ਕਰ ਸਕਦੇ। ਜਿਵੇਂ ਉਹਨਾਂ ਨੇ ਹੁਕਮ ਲਾਇਆ, ਤੁਸੀਂ ਅੰਮ੍ਰਿਤਸਰ ਤੋਂ ਚੱਲ ਕੇ ਆਏ, ਅਸੀਂ ਮੁਕਤਸਰ ਸਾਹਿਬ ਤੋਂ ਚੱਲ ਕੇ ਆਏ, ਹੋਰ ਵੀ ਵੀਰ ਸਾਡੇ ਨਾਲ ਸੇਵਾਵਾਂ ਦੇਣ ਲਈ ਇੱਥੋਂ ਨੇੜੇ ਤੇੜੇ ਪਿੰਡਾਂ ਦੇ ਵੀ ਕੁਝ ਵੀਰ ਸਾਡੇ ਨਾਲ ਪਹੁੰਚੇ ਨੇ। ਅਕਸਰ ਹੀ ਹਾਂ ਦਾ ਨਾਰਾ ਸਿੱਖਾਂ ਨੂੰ ਮਾਰਨਾ ਪੈਂਦਾ ਹੈ ਇਸ ਚੀਜ਼ ਦੇ ਲਈ। ਕਈ ਚੁੱਪ ਕਿਉਂ ਕਰ ਜਾਂਦੇ ਨੇ, ਬੜੇ ਸਿਆਸਤ ਵੀ ਕਰਦੇ ਰਹਿੰਦੇ ਜੀ।
ਬਿਲਕੁਲ ਜੀ, ਬਿਲਕੁਲ ਸਿਆਸਤ ਨਹੀਂ, ਇਸ ਮੌਕੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਜੇ ਆਪਣੇ ਦਿਲ ਦੇ ਵਿੱਚ ਭਾਵਨਾ ਸੇਵਾ ਕਰਦੇ ਤੇ ਆਪਾਂ ਤਾਂ ਹੀ ਸੇਵਾ ਕਰ ਸਕਦੇ ਹਾਂ। ਸਿਆਸਤ ਤੋਂ ਉੱਪਰ ਉੱਠ ਕੇ ਜੇਕਰ ਅੱਜ ਸਾਨੂੰ ਇੱਕ ਹੋਣਾ ਚਾਹੀਦਾ, ਸਿਆਸਤ ਨਹੀਂ ਕਰਨੀ ਹਾਂ, ਚਾਹੀਦੀ। ਬਿਲਕੁਲ ਸਿਆਸਤ ਇਸ ਮੌਕੇ ਤੇ ਕਰਨੀ ਵੀ ਨਹੀਂ ਬਣਦੀ ਤੇ ਨਾ ਹੀ ਕਰਨੀ ਚਾਹੀਦੀ। ਮੈਂ ਕਹਿੰਦਾ ਜੇ ਕਰਦਾ ਕੋਈ ਬਹੁਤ ਘਟੀਆ ਨੀਚੇ ਆ, ਲੀਡਰ ਨੂੰ ਕਵਾਂਗੇ, ਕਿਉਂਕਿ ਇਸ ਮੌਕੇ ਤੇ ਤਾਂ ਸਾਰੇ ਜਿੰਨਾ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਵਾ। ਕਿਸੇ ਨਾ ਕਿਸੇ ਪ੍ਰਕਾਰ ਦੇ ਵਿੱਚ ਪਏ ਧਨ ਦੇ ਨਾਲ ਮਨ ਦੇ ਨਾਲ ਜਾਂ ਆਪਾਂ ਟਾਈਮ ਕੱਢਦੇ ਆਪਣਾ, ਉਹ ਵੀ ਦਸਵੰਧ ਹੀ ਟਾਈਮ ਗਿਣਿਆ ਜਾਂਦਾ ਵਾ। ਤੇ ਇਸੇ ਤਰ੍ਹਾਂ ਕਿਸੇ ਨੂੰ ਸਿਆਸਤ ਨਹੀਂ ਕਰਦੇ ਜੀ, ਸੇਵਾ ਦੇ ਵਿੱਚ ਸਭ ਨੂੰ ਵੱਧ ਯੋਗਦਾਨ ਪਾਉਣਾ ਚਾਹੀਦਾ। ਔਰ ਮੈਂ ਧੰਨਵਾਦ ਕਰਦਾ ਸਾਰੀਆਂ ਸੰਸਥਾਵਾਂ ਦਾ ਜਿਹੜੀਆਂ ਆਪੋ ਆਪਣੇ ਜਿੱਥੇ ਵੀ ਜਿੰਨਾ ਬਣਦਾ ਫਰਜ਼ ਉਹ ਯੋਗਦਾਨ ਪਾ ਰਹੀਆਂ ਜੀ। ਬਹੁਤ ਬਹੁਤ ਧੰਨਵਾਦ ਭਾਜੀ। ਜਿਵੇਂ ਅਸੀਂ ਉਸ ਸਥਾਨ ਤੇ ਖੜੇ ਹੋਏ ਹਾਂ, ਜਿਹੜੇ ਸਥਾਨ ਤੇ ਉਹ ਸ਼ੱਕੀ ਮਰੀਜ਼ ਜਿਹੜੇ ਬਾਹਰਲੀਆਂ ਸਟੇਟਾਂ ਤੋਂ ਆਏ ਸਨ, ਉਹਨਾਂ ਨੂੰ ਰੱਖਿਆ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਸੀ, ਲੰਗਰ ਪਾਣੀ ਤੇ ਆਪਦੀ ਜਿਹੜੀ ਆ ਥਾਂ ਰਿਹਾਇਸ਼ ਦਿੱਤੀ ਗਈ ਸੀ ਕਿ ਇੱਥੇ ਜਗਤ ਸਿੱਖ ਵੱਲੋਂ, ਉੱਥੇ ਖਾਲਸਾ ਏਡ ਵੱਲੋਂ, ਸਭ ਵੱਲੋਂ ਪਹੁੰਚ ਕੇ ਇੱਥੇ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਹੈ, ਸੈਨੀਟਾਈਜ਼ਰ ਕੀਤਾ ਜਾ ਰਿਹਾ। ਦੋਸਤੋ ਇੱਥੇ ਥੋੜੀ ਜਿਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਮਨ ਦੇ ਵਿੱਚ ਖਿਆਲ ਆਵੇਗਾ ਕਿ ਪਹਿਲਾਂ ਅਕਾਲ ਚੈਨਲ ਦੀ ਟੀਮ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮੁੱਚਾ ਗਲਿਆਰਾ, ਗਲੀਆਂ, ਬਾਜ਼ਾਰ, ਜੇ ਮੈਂ ਗੱਲ ਕਰਾਂ ਤੇ ਸੁਲਤਾਨਵਿੰਡ ਰੋਡ, ਅਨੇਕਾਂ ਥਾਵਾਂ ਦੇ ਉੱਪਰ ਪਿੰਗਲਵਾੜਾ ਸਾਰੇ ਕਵਰ ਕੀਤੇ, ਸੈਨੀਟਾਈਜ਼ ਕੀਤਾ। ਅੱਜ ਇੱਥੇ ਆਉਣ ਦਾ ਸਾਡਾ ਬੜਾ ਵੱਡਾ ਕਾਰਨ ਸੀ, ਇੱਕ ਤਾਂ ਸਿੰਘ ਸਾਹਿਬ ਨੇ ਬੜੇ ਪਿਆਰ ਦੇ ਨਾਲ ਸਾਡੀ ਅਕਾਲ ਚੈਨਲ ਦੀ ਟੀਮ ਨੂੰ ਨਿਯੋਤਾ ਦਿੱਤਾ ਸੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ, ਉਹਨਾਂ ਨੇ ਕਿਹਾ ਸੀ ਕਿ ਭਾਈ ਸਾਹਿਬ ਤੁਸੀਂ ਸਾਰੀ ਟੀਮ ਇੱਥੇ ਆਓ ਤੇ ਆਪਾਂ ਤਖਤ ਸਾਹਿਬ ਦੀਆਂ ਸਮੁੱਚੀਆਂ ਇਮਾਰਤਾਂ, ਜਿਤਨੀ ਵੀ ਜਗ੍ਹਾ ਹੈ, ਸਾਰੀ ਸੈਨੀਟਾਈਜ਼ ਕਰਦੇ ਹਾਂ। ਤੇ ਮੈਂ ਥੋੜੀ ਜਿਹੀ ਤੁਹਾਨੂੰ ਇੱਥੇ ਹੋਰ ਵੀ ਜਾਣਕਾਰੀ ਦੇ ਦਿਆਂ। ਇੱਥੇ ਸੈਨੀਟਾਈਜ਼ ਕਰਨ ਦਾ ਮੇਨ ਮਕਸਦ ਹੋਰ ਵੀ ਹੈ। ਕਰੀਬ ਇੱਥੇ 500 ਦੇ ਕਰੀਬ, ਮੈਂ ਫਿਰ ਇੱਕ ਵਾਰੀ ਦੁਬਾਰਾ ਗਿਣਤੀ ਦੇ ਦਿਆਂ, 500 ਦੇ ਕਰੀਬ ਪ੍ਰਾਣੀ ਇੱਥੇ ਰਹਿ ਰਹੇ ਨੇ। ਹੁਣ ਮਨ 'ਚ ਖਿਆਲ ਆਵੇਗਾ ਵੀ ਇੱਥੇ ਕਿਉਂ ਰਹਿ ਰਹੇ ਨੇ, ਕਿਉਂਕਿ ਉਹਨਾਂ ਨੂੰ ਇੱਥੇ ਕੁਆਰੰਟਾਈਨ ਕੀਤਾ ਗਿਆ। ਇੱਥੇ ਨਾਮ ਹੈ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਬਠਿੰਡਾ, ਜਿਹਨੂੰ ਸਾਬੋ ਕੀ ਤਲਵੰਡੀ ਵੀ ਆਪਾਂ ਕਹਿ ਦਿੰਦੇ ਹਾਂ, ਤਲਵੰਡੀ ਸਾਬੋ ਬਠਿੰਡਾ। ਚੇਤੇ ਰੱਖਿਆ ਜੀ, ਇੱਥੇ ਕਰੀਬ 480 ਤੋਂ 500, ਜਿਨ੍ਹਾਂ ਦੇ ਵਿੱਚ ਬੱਚੇ ਵੀ ਨੇ, ਜਿਨ੍ਹਾਂ ਵਿੱਚ ਜਵਾਨ ਵੀ ਨੇ, ਜਿਨ੍ਹਾਂ ਦੇ ਵਿੱਚ ਬੁੱਢੇ ਵੀ ਨੇ। ਉਹਨਾਂ ਦੇ ਲੰਗਰ ਪ੍ਰਸ਼ਾਦੇ ਦੀ ਵਿਵਸਥਾ ਤਖਤ ਸਾਹਿਬ ਤੋਂ ਹੋ ਰਹੀ ਹੈ। ਉਹਨਾਂ ਦੇ ਸਾਰੇ ਜਿਹੜੇ ਪ੍ਰਬੰਧ ਨੇ ਤਖਤ ਸਾਹਿਬ ਤੋਂ ਹੋ ਰਹੇ ਨੇ। ਉਹਨਾਂ ਦੀ ਚੈੱਕਅਪ ਹੋ ਰਹੀ ਹੈ, ਮੈਡੀਸਨ ਦਾ ਸਾਰਾ ਹੋ ਰਿਹਾ ਹੈ। ਤੇ ਇੱਥੇ ਮਨ ਦੇ ਵਿੱਚ ਖਿਆਲ ਆਇਆ ਵੀ ਕਰੀਬ ਜਿੱਥੇ 500 ਪ੍ਰਾਣੀਆਂ ਨੂੰ ਕੁਆਰੰਟਾਈਨ ਕੀਤਾ ਗਿਆ, ਇੱਥੇ ਰਹਿ ਰਹੇ ਨੇ। ਤੇ ਉਹਨਾਂ ਦੇ ਵਾਸਤੇ, ਕਿਉਂਕਿ ਉਹ ਭਾਵਾਂ ਕਿ ਅੰਦਰੋਂ ਬਾਹਰ ਨਹੀਂ ਆ ਸਕਦੇ, ਪਰ ਸਮੁੱਚੀ ਇਮਾਰਤ, ਸਮੁੱਚਾ ਪਾਰਕ, ਸਮੁੱਚੀਆਂ ਜਿਹੜੀਆਂ ਜਾ ਰਹੀਆਂ ਨੇ ਸੜਕਾਂ, ਇਹ ਸਾਰੀਆਂ ਅਸੀਂ ਸੈਨੀਟਾਈਜ਼ ਕਰ ਦਈਏ। ਇਹਨਾਂ ਨੂੰ ਸੈਨੀਟਾਈਜ਼ ਕਰਨ ਦਾ ਮੇਨ ਮਕਸਦ ਇਹ ਹੈ ਵੀ ਕਿਸੇ ਵੀ ਪ੍ਰਾਣੀ ਨੂੰ ਕੋਈ ਦਿੱਕਤ ਨਾ ਆਵੇ। ਦੋਸਤੋ ਮੈਂ ਫਿਰ ਬੇਨਤੀ ਇੱਕ ਵਾਰੀ ਕਰਦੇ ਹਾਂ, ਪਿਛਲੇ ਦਿਨਾਂ ਦੇ ਅੰਦਰ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਸਿੱਖਾਂ ਨੂੰ ਬਦਨਾਮ ਕਰਨ ਦਾ ਬੜਾ ਵਧੀਆ ਤਰੀਕਾ ਲੱਭ ਜਾਂਦਾ ਹੈ। ਅਨੇਕ ਤਰੀਕੇ ਨਾਲ ਗੱਲ ਕਹਿ ਦਿੱਤੀ ਜਾਂਦੀ ਹੈ। ਹੋਲੇ ਮਹੱਲੇ ਤੋਂ ਸੰਗਤ ਆਈ ਸੀ, ਸਰਕਾਰਾਂ ਨੂੰ ਆਪਣੀਆਂ ਨਲਾਇਕੀਆਂ ਲੁਕਾਉਣ ਵਾਸਤੇ ਕਿੰਨਾ ਵਧੀਆ ਮੁੱਦਾ ਮਿਲ ਜਾਂਦਾ ਹੈ। ਕਦੀ ਕਹਿੰਦੇ ਸੰਗਤ ਹਜੂਰ ਸਾਹਿਬ ਤੋਂ ਆਈ ਸੀ। ਮੈਂ ਕਈ ਵਾਰੀ ਕਹਿਣਾ ਖੁੰਨਾ ਵੀ ਜੇ ਸੰਗਤ ਹਜੂਰ ਸਾਹਿਬ ਤੋਂ ਆਈ ਸੀ, ਹਜੂਰ ਸਾਹਿਬ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਬਾਰਡਰ ਟੱਪਦਿਆਂ ਸਾਰ ਕਿਹੜੀ ਐਸੀ ਪ੍ਰੋਬਲਮ ਆ ਗਈ ਵੀ ਇੱਕਦਮ ਕਹਿ ਦਿੱਤਾ ਵੀ ਸੰਗਤ ਹਜੂਰ ਸਾਹਿਬ ਤੋਂ ਆਈ ਸੀ। ਹੁਣ ਇਹ ਜਿਹੜੀ ਸੰਗਤ ਹੈ ਥਾਂ ਥਾਂ ਤੋਂ ਆਈ ਹੋਈ ਹੈ, ਕੋਈ ਰਾਜਸਥਾਨ ਤੋਂ ਆਇਆ ਹੋਇਆ, ਕੋਈ ਹਜੂਰ ਸਾਹਿਬ ਤੋਂ ਆਇਆ ਹੋਇਆ, ਕੋਈ ਹੋਰ ਕਿਸੇ ਥਾਂ ਤੋਂ ਆਇਆ, ਉਹ ਸਾਰੇ ਇੱਥੇ ਕੁਆਰੰਟਾਈਨ ਕੀਤੇ ਗਏ ਨੇ ਤਾਂ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ, ਕੋਈ ਪ੍ਰੋਬਲਮ ਕਿਸੇ ਨੂੰ ਨਾ ਆਵੇ, ਕਿਸੇ ਨੂੰ ਕੋਈ ਇਨਫੈਕਸ਼ਨ ਨਾ ਹੋਵੇ। ਤੇ ਅਰਦਾਸ ਵੀ ਕਰਦਾ ਮੈਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣ। ਇਸ ਕਰਕੇ ਅੱਜ ਅਕਾਲ ਚੈਨਲ ਦੀ ਸਮੁੱਚੀ ਟੀਮ ਅਤੇ ਸਾਡੇ ਬੜੇ ਹੀ ਪਿਆਰੇ ਵੀਰ ਜਗਤ ਸੁਖ ਇੰਡਸਟਰੀ ਦੇ ਸਾਰੇ ਨੁਮਾਇੰਦੇ ਇੱਥੇ ਪਹੁੰਚੇ ਨੇ ਤੇ ਮੈਂ ਸਭਨਾਂ ਦਾ, ਸੰਗਤਾਂ ਦਾ, ਦੇਸ਼ਾਂ ਤੇ ਵਿਦੇਸ਼ਾਂ ਦਾ ਧੰਨਵਾਦੀ ਹਾਂ। ਤੁਸੀਂ ਸਾਨੂੰ ਬੜਾ ਪਿਆਰ ਕਰਦੇ ਹੋ, ਬੜਾ ਸਹਿਯੋਗ ਕਰਦੇ ਹੋ। ਤੁਹਾਡਾ ਪਿਆਰ ਤੇ ਸਹਿਯੋਗ ਸਾਨੂੰ ਥੱਕਣ ਤੇ ਅੱਕਣ ਨਹੀਂ ਦਿੰਦਾ, ਇਸ ਕਰਕੇ ਅਸੀਂ ਦੌੜੇ ਚੱਲੇ ਆਉਂਦੇ ਹਾਂ। ਤੇ ਅੱਜ ਫੇਰ ਜਦੋਂ ਸਵੇਰੇ ਸਾਡੀ ਟੀਮ ਅੰਮ੍ਰਿਤਸਰ ਤੋਂ ਚੱਲੀ ਹੈ, ਮਖੂ ਤੋਂ ਚੱਲੀ ਹੈ, ਲੁਧਿਆਣੇ ਤੋਂ ਚੱਲੀ ਹੈ, ਜਦੋਂ ਅਸੀਂ ਇੱਥੇ ਆਪਣੀਆਂ ਸਿੰਘ ਸਾਹਿਬ ਨੇ ਬੜੇ ਪਿਆਰ ਦੇ ਨਾਲ ਸਾਨੂੰ ਜੀਓ ਆਇਆ ਆਖਿਆ, ਗਲਬਕੜੀ ਦੇ ਵਿੱਚ ਲਿਆ ਤੇ ਅਸੀਂ ਬੜੇ ਪਿਆਰ ਦੀ ਗਲਬਕੜੀ, ਮੈਂ ਫਿਰ ਬੇਨਤੀ ਕਰਦੇ ਹਾਂ ਇਹਨੂੰ ਇਕੱਲੇ ਫਿਜ਼ੀਕਲ ਦੀ ਨਹੀਂ ਲੈਣਾ, ਪਿਆਰ ਦੀ ਗਲਬਕੜੀ ਦੇ ਵਿੱਚ ਲਿਆ, ਲੰਗਰ ਪ੍ਰਸ਼ਾਦਾ ਛਕਿਆ ਤੇ ਉਸ ਤੋਂ ਬਾਅਦ ਅਸੀਂ ਸਵੇਰ ਦੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਪਏ ਹਾਂ। ਇੱਥੇ ਕਰੀਬ ਸਾਰਾ ਦਿਨ ਅਸੀਂ ਸੇਵਾਵਾਂ ਪ੍ਰਦਾਨ ਕਰਾਂਗੇ। ਕੱਲ ਸਾਡੀ ਟੀਮ ਨੇ ਹੋਰਨਾਂ ਪਾਸਿਆਂ ਤੇ ਜਾਣਾ। ਪਰ ਦੋਸਤੋ ਮੈਂ ਤੁਹਾਨੂੰ ਦੱਸ ਦਿਆਂ, ਪੰਜਾਬ ਦੇ ਅੰਦਰ ਕਰੀਬ 3 ਤਖਤ ਸਾਹਿਬ ਨੇ। ਜੇ ਗੱਲ ਕਰਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਦਿੱਤੀਆਂ ਨੇ। ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਅੱਜ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਪਏ ਹਾਂ। ਆਉਣ ਵਾਲੇ ਦਿਨਾਂ ਦੇ ਅੰਦਰ ਦੀ ਜੇ ਮੈਂ ਗੱਲ ਕਰਾਂ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਸੀਂ ਚਾਲੇ ਪਾਉਣੇ ਨੇ। ਭਾਵੇਂ ਕਿ ਸਾਨੂੰ ਅਨੇਕਾਂ ਇਤਿਹਾਸਿਕ ਗੁਰਦੁਆਰਿਆਂ ਦੇ ਮੈਨੇਜਰ ਸਾਹਿਬ ਦਾ, STPC ਮੈਂਬਰਸ ਦਾ, ਇੱਥੋਂ ਤੱਕ ਵੀ ਅਨੇਕਾਂ ਦੀ ਕਾਲ ਆ ਰਹੀ ਹੈ ਕਿ ਭਾਈ ਸਾਹਿਬ, ਮੈਂ ਕਿਹਾ ਜੀ, ਕਹਿੰਦੇ ਕਿ ਸਮੁੱਚੀ ਅਕਾਲ ਚੈਨਲ ਦੀ ਟੀਮ ਨੂੰ ਬੇਨਤੀ ਕਰੋ ਸਾਡੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਵੀ ਪਹੁੰਚਣ। ਮੈਂ ਫਿਰ ਬੇਨਤੀ ਕਰਦੇ ਹਾਂ, ਬੜਾ ਯਤਨ ਕਰਾਂਗੇ, ਕੋਸ਼ਿਸ਼ ਕਰਾਂਗੇ ਵੀ ਥਾਂ ਥਾਂ ਤੇ ਜਿੱਥੇ ਸਾਡੇ ਕੋਲ ਪਹੁੰਚਿਆ ਜਾਂਦਾ ਅਸੀਂ ਪਹੁੰਚੀਏ, ਜ਼ਰੂਰ ਪਹੁੰਚੀਏ, ਕਿਉਂਕਿ ਇੱਕ ਵਕਤ ਦੀ ਸੇਵਾ ਹੈ।
ਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਦਿਨਾਂ ਵਿੱਚ ਇਸ ਤੋਂ ਵੱਡੀ ਕੀ ਸੇਵਾ ਹੋ ਸਕਦੀ ਹੈ। ਧੰਨਵਾਦੀ ਹਾਂ ਜਿਹੜੇ ਵੀਰ ਰਾਸ਼ਨ ਵੰਡਦੇ ਨੇ, ਧੰਨਵਾਦੀ ਹਾਂ ਜਿਹੜੇ ਲੋੜਵੰਦਾਂ ਨੂੰ ਸਾਂਭਦੇ ਨੇ, ਧੰਨਵਾਦੀ ਹਾਂ ਸਭਨਾਂ ਦਾ। ਪਰ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਵਿੱਚ ਵਕਤ ਦੇ ਹਿਸਾਬ ਦੀ ਇਹ ਸੇਵਾ ਕਰਨਾ ਸਾਡਾ ਇਖਲਾਕੀ ਫਰਜ਼ ਬਣਦਾ ਸੀ। ਗਲੀਆਂ, ਸੜਕਾਂ, ਬਾਜ਼ਾਰ, ਗੁਰਦੁਆਰੇ, ਖਾਸ ਕਰਕੇ ਸਰਾਵਾਂ ਵੱਲ ਸਾਡਾ ਧਿਆਨ ਤਾਂ ਗਿਆ ਕਿਉਂਕਿ ਜਿੱਥੇ ਦੋਸਤੋ ਮੈਂ ਤੁਹਾਨੂੰ ਲੈ ਕੇ ਆਇਆ ਨਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਅੰਦਰ, ਕਰੀਬ ਇੱਥੇ ਮੇਰੇ ਖਿਆਲ ਦੇ ਵਿੱਚ 250 ਪ੍ਰਾਣੀ ਬੀਬੀਆਂ ਭੈਣਾਂ ਕੁੱਲ ਮਿਲਾ ਕੇ ਕਰੀਬ 250 ਦੇ ਕਰੀਬ ਬਣਦੇ ਨੇ ਜਿਨ੍ਹਾਂ ਨੂੰ ਇੱਥੇ ਕੁਆਰੰਟਾਈਨ ਕੀਤਾ ਗਿਆ। ਉਹ ਸਾਰੇ ਅੰਦਰ ਨੇ ਤੇ ਇਸ ਕਰਕੇ ਇਸ ਇਮਾਰਤ ਨੂੰ ਵਿਸ਼ੇਸ਼ ਤੌਰ ਦੇ ਉੱਪਰ ਅਸੀਂ ਸਾਫ਼ ਸੰਭਾਲ ਦਾ ਖਿਆਲ ਰੱਖਦੇ ਪਏ ਹਾਂ ਵੀ ਕਿਸੇ ਨੂੰ ਪ੍ਰੋਬਲਮ ਆਵੇ ਨਾ, ਜੇ ਆਵੇ ਤੇ ਪ੍ਰੋਬਲਮ ਅੱਗੇ ਵਧੇ ਨਾ। ਅਸੀਂ ਆਪਣੀਆਂ ਸੇਵਾਵਾਂ ਨੂੰ ਤਤਪਰ ਲੱਗੇ ਹੋਏ ਹਾਂ। ਸਾਡੀ ਟੀਮ ਦੇ ਵਿੱਚ ਮੇਰੇ ਬੜੇ ਸਤਿਕਾਰਯੋਗ ਵੀਰ ਤੇਜਿੰਦਰ ਸਿੰਘ ਜੀ ਰੰਧਾਵਾ ਮੇਰੇ ਨਾਲ ਨੇ, ਇਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਤੇਜਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮਖੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਜਿੰਦਰ ਜੀ, ਜੇ ਆਪਾਂ ਗੱਲ ਕਰੀਏ, ਪਹਿਲਾਂ ਆਪਾਂ ਜਦੋਂ ਅੰਮ੍ਰਿਤਸਰ ਸਾਹਿਬ ਗਏ ਸਾਂ ਬੜਾ ਆਨੰਦ ਆਇਆ। ਭਾਵੇਂ ਕਿ ਦੋਸਤੋ ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਦੇ ਹਾਂ, ਇਹਦੇ ਵਿੱਚ ਜਿਹੜਾ ਦਵਾਈ ਪੈਂਦੀ ਹੈ, ਮੈਡੀਸਨ ਜਿਹੜੀ ਪੈਂਦੀ ਹੈ, ਉਹ ਅੰਦਰਲੀ ਤੇ ਬਾਹਰਲੀ ਵੱਖੋ ਵੱਖਰੀ ਹੁੰਦੀ ਹੈ। ਜਿਹੜੀ ਬਾਹਰਲੀ ਹੁੰਦੀ ਥੋੜੀ ਸਟਰੋਂਗ ਹੁੰਦੀ ਹੈ, ਜਿਹੜੀ ਅੰਦਰਲੀ ਹੁੰਦੀ ਹੈ ਉਹ ਕਿਸੇ ਕੱਪੜੇ ਤੇ ਕਿਸੇ ਚੀਜ਼ ਤੇ ਨੁਕਸਾਨ ਨਹੀਂ ਕਰਦੀ। ਬਾਹਰਲੀ ਦਵਾਈ ਥੋੜਾ ਜਿਹਾ ਕੱਪੜਿਆਂ ਦੇ ਉੱਪਰ ਵੀ ਆਪਣਾ ਅਸਰ ਪਾਉਂਦੀ ਹੈ। ਵੀਰ ਜੀ, ਤੋਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਉੱਥੇ ਸੇਵਾਵਾਂ ਪ੍ਰਦਾਨ ਕੀਤੀਆਂ ਨੇ, ਪਿੰਗਲਵਾੜਾ ਤੇ ਆਪਾਂ ਦਰਬਾਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਗਲੀਆਂ ਸਾਰੇ ਕਵਰ ਕੀਤੇ ਹੈ। ਬਿਲਕੁਲ ਮਖੂ ਜੀ, ਪਹਿਲਾਂ ਤੇ ਜੋ ਜ਼ਿੰਮੇਵਾਰੀਆਂ ਲਾਈਆਂ ਹੈਗੀਆਂ ਚ ਤੁਹਾਡਾ ਬਰਾਬਰ ਦਾ ਯੋਗਦਾਨ ਆ। ਜੇ ਮੈਂ ਜਗਤ ਸੁਖ ਇੰਡਸਟਰੀ ਦੀ ਗੱਲ ਕਰਾਂ, ਵੀਰ ਜਿੰਨੇ ਵੀ ਸੇਵਾਵਾਂ ਨਾਲ ਕਰਾਉਂਡ ਹੈਗੇ, ਆਪਣੀ ਅਕਾਲ ਚੈਨਲ ਦੀ ਟੀਮ ਪੂਰੀ ਤਤਪਰ ਹੈਗੀ ਆ। ਆਪਾਂ ਹੁਣੇ ਤੁਸੀਂ ਗੱਲ ਕੀਤੀ ਕਿ ਪਹਿਲਾਂ ਆਪਾਂ ਅਕਾਲ ਤਖਤ ਸਾਹਿਬ ਤੋਂ ਸੇਵਾਵਾਂ ਕੀਤੀਆਂ ਜੀ, ਅੱਜ ਤੱਕ ਅਸੀਂ ਦਮਦਮਾ ਸਾਹਿਬ ਪਹੁੰਚੇ ਆ। ਗੁਰੂ ਸਾਹਿਬ ਕਿਰਪਾ ਕਰਨ, ਐਸਜੀਪੀਸੀ ਵੱਲੋਂ ਆਪਾਂ ਮਨਜ਼ੂਰੀ ਲੈਂਦੇ ਆ, ਉੱਥੋਂ ਦੇ ਮਤਲਬ ਕਿ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਂਦੇ ਆ, ਉਹ ਤੋਂ ਬਾਅਦ ਸੇਵਾਵਾਂ ਆਰੰਭ ਕਰਦੇ ਆ। ਜਿਵੇਂ ਕਿ ਅੱਜ ਦੀ ਸੇਵਾ ਵੀ ਪ੍ਰਸ਼ਾਸਨ ਵੱਲੋਂ ਵੀ, ਪ੍ਰਸ਼ਾਸਨ ਤੋਂ ਜਦੋਂ ਤੁਹਾਨੂੰ ਮਨਜ਼ੂਰੀਆਂ ਮਿਲਦੀਆਂ ਨੇ, ਕੋਈ ਦਿੱਕਤ ਕੋਈ ਪ੍ਰੋਬਲਮ ਆ ਰਹੀ ਹੈ ਕਿ ਪ੍ਰਸ਼ਾਸਨ ਤੁਹਾਡਾ ਸਹਿਯੋਗ ਕਰ ਰਿਹਾ, ਉਹਨਾਂ ਨੂੰ ਪਤਾ ਵੀ ਇਹ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਹੋਏ ਨੇ? ਬਿਲਕੁਲ ਮਖੂ ਜੀ, ਉਦੋਂ ਲਗਾਤਾਰ ਜਿਹੜੀਆਂ ਸੇਵਾਵਾਂ ਕੀਤੀਆਂ ਸੀ ਆਪਾਂ ਅੰਮ੍ਰਿਤਸਰ 2 ਦਿਨ ਦੇ ਵਿੱਚ, ਉਦੋਂ ਦਾ ਪ੍ਰਸ਼ਾਸਨ ਬਹੁਤ ਨਾਲ ਵਧੀਆ ਆਪਣੇ ਨਾਲ ਪੇਸ਼ ਆ ਰਿਹਾ ਵਾ। ਤੇ ਜੇ ਗੱਲ ਕਰੀਏ ਇੱਥੋਂ ਦੇ ਪ੍ਰਸ਼ਾਸਨ ਦੀ, ਤੇ ਸਿੰਘ ਸਾਹਿਬ ਨੇ ਆਪ ਅੱਗੇ ਹੋ ਕੇ ਇੱਕ ਲੈਟਰ ਕਢਵਾਈ ਜਿਹਦੇ ਵਿੱਚ ਉਹਨਾਂ ਨੇ ਮੈਨੇਜਰ ਸਾਹਿਬ ਨੂੰ ਲਿਖਵਾ ਕੇ, ਇੱਥੋਂ ਦੇ ਡੀਸੀ ਸਾਹਿਬ ਤੋਂ ਲਿਖਵਾ ਕੇ, ਤੇ ਅੰਮ੍ਰਿਤਸਰ ਸਪੈਸ਼ਲ ਤੌਰ ਤੇ ਫੋਨ ਕੀਤਾ ਗਿਆ ਤੇ ਲੁਧਿਆਣੇ ਤੋਂ ਜਦੋਂ ਤੁਹਾਨੂੰ ਬੁਲਾਇਆ ਗਿਆ ਸੀ, ਸਪੈਸ਼ਲ ਸਾਰੀਆਂ ਲੈਟਰਾਂ ਕਢਵਾਈਆਂ ਗਈਆਂ ਸੀ। ਬੜਾ ਸਹਿਯੋਗ ਦੇ ਰਿਹਾ ਪ੍ਰਸ਼ਾਸਨ ਸਾਨੂੰ, ਉਹ ਵੇਖ ਰਹੇ ਆ ਕਿ ਤੁਸੀਂ ਕਿਹੋ ਜਿਹੇ ਕਾਰਜ ਕਰ ਰਹੇ ਆ। ਬਿਲਕੁਲ ਜੀ, ਬੜੀਆਂ ਸੁੰਦਰ ਗੱਲਾਂ ਦੋਸਤੋ ਮੈਂ ਤੁਹਾਨੂੰ ਦੱਸਦੇ ਹਾਂ, ਆਪਣੇ ਵੀਰ ਤੇਜਿੰਦਰ ਸਿੰਘ ਜੀ ਨੇ ਦੱਸੀਆਂ ਨੇ। ਪ੍ਰਸ਼ਾਸਨ ਵੀ ਉਦੋਂ ਸਾਥ ਦਿੰਦਾ, ਪ੍ਰਸ਼ਾਸਨ ਨੂੰ ਸਾਰਾ ਪਤਾ ਹੁੰਦਾ ਕੌਣ ਵਰਕ ਕਰ ਰਹੇ ਨੇ, ਕੌਣ ਤਸਵੀਰਾਂ ਕਰਵਾ ਰਹੇ ਨੇ, ਕੌਣ ਅਖਬਾਰਾਂ ਦੇ ਵਿੱਚ ਲਾ ਰਹੇ ਨੇ। ਪ੍ਰਸ਼ਾਸਨ ਨੇ ਪਿਛਲੇ ਸਮੇਂ ਦੇ ਵਿੱਚ ਸਾਡੀਆਂ ਕਾਰਗੁਜ਼ਾਰੀਆਂ ਦੇਖਦੇ ਹੋਏ ਸਾਨੂੰ ਪਰਮਿਸ਼ਨ ਦੇਣ ਤੋਂ ਕਿਤੇ ਵੀ ਇਨਕਾਰੀ ਨਹੀਂ ਹੋਏ। ਅਸੀਂ ਰਾਤ ਪਰਮਿਸ਼ਨ ਲੈ ਕੇ ਸਵੇਰੇ ਇੱਥੇ ਆਪਣੇ ਆ, ਕਿਉਂਕਿ ਇਹ ਕਾਰਜ ਜਿਹੜੇ ਨੇ ਸਿਹਤ ਨਾਲ ਜੁੜੇ ਹੋਏ ਨੇ। ਇੱਥੇ ਪ੍ਰਸ਼ਾਸਨ ਕਦੀ ਵੀ ਛੇਤੀ ਕਿਤੇ ਰੋਕ ਨਹੀਂ ਲਾਉਂਦਾ। ਹਾਂ, ਕੋਈ ਵਿੱਚ ਹੁੱਲੜਬਾਜ਼ ਨਾ ਹੋਵੇ ਜਾਂ ਸਿਰਫ ਵਿਖਾਵੇ ਦਾ ਕੰਮ ਨਾ ਹੋਵੇ। ਜਦੋਂ ਸੇਵਾ ਦੀ ਭਾਵਨਾ ਹੋਵੇ ਤੇ ਮੇਰੇ ਖਿਆਲ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਬਣਦੀ। ਵੈਸੇ ਵੀ ਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਦਾ ਬਚਨ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਖਾਨ। ਜਦੋਂ ਸੱਚ ਦੇ ਰਾਹ ਤੇ ਪਾਂਦੀ ਬਣ ਜਾਂਦੇ ਆ ਤੇ ਦੁਨੀਆ ਵੀ ਉਸਤਤ ਕਰਦੀ ਆ। ਖੈਰ, ਸਾਨੂੰ ਉਸਤਤ ਦੀ ਲੋੜ ਨਹੀਂ। ਸਾਡਾ ਸਭ ਤੋਂ ਵੱਡਾ ਸਨਮਾਨ ਇਹੀ ਹੈ ਜਦੋਂ ਤੁਸੀਂ ਸਾਨੂੰ ਨਿਵਾਜਦੇ ਹੋ ਤੇ ਇੱਕ ਪ੍ਰਾਊਡ ਫੀਲ ਕਰਦੇ ਹੋ ਵੀ ਬੜੇ ਪਿਆਰ ਨਾਲ ਤੁਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹੋ। ਅਸੀਂ ਤੁਹਾਡੇ ਨਾਲ ਆ। ਜਦੋਂ ਸੰਗਤ ਇਹਨਾਂ ਕਹਿ ਦਿੰਦੀ ਅਸੀਂ ਤੁਹਾਡੇ ਨਾਲ ਆ, ਤੇ ਕਿਤੇ ਨਾ ਕਿਤੇ ਸਾਨੂੰ ਸਕੂਨ ਮਿਲਦਾ ਹੈ। ਦੋਸਤੋ, ਤੁਸੀਂ ਵੇਖ ਰਹੇ ਹੋ ਇਹ ਸਾਰੇ ਅੰਦਰ ਨੇ। ਕਰੀਬ 250 ਪ੍ਰਾਣੀ ਇਸ ਇਮਾਰਤ ਦੇ ਅੰਦਰ ਕੁਆਰੰਟਾਈਨ ਕੀਤਾ ਗਿਆ ਹੈ। 250 ਦੇ ਕਰੀਬ, ਜਿਨ੍ਹਾਂ ਦੇ ਵਿੱਚ ਛੋਟੇ ਬੱਚੇ ਵੀ ਨੇ, ਬੀਬੀਆਂ ਵੀ ਨੇ, ਬਜ਼ੁਰਗ ਵੀ ਨੇ। ਪਰ ਮੈਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਦਾ ਵਾਂ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਹੋਣ। ਵੈਸੇ ਉਹਨਾਂ ਦੇ ਟੈਸਟ ਹੋ ਰਹੇ ਨੇ, ਫਿਲਹਾਲ ਇੱਕ ਵੀ ਕਰੋਨਾ ਪੋਜ਼ਿਟਿਵ ਉਹਨਾਂ ਦੇ ਵਿੱਚੋਂ ਨਹੀਂ ਆਇਆ। ਤੇ ਮੈਂ ਆਸ ਕਰਦਾ ਵਾਂ ਕੋਈ ਵੀ ਕਰੋਨਾ ਪੋਜ਼ਿਟਿਵ ਨਾ ਆਵੇ। ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਹ ਮੇਰੀ ਦਿਲੋਂ ਅਰਦਾਸ ਹੈ। ਪਰ ਮੈਂ ਫਿਰ ਵੀ ਬੇਨਤੀ ਕਰਦਾ ਵਾਂ, ਭਾਵੇਂ ਇੱਥੇ ਕੋਈ ਕਰੋਨਾ ਪੋਜ਼ਿਟਿਵ ਨਹੀਂ ਹੈ, ਪਰ ਫਿਰ ਵੀ ਅਸੀਂ ਦਿਨ ਰਾਤ ਲੱਗੇ ਹੋਏ ਹਾਂ। ਕਈ ਸੱਜਣ ਕਹਿ ਦਿੰਦੇ ਵੀ ਇੱਥੇ ਕੋਈ ਕਰੋਨਾ ਪੋਜ਼ਿਟਿਵ ਤੇ ਹੈ ਨਹੀਂ, ਤੇ ਤੁਸੀਂ ਲਗਾਤਾਰ ਆਪਣੀਆਂ ਸੇਵਾਵਾਂ ਕਿਉਂ ਪ੍ਰਦਾਨ ਕਰਦੇ ਹੋ? ਦੋਸਤੋ, ਜ਼ਰੂਰੀ ਨਹੀਂ ਹੁੰਦਾ ਕਿ ਪੋਲੀਓ ਹੋਵੇਗਾ ਤੇ ਪੋਲੀਓ ਬੂੰਦਾਂ ਪਿਲਾਵਾਂਗੇ। ਸਰਕਾਰਾਂ ਪੋਲੀਓ ਬੂੰਦਾਂ ਪਹਿਲਾਂ ਹੀ ਪਿਲਾ ਦਿੰਦੀਆਂ ਨੇ ਵੀ ਕਿਸੇ ਨੂੰ ਕਿਸੇ ਪ੍ਰਕਾਰ ਪੋਲੀਓ ਦੀ ਪ੍ਰੋਬਲਮ ਨਾ ਹੋਵੇ। ਸੋ ਇਹ ਪ੍ਰਬੰਧ ਪਹਿਲਾਂ ਚਾਹੀਦੇ ਨੇ। ਗੁਰਬਾਣੀ ਦਾ ਪਾਵਨ ਬਚਨ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਜੇ ਆਉਣ ਵਾਲੀ ਕਿਸੇ ਵੀ ਚੀਜ਼ ਦਾ ਮੁਕਾਬਲੇ ਦੀ ਤਿਆਰੀ ਪਹਿਲਾਂ ਕੀਤੀ ਹੋਵੇ ਤੇ ਫਿਰ ਦਿੱਕਤਾਂ ਨਹੀਂ ਆਉਂਦੀਆਂ। ਸੋ ਉਸ ਕਰਕੇ ਅਸੀਂ ਸਾਰੀਆਂ ਤਿਆਰੀਆਂ ਪਹਿਲਾਂ ਕਰ ਚੁੱਕੇ ਹਾਂ ਔਰ ਲਗਾਤਾਰ ਲੱਗੇ ਹੋਏ ਹਾਂ। ਜਿੱਥੇ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ, ਉੱਥੇ ਫਿਲਹਾਲ ਦੀ ਘੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਸਾਨੂੰ ਆਪਣਾ ਸਹਿਯੋਗ ਦੇ ਰਹੇ ਨੇ। ਤੇ ਇਹਨਾਂ ਸਾਰਿਆਂ ਦੇ ਸਹਿਯੋਗ ਲੈ ਕੇ ਅਸੀਂ ਦਿਨ ਰਾਤ ਆਪਣੇ ਕਾਰਜਾਂ ਵਿੱਚ ਲੱਗੇ ਹੋਏ ਹਾਂ। ਪਹਿਲਾਂ ਵੀ 2 ਦਿਨ ਤੁਹਾਨੂੰ ਪਤਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਜ਼ਾਰੇ ਨੇ। ਹਾਂ, ਮੈਂ ਫਿਰ ਬੇਨਤੀ ਕਰਦੀ ਹਾਂ, ਸੰਗਤਾਂ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਹੁੰਦੀਆਂ ਨੇ ਔਰ ਕਾਲ ਕਰਦੀਆਂ ਨੇ ਕਿ ਟੀਮ ਪੂਰਾ ਖਿਆਲ ਰੱਖਿਆ ਜੇ। ਦਿਨ ਰਾਤ ਤੁਸੀਂ ਨਿਕਲਦੇ ਹੋ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਤੁਸੀਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਰਹੋਗੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ। ਪਰ ਕੁਝ ਕਾਰਜਾਂ ਦੇ ਲਈ ਸਾਨੂੰ ਬੇਨਤੀ ਹੈ ਕਿ ਨਿਕਲਣਾ ਕੀ ਪੈਣਾ ਹੈ।
ਮਾਨਵਤਾ ਦੇ ਭਲੇ ਦੇ ਲਈ ਚੱਲਣਾ ਕੀ ਪੈਂਦਾ ਹੈ। ਤੁਹਾਡੀਆਂ ਅਰਦਾਸਾਂ, ਤੁਹਾਡੀਆਂ ਦੁਆਵਾਂ, ਤੁਹਾਡਾ ਵਿਸ਼ਵਾਸ ਹੀ ਸਾਨੂੰ ਸਵੇਰ ਵੇਲੇ ਤਿਆਰ ਕਰ ਦਿੰਦਾ ਹੈ। ਜੇ ਮੈਂ ਕਹਾਂ ਸਾਡੀ ਸਿਆਣਪ ਹੈ ਤੇ ਸਾਡੀ ਸਿਆਣਪ ਨਹੀਂ, ਪਰ ਫਿਰ ਵੀ ਅਸੀਂ ਬੜਾ ਸੁਚੇਤ ਹੋ ਕੇ ਚੱਲਦੇ ਹਾਂ, ਖਿਆਲ ਰੱਖਦੇ ਹਾਂ। ਤੇ ਦੋਸਤੋ ਪ੍ਰਸ਼ਾਸਨਿਕ ਅਧਿਕਾਰੀ ਵੀ ਸਾਨੂੰ ਕਹਿੰਦੇ ਨੇ ਵੀ ਇੱਧਰ ਕਰ ਦਿਓ, ਇੱਧਰ ਕਰ ਦਿਓ, ਇੱਧਰ ਅਸੀਂ ਬਹਿੰਦੇ ਹਾਂ। ਠੀਕ ਹੈ, ਇਹ ਵੀ ਆਪਣੀ ਜਗ੍ਹਾ ਸੱਚੇ ਨੇ, ਇਹਨਾਂ ਚੀਜ਼ਾਂ ਦੀ ਬੜੀ ਲੋੜ ਹੈ। ਆਓ ਮੈਂ ਤੁਹਾਨੂੰ ਬਾਹਰ ਜਾ ਕੇ ਸਾਰਾ ਪ੍ਰੋਗਰਾਮ ਦਿਖਾਉਣਾ ਵਾਂ। ਪ੍ਰਸ਼ਾਸਨਿਕ ਅਧਿਕਾਰੀ ਵੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਇੱਥੇ ਸਾਰਾ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਕੈਮਰਾਮੈਨ ਵੀਰ ਨੂੰ ਬੇਨਤੀ, ਇੱਧਰ ਆਓ। ਦੋਸਤੋ ਮੈਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਵੀਰ ਜੀ, ਉੱਪਰ ਪੈਣ ਦਾ ਕੋਈ ਐਸੀ ਗੱਲ ਨਹੀਂ, ਨੁਕਸਾਨਦੇਹੀ ਨਹੀਂ ਹੈ। ਹਾਂਜੀ ਹਾਂਜੀ ਹਾਂਜੀ, ਚਾਹ ਬਿਲਕੁਲ ਇਹਨਾਂ ਵੀਰਾਂ ਨੂੰ ਪਿਲਾਓ। ਜੇ ਇਹ ਕੱਪੜਿਆਂ ਦੇ ਉੱਪਰ ਵੀ ਪੈ ਜਾਂਦਾ ਨੁਕਸਾਨ ਨਹੀਂ ਕਰਦਾ ਜੀ। ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ, ਧੰਨਵਾਦ ਤੁਹਾਡਾ। ਦੋਸਤੋ ਜਿਹੜੇ ਇੱਥੇ ਕੁਆਰੰਟਾਈਨ ਕੀਤੇ ਗਏ ਨੇ ਉਹਨਾਂ ਵਾਸਤੇ ਚਾਹ ਪਾਣੀ ਦੀ ਵਿਵਸਥਾ ਪੂਰੀ ਹੈ। ਪ੍ਰਸ਼ਾਸਨ ਵੀ ਇੱਥੇ ਬਿਲਕੁਲ ਨਿਗਰਾਨੀ ਦੇ ਵਿੱਚ ਹੈ। ਤੇ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਦਾ ਵਾਂ। ਸਰਦਾਰ ਪ੍ਰੇਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇੱਥੇ ਤੁਹਾਡੀ ਡਿਊਟੀ ਇੱਥੇ ਲੱਗੀ ਹੋਈ ਹੈ ਜੀ? ਹਾਂਜੀ ਹਾਂਜੀ, ਕਾਰ ਡਿਊਟੀ ਹੈ ਜੀ। ਇੱਥੇ ਕਰੀਬ ਜਿਹੜੇ ਵੀਰ ਤੇ ਭੈਣਾਂ ਇੱਥੇ ਸਾਰੇ ਰਹਿ ਰਹੇ ਨੇ, ਉਹਨਾਂ ਦੇ ਲੰਗਰ ਪ੍ਰਸ਼ਾਦਾ ਰਾਈਟ ਟਾਈਮ ਪਹੁੰਚ ਰਿਹਾ ਜੀ? ਬਿਲਕੁਲ ਰਾਈਟ ਟਾਈਮ ਪਹੁੰਚ ਰਿਹਾ ਜੀ। ਸਭ ਤਰ੍ਹਾਂ ਦੀ ਚੀਜ਼ ਮਿਲ ਰਹੀ ਹੈ, ਜੋ ਵੀ ਚੀਜ਼ ਡਿਮਾਂਡ ਕਰਦੇ ਆ। ਅੰਦਰ ਕੋਈ ਪ੍ਰੋਬਲਮ ਆਉਂਦੀ ਇਹਨਾਂ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਦਿੱਕਤ, ਕੋਈ ਪ੍ਰੋਬਲਮ ਆਉਂਦੀ ਹੋਵੇ, ਤੁਸੀਂ ਖੁੱਲ੍ਹ ਕੇ ਦੱਸ ਸਕਦੇ ਹੋ? ਨਹੀਂ, ਹਾਲੇ ਤੱਕ ਕੋਈ ਪ੍ਰੋਬਲਮ ਨਹੀਂ ਆ ਰਹੀ। ਬਿਲਕੁਲ ਠੀਕ ਠਾਕ ਡੀਐਸਪੀ ਸਾਹਿਬ, ਸਾਡੇ ਐਸਐਚਓ ਸਾਹਿਬ, ਸਾਡੇ ਐਸਐਸਪੀ ਸਾਹਿਬ ਦੀ ਨਿਗਰਾਨੀ ਹੇਠ ਬਹੁਤ ਵਧੀਆ ਕੰਮ ਚੱਲ ਰਿਹਾ ਜੀ। ਵਾਰ-ਵਾਰ ਉਹਨਾਂ ਨੂੰ ਸਮਝਾਉਂਦੇ ਵੀ ਰਹਿੰਦੇ ਆ, ਕੋਈ ਚੀਜ਼ ਜ਼ਰੂਰ ਤੁਹਾਨੂੰ ਦੱਸੋ, ਅਸੀਂ ਤੁਹਾਡੇ ਹੱਲ ਕਰਦੇ ਹਾਂ ਪ੍ਰੋਸੈਸ। ਅਜੇ ਤੱਕ ਕੋਈ ਕੋਰੋਨਾ ਪੋਜ਼ਿਟਿਵ ਆਇਆ ਕਿ ਨਹੀਂ? ਨਹੀਂ, ਬਿਲਕੁਲ ਨਹੀਂ ਆਇਆ ਹਾਲੇ ਤੱਕ ਜੀ। ਇਹਨਾਂ ਸੈਂਪਲ ਲੈ ਸੋ ਦੋਸਤੋ ਬੜੀ ਗਜ਼ਬ ਦੀ ਗੱਲ ਹੈ, ਵਾਹਿਗੁਰੂ ਦੀ ਬੜੀ ਕਿਰਪਾ, ਅਜੇ ਤੱਕ ਕੋਈ ਵੀ ਕੋਰੋਨਾ ਪੋਜ਼ਿਟਿਵ ਇੱਥੇ ਨਹੀਂ ਆਇਆ। ਪਰ ਜਿਹੜੇ ਅੰਦਰ ਕੁਆਰੰਟਾਈਨ ਕੀਤੇ ਗਏ ਨੇ, ਅੰਦਰ ਜਾਣ ਦੀ ਪਰਮਿਸ਼ਨ ਨਹੀਂ ਹੈ। ਇੱਥੋਂ ਹੀ ਜਿਹੜੀ ਇਹਨਾਂ ਦੀ ਟੀਮ ਅੰਦਰ ਜਾਂਦੀ ਹੈ, ਬਕਾਇਦਾ ਦਰਵਾਜ਼ੇ ਲੱਗ ਜਾਂਦੇ ਨੇ। ਆ ਮੈਂ ਤੁਹਾਨੂੰ ਪੂਰਾ ਮਾਹੌਲ ਦਿਖਾ ਰਿਹਾ ਵਾਂ। ਉਸ ਤੋਂ ਬਾਅਦ ਲਾਉਣ ਤੋਂ ਬਾਅਦ ਵੀ ਉਹ ਦੇਖੋ ਕਿਸ ਤਰੀਕੇ ਨਾਲ ਸੈਨੀਟਾਈਜ਼ ਕੀਤਾ ਜਾ ਰਿਹਾ ਹੈ, ਬਿਲਕੁਲ ਬੜੇ ਢੰਗ ਦੇ ਵਿੱਚ ਕੀਤਾ ਜਾ ਰਿਹਾ ਹੈ। ਇੱਥੇ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ, ਪੂਰਾ ਧਿਆਨ ਰੱਖਿਆ ਜੇ ਮੇਰੇ ਵੀਰ, ਆਪਣਾ ਵੀ, ਕਿਉਂਕਿ ਹਰੇਕ ਦੇ ਛੋਟੇ ਛੋਟੇ ਬੱਚੇ ਨੇ, ਸਾਰੇ ਅਸੀਂ ਖਿਆਲ ਰੱਖਣਾ। ਧੰਨਵਾਦੀਆਂ ਤੁਹਾਡਾ। ਤੇ ਦੋਸਤੋ ਸਾਰਾ ਤਖਤ ਸਾਹਿਬ ਤੋਂ ਪ੍ਰਬੰਧ ਹੈ, ਲੰਗਰ ਪ੍ਰਸ਼ਾਦੇ ਦੀ ਵਿਵਸਥਾ ਦਾ। ਵੀਰ ਜੀ ਨੇੜੇ ਆਓ ਜੀ। ਕੀ ਨਾਮ ਹੈ ਤੁਹਾਡਾ ਜੀ? ਗੁਰਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਗਰ ਪ੍ਰਸ਼ਾਦਾ ਰਾਈਟ ਟਾਈਮ ਪਹੁੰਚ ਰਿਹਾ? ਕੋਈ ਦਿੱਕਤ, ਕੋਈ ਪ੍ਰੋਬਲਮ? ਬਿਲਕੁਲ ਜੀ, ਰਾਈਟ ਟਾਈਮ ਪਹੁੰਚ ਰਿਹਾ ਜੀ। ਕੋਈ ਦਿੱਕਤ ਨਹੀਂ ਆ ਰਹੀ, ਕੋਈ ਪਰੇਸ਼ਾਨੀ ਨਹੀਂ ਆ ਰਹੀ ਜੀ। ਇਹਨਾਂ ਨੂੰ ਟਾਈਮ ਤੇ ਪ੍ਰਸ਼ਾਦਾ ਦਿੱਤਾ ਜਾਂਦਾ ਜੀ। ਬਹੁਤ ਬਹੁਤ ਵੀਰ ਜੀ ਮਿਹਰਬਾਨੀਆਂ ਤੁਹਾਡੀਆਂ। ਸੋ ਦੋਸਤੋ ਇੱਥੇ ਆਪਾਂ ਪ੍ਰਸ਼ਾਸਨ ਨੂੰ ਵੀ ਪੁੱਛਿਆ, ਐਸਟੀਪੀਸੀ ਦੇ ਅਧਿਕਾਰੀਆਂ ਨੂੰ ਵੀ ਪੁੱਛਿਆ, ਹੋਰਨਾਂ ਨੂੰ ਵੀ ਪੁੱਛਣ ਦਾ ਆਪਾਂ ਯਤਨ ਕਰਦੇ ਹਾਂ, ਕਿਉਂਕਿ ਕੁਝ ਜਾਣਕਾਰੀਆਂ ਤੁਹਾਡੇ ਲਈ ਬੜੀਆਂ ਜ਼ਰੂਰੀ ਨੇ। ਔਰ ਮੈਂ ਆਪਣਾ ਫਰਜ਼ ਨਿਭਾਉਂਦਾ ਹੋਇਆ ਅੱਜ ਇੱਥੇ ਪਹੁੰਚਿਆ ਵਾਂ, ਜਿੱਥੇ ਅਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਉੱਥੇ ਅਸੀਂ ਪੂਰਾ ਨਜ਼ਰ ਦੇ ਵਿੱਚ ਹਰ ਚੀਜ਼ ਰੱਖਦੇ ਪਏ ਹਾਂ ਵੀ ਕਿਸੇ ਨੂੰ ਕੋਈ ਦਿੱਕਤ ਪ੍ਰੋਬਲਮ ਨਾ ਆਵੇ। ਵੀਰਾ ਜੀ ਇੱਧਰ ਸਾਰੇ ਦਰਵਾਜ਼ੇ ਵੀ ਕਰ ਦਿਓ। ਜਗਮੀਤ ਜੀ ਆ ਦਰਵਾਜ਼ੇ ਵੀ ਕਰ ਦਿਓ, ਇੱਧਰ ਸਾਰਾ ਕਰ ਦਿਓ, ਤੇ ਗੱਡੀ ਦੇ ਵੀ ਭਾਵੇਂ ਪਿਛਲੇ ਪਾਸੇ ਕਰ ਦਿਓ। ਸੋ ਦੋਸਤੋ ਆ ਸਾਰੇ ਦਰਵਾਜ਼ੇ ਨੇ ਜਿਹੜੇ ਚੰਗੀ ਤਰ੍ਹਾਂ ਕੀਤੇ ਜਾ ਰਹੇ ਨੇ। ਦੇਖੋ ਅੰਦਰ ਤੱਕ ਕੋਸ਼ਿਸ਼ ਕਰ ਰਹੇ ਹਾਂ। ਵੈਸੇ ਇਹਨਾਂ ਦੇ ਵਿੱਚੋਂ ਫਿਰ ਮੈਂ ਤੁਹਾਨੂੰ ਦੱਸ ਦਿਆਂ, ਕੋਈ ਵੀ ਕਰੋਨਾ ਪੋਜ਼ਿਟਿਵ ਨਹੀਂ ਹੈ। ਰੋਜ਼ਾਨਾ ਇਹਨਾਂ ਦੇ ਟੈਸਟ ਹੋ ਰਹੇ ਨੇ। ਫਿਰ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਤੇ ਇੱਥੇ ਇਹਨਾਂ ਸਾਰਿਆਂ ਨੂੰ ਮੈਂ ਹੌਸਲਾ ਦੇਣ ਦਾ ਯਤਨ ਵੀ ਕਰਾਂਗਾ। ਵੀਰ ਜੀ ਸਾਰੇ ਠੀਕ ਹੋ? ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਕੋਈ ਗੱਲ ਨਹੀਂ। ਹਾਂ, ਕਿਉਂਕਿ ਇਹ ਵੀ ਇੱਕ ਪ੍ਰਸ਼ਾਸਨ ਦੀ ਜੋ ਹੈ ਸਾਰੀ ਸੇਧ ਹੈ, ਉਹਦੇ ਅਕੋਰਡਿੰਗਲੀ ਆਪਾਂ ਚੱਲਦੇ ਪਏ ਹਾਂ। ਮੈਨੂੰ ਪਤਾ ਲੱਗਾ ਇੱਥੇ ਕੋਈ ਵੀ ਕਰੋਨਾ ਪੋਜ਼ਿਟਿਵ ਨਹੀਂ ਹੈ। ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਚੜ੍ਹਦੀ ਕਲਾ ਦੇ ਇੱਕ ਜਕਾਰਾ ਗਜਾ ਦਈਏ, ਬੋਲੇ ਸੋ ਨਿਹਾਲ। ਸਾਰੇ ਦੋਸਤੋ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵੀ ਬੜਾ ਜ਼ਰੂਰੀ ਹੈ। ਮੈਂ ਇੱਕ ਬੜੀ ਗੱਲ ਆਖਣ ਲੱਗਾ ਵਾਂ। ਅੱਛਾ ਮੈਨੂੰ ਇਹ ਦੱਸੋ ਵੀ ਤੁਹਾਨੂੰ ਚਾਹ ਪਾਣੀ ਲੰਗਰ ਪ੍ਰਸ਼ਾਦਾ ਰਾਈਟ ਟਾਈਮ ਪਹੁੰਚ ਰਿਹਾ ਜੀ? ਕਿਸੇ ਤਰੀਕੇ ਦੀ ਕੋਈ ਦਿੱਕਤ ਪ੍ਰੋਬਲਮ ਤਾਂ ਨਹੀਂ ਹੈ? ਚਲੋ ਚੜ੍ਹਦੀ ਕਲਾ ਦੇ ਵਿੱਚ ਰਹੋ ਦੋਸਤੋ। ਸਾਰੀਆਂ ਗੱਲਾਂ ਇਹਨਾਂ ਨੇ ਸਾਨੂੰ ਦੱਸੀਆਂ ਵੀ ਕੋਈ ਦਿੱਕਤ ਕੋਈ ਪ੍ਰੋਬਲਮ ਨਹੀਂ ਹੈ। ਤੇ ਮੈਂ ਆਸ ਕਰਦਾ ਮੈਂ ਗੁਰੂ ਘਰ ਦੇ ਵਿੱਚ ਕੋਈ ਦਿੱਕਤ ਪ੍ਰੋਬਲਮ ਆਏਗੀ ਵੀ ਨਹੀਂ। ਇੱਥੇ ਬੱਚੇ ਕਿੰਨੇ ਆ ਤੁਹਾਡੇ ਕੋਲੇ? ਹਾਂਜੀ ਛੋਟੇ ਬੱਚੇ 8-9 ਛੋਟੇ ਬੱਚੇ ਹੈ। ਬਿਲਕੁਲ ਧਿਆਨ ਰੱਖਿਆ ਜੇ ਇਹਨਾਂ ਦੇ ਪੈਰਾਂ ਦੇ ਵਿੱਚ ਚੱਪਲ ਵਗੈਰਾ ਹਰ ਚੀਜ਼ ਦਾ ਖਿਆਲ ਰੱਖਿਆ ਜੇ ਮੇਰੇ ਵੀਰ। ਲੇਡੀਜ਼ ਕਿੰਨੀਆਂ ਨੇ ਅੰਦਰ? ਗਿਣਤੀ ਨਹੀਂ ਕੀਤੀ, ਚਲੋ ਕੋਈ ਨਾ। ਸੋ ਦੋਸਤੋ ਮੈਂ ਦੇਖ ਰਿਹਾ ਮੈਂ ਬੀਬੀਆਂ ਭੈਣਾਂ ਵੀ ਨੇ ਤੇ ਵੀਰ ਵੀ ਨੇ। ਸਾਰੇ ਮੇਰੇ ਵੀਰ ਖਿਆਲ ਰੱਖਿਆ ਜੇ ਆਪੋ ਆਪਣੀਆਂ ਸਿਹਤਾਂ ਦਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੁਹਾਡੇ ਨਾਲ ਗੱਲਬਾਤ ਕਰਨੀ ਬੜੀ ਜ਼ਰੂਰੀ ਸੀ ਤੇ ਖਿਆਲ ਰੱਖਿਆ ਜੇ। ਧੰਨਵਾਦ ਜੀ। ਸੋ ਦੋਸਤੋ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਬਸ ਆਹ ਚੜ੍ਹਦੀ ਕਲਾ ਹੀ ਰੱਖਣੀ ਆ। ਤੁਸੀਂ ਬਿਲਕੁਲ ਠੀਕ ਹੋ ਬਸ। ਔਰ ਜਿਸ ਦਿਨ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਜਾਣਾ ਹੈ ਦਿਨ ਪੂਰੇ ਕਰਕੇ, ਇੱਥੇ ਵੀ ਤੁਹਾਨੂੰ ਕੋਈ ਦਿੱਕਤ ਕੋਈ ਪ੍ਰੋਬਲਮ ਨਹੀਂ ਆਵੇਗੀ।
ਤੇ ਅੱਜ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਕਿ ਜਿੰਨੇ ਵੀ ਤੁਸੀਂ ਵੀਰ ਭੈਣਾਂ ਹੋ ਇੱਥੇ ਤੁਹਾਡਾ ਥੋੜਾ ਜਿਹਾ ਕੋਈ ਧਾਰਮਿਕ ਪਿਕਚਰ ਦਿਖਾਈ ਜਾਵੇ ਜਿਹਦੇ ਨਾਲ ਤੁਹਾਡਾ ਟਾਈਮ ਸੌਖਾ ਪਾਸ ਹੋ ਜਾਵੇ। ਠੀਕ ਹੈ ਜੀ, ਬੜਾ ਖਿਆਲ ਰੱਖਾਂਗੇ ਤੁਹਾਡਾ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਹੈ। ਸੋ ਦੋਸਤੋ, ਇਹ ਸਾਰੇ ਉਹ ਵੀਰ ਸਨ ਜਿਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਜਦੋਂ ਆਦਮੀ ਇਕੱਲਾ ਮਹਿਸੂਸ ਕਰਦਾ ਨਾ ਉਦੋਂ ਪ੍ਰੋਬਲਮ ਆ ਜਾਂਦੀ, ਜਦੋਂ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਉਦੋਂ ਪ੍ਰੋਬਲਮ ਨਹੀਂ ਆਉਂਦੀ। ਸੋ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ, ਇਹਨਾਂ ਨੂੰ ਹੌਸਲਾ ਦੇਣਾ ਵੀ ਕੋਈ ਐਸੀ ਗੱਲ ਨਹੀਂ ਹੈ। ਬਿਮਾਰੀਆਂ ਸਰੀਰਾਂ ਨੂੰ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਅਜੇ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਬਿਮਾਰੀ ਦੀ ਐਸੀ ਖਬਰ ਨਹੀਂ ਮਿਲੀ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦੀ ਹਾਂ, ਪ੍ਰਸ਼ਾਸਨਿਕ ਅਧਿਕਾਰੀਆਂ ਦਾ, ਵੀਰਾਂ ਨੇ ਬੜਾ ਵਧੀਆ ਸਾਥ ਦਿੱਤਾ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬੜਾ ਵਧੀਆ ਸਾਥ ਦਿੱਤਾ ਆ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਬੜਾ ਪਿਆਰ ਦਿੱਤਾ ਆ। ਸੋ ਦੋਸਤੋ, ਆਓ ਮੈਂ ਤੁਹਾਨੂੰ ਅੱਗੇ ਹੋਰ ਵੀ ਦਿਖਾਉਣਾ। ਮੈਂ ਇਹ ਸਾਰੀ ਖੁੱਲੀ ਜਗ੍ਹਾ ਹੈ, ਬੜੀ ਖੁੱਲੀ ਜਗ੍ਹਾ ਹੈ ਤੇ ਇੱਥੇ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਰਮਣੀਕ ਜਿਹਾ ਮਾਹੌਲ ਹੈ ਤੇ ਇੱਥੇ ਸਾਰੇ ਪਾਸੇ ਸਪਰੇਅ ਕੀਤੀ ਜਾ ਰਹੀ ਹੈ। ਵੀਰਾ ਜੀ, ਰੁੱਖਾਂ ਤੇ ਨਹੀਂ ਸੜਕ ਤੇ, ਹੈਲੋ, ਰੁੱਖ ਦੇ ਉੱਤੇ ਨਹੀਂ, ਹੇਠਾਂ ਹਾਂਜੀ 5-6 ਫੁੱਟ ਤੋਂ ਉੱਤੇ ਨਹੀਂ, ਹੇਠਾਂ ਜਿੱਥੇ ਚੱਲਣਾ ਹੈ, ਪੈਦਲ ਚੱਲਣਾ ਹੈ ਕਿਸੇ ਨੇ, ਬਿਲਕੁਲ ਇਹ ਖਿਆਲ ਰੱਖਣਾ ਹੈ ਸੜਕ ਤੇ ਕੋਈ ਜਗ੍ਹਾ ਰਹਿ ਨਾ ਜਾਵੇ। ਦੋਸਤੋ, ਥੋੜਾ ਜਿਹਾ ਹੋਰ ਜ਼ਿਕਰ ਕਰਦੇ ਹਾਂ। ਇਹ ਪਾਵਨ ਸਥਾਨ ਬੜਾ ਪਵਿੱਤਰ ਹੈ। ਕਲਗੀਧਰ ਪਿਤਾ ਮਹਾਰਾਜ ਜੀ ਨੇ ਲੰਮਾ ਸਮਾਂ ਇੱਥੇ ਗੁਜ਼ਾਰਿਆ ਹੈ। ਇੱਥੇ ਗੁਰੂ ਪਾਤਸ਼ਾਹ ਜੀ ਦਾ ਇੱਕ ਸਿੱਖ ਹੈ ਜਿਹਦਾ ਨਾਮ ਸੀ ਡੱਲਾ, ਖੰਡੇ ਬਾਟੇ ਦੀ ਪਹੁੜ ਲੈ ਕੇ ਉਹ ਭਾਈ ਡਲ ਸਿੰਘ ਬਣਦਾ ਹੈ। ਇਹ ਉਹ ਧਰਤੀ ਹੈ ਜਿੱਥੇ ਕਲਗੀਧਰ ਪਿਤਾ ਮਹਾਰਾਜ ਜੀ ਨੂੰ ਗੁਰੂ ਕੇ ਮਹਿਲ ਸਤਿਕਾਰਯੋਗ ਮਾਤਾ ਜੀ ਆ ਕੇ ਪੁੱਛਦੇ ਨੇ ਕਿ ਜਦੋਂ ਸਰਸਾ ਦੀ ਨਦੀ ਤੇ ਆਪਣਾ ਵਿਛੋੜਾ ਪੈ ਜਾਂਦਾ ਹੈ ਤੇ ਉਸ ਵੇਲੇ ਕਰੀਬ ਮੇਰੇ ਲਾਲ ਮੇਰੇ ਨਾਲ ਨੇ ਤੇ ਅੱਜ ਉਹ ਲਾਲ ਨਜ਼ਰ ਨਹੀਂ ਆ ਰਹੇ। ਤੇ ਕਲਗੀਧਰ ਪਿਤਾ ਮਹਾਰਾਜ ਮੁਸਕਰਾ ਕੇ ਆਪਣੇ ਵਰਗੀਆਂ ਸਿੱਖ ਸੰਗਤਾਂ ਨੇ ਬੜਾ ਲੰਬਾ ਹੱਥ ਫੈਲਾ ਕੇ ਸਾਹਿਬ ਮੇਰੇ ਕਹਿੰਦੇ ਨੇ, ਕਹਿਣ ਲੱਗੇ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਿੱਡਾ ਵੱਡਾ ਜ਼ਿਗਰਾ ਹੈ ਕਲਗੀਧਰ ਪਿਤਾ ਮਹਾਰਾਜ ਜੀ ਦਾ। ਮੈਂ ਅੱਜ ਬੈਠਾ ਸੋਚ ਰਿਹਾ ਸੀ ਇਸ ਧਰਤੀ ਤੇ ਜਦੋਂ ਸੇਵਾਵਾਂ ਕਰਦੇ ਪਏ ਹਾਂ, ਮਨ 'ਚ ਸੋਚਦਾ ਪਿਆ ਸਾਂ ਵੀ ਇਹ ਉਹ ਧਰਤੀ ਹੈ ਜਿੱਥੇ ਕਲਗੀਧਰ ਪਿਤਾ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਤੋਂ ਵੱਧ ਕੇ ਸਾਨੂੰ ਖਿਤਾਬ ਦਿੱਤਾ। ਮਾਤਾ ਜੀ ਕਹਿੰਦੇ ਕਿ ਮੇਰੇ ਲਾਲ ਕਿੱਥੇ ਹੈ। ਜਦੋਂ ਸਰਸਾ ਨਦੀ ਤੇ ਆਪਣਾ ਵਿਛੋੜਾ ਪੈ ਜਾਂਦਾ ਹੈ, ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਦੇ ਹਾਂ, ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ ਉਹਨਾਂ ਨੇ ਕਸਮਾਂ ਛਿੱਕੇ ਤੇ ਚੰਡ ਕੇ ਕੀਰਤਪੁਰ ਸਾਹਿਬ ਨਹੀਂ ਲੰਘਣ ਦਿੱਤਾ ਤੇ ਆਪਣੇ ਤੇ ਹਮਲਾ ਕਰ ਦਿੱਤਾ। ਸਰਸਾ ਤੇ ਆ ਕੇ ਪਰਿਵਾਰ ਦਾ ਵਿਛੋੜਾ ਪੈ ਜਾਂਦਾ। ਜਦੋਂ ਆਪਣਾ ਵਿਛੋੜਾ ਪੈਂਦਾ, 4 ਪੁੱਤਰ ਤੁਹਾਡੇ ਨਾਲ ਨੇ। ਮੈਂ ਅੱਜ ਪੁੱਛਣਾ ਚਾਹੁੰਦੀ ਹਾਂ, ਮੇਰੇ 4 ਕਿੱਥੇ ਨੇ? ਕਿੱਥੇ ਆ ਮੇਰਾ ਅਜੀਤ ਸਿੰਘ, ਕਿੱਥੇ ਆ ਮੇਰਾ ਜੁਝਾਰ ਸਿੰਘ, ਕਿੱਥੇ ਆ ਮੇਰਾ ਜੋਰਾਵਰ ਸਿੰਘ ਤੇ ਕਿੱਥੇ ਆ ਮੇਰਾ ਫਤਿਹ ਸਿੰਘ? ਮੈਂ ਪੁੱਛਣਾ ਚਾਹੁੰਦੀ ਹਾਂ, ਮੇਰੇ ਲਾਲ ਕਿੱਥੇ ਨੇ? ਤੇ ਕਲਗੀਧਰ ਪਿਤਾ ਮਹਾਰਾਜ ਨੇ ਆਪਾਂ ਸਾਰੇ ਬੈਠੇ ਸਾਂ, ਸਾਡੇ ਵੱਲ ਹੱਥ ਕਰਕੇ ਕਿਹਾ, ਕਹਿਣ ਲੱਗੇ ਇਨ ਪੁੱਤਰਨ ਕੇ, ਵੀ ਆਹ ਸਾਰੇ ਮੇਰੇ ਪੁੱਤਰ ਨੇ, ਇਨ ਪੁੱਤਰਨ ਕੇ ਸੀਸ ਪਰ, ਇਹਨਾਂ ਦੇ ਸਿਰ ਤੋਂ ਵਾਰ ਦੀਏ ਸੁਤ ਚਾਰ। ਮੈਂ ਆਪਣੇ 4 ਜਿਨ੍ਹਾਂ ਦਾ ਤੂੰ ਜ਼ਿਕਰ ਕਰਦੀ ਹੈ ਮੈਂ ਉਹ ਵਾਰ ਦਿੱਤੇ ਨੇ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਅਗਲਾ ਬਚਨ ਕਿਆ 4 ਮੂਏ ਤੋਂ ਕਿਆ ਹੁਆ, ਕੀ ਹੋ ਗਿਆ ਜੀ 4 ਚਲੇ ਗਏ, ਜੀਵਤ ਕਈ ਹਜ਼ਾਰ। ਆ ਸਾਰੇ ਮੇਰੇ ਪੁੱਤਰ ਜਿਉਂਦੇ ਨੇ। ਕਲਗੀਧਰ ਪਿਤਾ ਮਹਾਰਾਜ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ, ਤੁਸੀਂ ਸਾਨੂੰ ਪੁੱਤਰਾਂ ਤੋਂ ਵੱਧ ਕੇ ਖਿਤਾਬ ਦਿੱਤਾ, ਸੱਚਮੁੱਚ ਸਾਡੇ ਬਾਪ ਬਣੇ। ਕਿਤੇ ਨਾ ਕਿਤੇ ਸਾਡੇ ਕਿਰਦਾਰਾਂ ਦੇ ਵਿੱਚ ਘਾਟ ਰਹਿ ਗਈ ਹੈ। ਕਲਗੀਧਰ ਪਿਤਾ ਮਹਾਰਾਜ, ਸਾਡੇ ਵਿੱਚੋਂ ਅਜੀਤ ਸਿੰਘ ਦੀ ਝਲਕ ਨਹੀਂ ਪੈ ਰਹੀ, ਸਾਡੇ ਵਿੱਚੋਂ ਜੁਝਾਰ ਸਿੰਘ ਦੀ ਝਲਕ ਨਹੀਂ ਪੈ ਰਹੀ, ਸਾਡੇ ਵਿੱਚੋਂ ਬਾਬਾ ਜੋਰਾਵਰ ਸਿੰਘ ਦੀ ਝਲਕ ਨਹੀਂ ਪੈ ਰਹੀ, ਸਾਡੇ ਵਿੱਚੋਂ ਬਾਬਾ ਫਤਿਹ ਸਿੰਘ ਦੀ ਝਲਕ ਨਹੀਂ ਪੈ ਰਹੀ। ਅਸੀਂ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਹਾਂ। ਕਲਗੀਧਰ ਪਿਤਾ ਮਹਾਰਾਜ, ਸਾਡੇ ਅੰਦਰੋਂ ਉਹ ਜਜ਼ਬਾ ਖਤਮ ਹੁੰਦਾ ਜਾ ਰਿਹਾ ਹੈ। ਕਿਰਪਾ ਕਰਿਆ ਜੇ ਸਾਡੇ ਅੰਦਰ ਉਹ ਜਜ਼ਬਾ ਦੁਬਾਰਾ ਬਖਸ਼ਿਆ ਜੇ। ਸੋਚ ਰਿਹਾ ਸੀ ਉਹ ਧਰਤੀ ਹੈ ਜਿੱਥੇ ਕਲਗੀਧਰ ਪਿਤਾ ਮਹਾਰਾਜ ਬੀੜ ਲਿਖਵਾਉਂਦੇ ਨੇ। ਇਹ ਉਹ ਧਰਤੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹੜੀ ਬੀੜ ਤਿਆਰ ਕਰਵਾ ਰਹੇ ਨੇ ਤੇ ਉਸ ਬੀੜ ਦੇ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸ਼ਾਮਲ ਹੈ। ਜਿਹੜੀ ਪਹਿਲੀ ਬੀੜ ਤਿਆਰ ਕੀਤੀ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ, ਉਹਦੇ ਵਿੱਚ 30 ਰਾਗ ਨੇ, ਉਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਰਜ ਨਹੀਂ। ਪਰ ਜਿਹੜੀ ਇੱਥੇ ਬੀੜ ਤਿਆਰ ਹੋਈ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ, ਇਹ 31 ਰਾਗ ਨੇ, ਕਿਉਂਕਿ ਜੈਜਾਬੰਤੀ ਰਾਗ ਸਿਰਫ ਔਰ ਸਿਰਫ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਗਾਇਆ। ਤੇ ਇਹ ਜਿਹੜੀ ਬੀੜ ਇੱਥੇ ਤਿਆਰ ਹੁੰਦੀ ਹੈ, ਜਿਹਨੂੰ ਤਾਂ ਪਾਵਨ ਦਮਦਮੀ ਬੀੜ ਕਿਹਾ ਜਾਂਦਾ ਹੈ, ਚੇਤੇ ਰੱਖਿਆ ਜੇ ਉਹ 31 ਰਾਗਾਂ ਦੇ ਅੰਦਰ ਸੰਪੂਰਨ ਬੀੜ ਹੈ। ਇਹ ਪਾਵਨ ਧਰਤੀ ਦੇ ਉੱਪਰ ਬੀੜ ਲਿਖਵਾਈ ਜਾਂਦੀ ਹੈ, ਪਾਵਨ ਹੁਕਮਨਾਮਾ ਲਿਆ ਜਾਂਦਾ ਹੈ। ਇਹ ਬੀੜ ਜਿੱਥੇ ਡੱਲੇ ਦਾ ਹੰਕਾਰ ਤੋੜਿਆ ਜਾਂਦਾ ਹੈ, ਇਹ ਬੀੜ ਜਿੱਥੇ ਬਾਬਾ, ਇਹ ਧਰਤੀ ਜਿੱਥੇ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਦਾ ਸਿਦਕ ਪਰਖਿਆ ਜਾਂਦਾ ਹੈ, ਇਹ ਉਹ ਧਰਤੀ ਜਿੱਥੇ ਸਾਨੂੰ ਪੁੱਤਰਾਂ ਤੋਂ ਵੱਧ ਕੇ ਖਿਤਾਬ ਦਿੱਤਾ ਜਾਂਦਾ। ਅੱਜ ਉਸ ਧਰਤੀ ਤੇ ਮੈਂ ਤੁਹਾਨੂੰ ਲੈ ਕੇ ਆਇਆ ਵਾਂ, ਹੋਰ ਵੀ ਤੁਹਾਨੂੰ ਇਤਿਹਾਸਾਂ ਤੋਂ ਜਾਣੂ ਕਰਵਾਉਂਦਾ ਰਹਾਂਗਾ।
ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ। ਅੱਜ ਜਿਵੇਂ ਤੁਹਾਨੂੰ ਪਤਾ ਹੀ ਆ, ਅਸੀਂ ਸਾਬੋ ਕੀ ਤਲਵੰਡੀ ਗੁਰੂ ਕੀ ਕਾਂਸ਼ੀ ਪਹੁੰਚੇ ਹੋਏ ਹਾਂ ਤੇ ਇੱਥੇ ਸੈਨੀਟਾਈਜ਼ਰ ਕੀਤਾ ਜਾ ਰਿਹਾ ਸ਼ਹਿਰ ਨੂੰ। ਇੱਥੋਂ ਦੇ ਵੀਰਾਂ ਦਾ ਅਸੀਂ ਸਹਿਯੋਗ ਮੰਗਿਆ ਸੀ, ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ, ਅਸੀਂ ਕੱਲ੍ਹ ਹੀ ਫੋਨ ਕੀਤਾ ਕਿ ਅਸੀਂ ਇੱਥੇ ਪਹੁੰਚ ਰਹੇ ਹਾਂ ਸ਼ਨੀਵਾਰ ਨੂੰ, ਤੇ ਇਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਸਾਡਾ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ। ਟਰੈਕਟਰ ਲੈ ਕੇ ਆਏ, 15-20 ਕਿਲੋਮੀਟਰ ਪਿੰਡ ਇਹਨਾਂ ਦਾ ਹੈਗਾ, ਤੇ ਸਾਡੇ ਨਾਲ ਇੱਥੇ ਪਹੁੰਚੇ ਐਡਵੋਕੇਟ ਸ਼ਰਮਾ ਜਿਹੜੇ ਬਠਿੰਡੇ ਖਾਰਾ ਸਾਹਿਬ ਦੀਆਂ ਤੁਹਾਨੂੰ ਅਕਸਰ ਹੀ ਅਸੀਂ ਵੀਡੀਓ ਵਿਖਾਉਂਦੇ ਰਹਿੰਦੇ ਹਾਂ, ਕਿਸੇ ਨਾ ਕਿਸੇ ਮੁੱਦੇ ਤੇ ਬੋਲਦੇ ਰਹਿੰਦੇ ਨੇ। ਤੇ ਇਹ ਵੀਰ ਵੀ ਤੁਸੀਂ ਵੇਖਿਆ ਹੋਊਗਾ ਜਿਹੜਾ ਨਾਲ ਉੱਥੇ ਹੁੰਦਾ ਸੀ ਉਹਨਾਂ ਦੇ ਦਫ਼ਤਰ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੇ ਨਾਲ ਵਕੀਲ ਕਰਦੇ ਨੇ, ਵਕਾਲਤ ਕਰਦੇ ਨੇ, ਸਾਡੇ ਨਾਲ ਮੌਜੂਦ ਨੇ। ਹਾਂਜੀ ਵੀਰ ਜੀ, ਤੁਸੀਂ ਸਾਡਾ ਸਾਥ ਦਿੱਤਾ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਹਾਂਜੀ, ਅੱਜ ਬਹੁਤ ਬਹੁਤ ਧੰਨਵਾਦ ਆ। ਅੱਜ ਅਕਾਲ ਚੈਨਲ ਦੀ ਟੀਮ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸੈਨੀਟਾਈਜ਼ ਕੀਤਾ। ਅਸੀਂ ਤੁਹਾਡਾ ਸਾਡੇ ਇੱਧਰ ਏਰੀਏ ਦੇ ਵਿੱਚ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਅਸੀਂ ਅੱਗੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਵੀ ਜਿਹੜੀ ਹੁਣ ਕਰੋਨਾ ਦੀ ਮਹਾਮਾਰੀ ਫੈਲੀ ਹੋਈ ਹੈ, ਇਹਦੇ ਵਿੱਚ ਰਲ ਮਿਲ ਕੇ ਇਹ ਘਰਾਂ ਵਿੱਚ ਰਹੋ ਅਤੇ ਸੈਨੀਟਾਈਜ਼ ਕਰੋ। ਗੁਰਦੁਆਰਾ ਸਾਹਿਬ ਨੂੰ ਸੈਨੀਟਾਈਜ਼ ਕੀਤਾ ਗਿਆ। ਅਸੀਂ ਆਪਣੇ ਕੰਨਿਓ, ਮੈਂ ਅਰਸ਼ਦੀਪ ਸ਼ਰਮਾ ਐਡਵੋਕੇਟ ਧੰਨਵਾਦ ਕਰਦਾ। ਸਰਦਾਰ ਹਰਪਾਲ ਸਿੰਘ ਖਾਰਾ ਜੀ ਨੇ ਮੇਰੀ ਡਿਊਟੀ ਲਾਈ ਸੀ ਵੀ ਇਹ ਅਕਾਲ ਚੈਨਲ ਦੀ ਟੀਮ ਤਲਵੰਡੀ ਸਾਬੋ ਪਹੁੰਚ ਰਹੀ ਹੈ, ਆਪਾਂ ਇਹਨਾਂ ਦਾ ਸਵਾਗਤ ਕਰਨਾ, ਇਹਨਾਂ ਦਾ ਸਾਥ ਦੇਣਾ। ਅਸੀਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ। ਅਕਸਰ ਹੀ ਅਸੀਂ ਖਾਰਾ ਸਾਹਿਬ ਦਾ ਵੀ ਧੰਨਵਾਦ ਕਰਦੇ ਰਹਿੰਦੇ, ਕਿਸੇ ਨਾ ਕਿਸੇ ਮੁੱਦੇ ਤੇ ਬੋਲਦੇ ਰਹਿੰਦੇ ਨੇ। ਅੱਜ ਤੁਸੀਂ ਸਾਨੂੰ ਟਰੈਕਟਰ ਦੀ ਅਸੀਂ ਮੰਗ ਕੀਤੀ ਸੀ, ਤੁਸੀਂ ਟਰੈਕਟਰ ਲੈ ਕੇ ਨਾਲ 3-4 ਸੇਵਾਦਾਰ ਲੈ ਕੇ ਤੁਸੀਂ ਇੱਥੇ ਪਹੁੰਚੇ, ਸੈਨੀਟਾਈਜ਼ਰ ਕਰ ਰਹੇ ਹੋ। ਵੈਸੇ ਤੁਹਾਡਾ ਸ਼ਹਿਰ ਹੈਗਾ, ਧਾਰਮਿਕ ਸਥਾਨ ਹੈਗਾ, ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਹੈਗੀ ਆ। ਤੁਸੀਂ ਸਾਥ ਦਿੱਤਾ, ਪਹਿਲਾ ਧੰਨਵਾਦ। ਇੱਥੇ ਮਰੀਜ਼ ਤਾਂ ਕੋਈ ਹੈ ਨਹੀਂਗਾ, ਪਰ ਤੁਸੀਂ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ? ਇਹ ਹਜੇ ਤੱਕ ਤਾਂ ਬਠਿੰਡਾ ਏਰੀਏ ਦੇ ਵਿੱਚ ਕੋਈ ਮਰੀਜ਼ ਨਹੀਂ ਆਇਆ, ਅਤੇ ਲੋਕਾਂ ਨੂੰ ਅਪੀਲ ਬਸ ਇਹੀ ਆ ਵੀ ਆਪਣੇ ਘਰਾਂ ਦੇ ਵਿੱਚ ਰਹੋ, ਸੁਰੱਖਿਅਤ ਰਹੋ, ਅਤੇ ਆਪਣਾ ਆਲਾ ਦੁਆਲਾ ਸਾਫ਼ ਰੱਖੋ। ਇੱਥੇ ਕੋਈ ਮਰੀਜ਼ ਨਹੀਂ ਆਏ ਜਿਹੜੇ ਕੁਆਰੰਟਾਈਨ ਕੀਤੇ ਗਏ ਸੀ, ਜਿਹੜੇ ਇੱਥੇ ਰੱਖੇ ਗਏ ਨੇ, ਜਿਹੜੇ ਆਸੇ-ਪਾਸੇ ਤੋਂ ਆਏ ਹੋਏ ਜਾਂ ਕਾਂਤਵਾਸ ਲਈ ਰੱਖੇ ਗਏ ਜਿਹੜੇ ਸੀ, ਉਹਨਾਂ ਨੂੰ ਇੱਥੇ ਰੱਖੇ ਗਏ। ਉੱਥੇ ਸੈਨੀਟਾਈਜ਼ਰ ਆਪਾਂ ਕਰਕੇ ਆਏ, ਤੁਸੀਂ ਸੇਵਾ ਕੀਤੀ ਆ। ਤੁਸੀਂ ਜਿਵੇਂ ਕੁਝ ਲੋਕ ਪਰਵਾਹ ਨਹੀਂ ਕਰਦੇਗੇ, ਬਾਹਰ ਫਿਰਦੇ ਨੇ, ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ? ਬਸ ਉਹਨਾਂ ਲੋਕਾਂ ਨੂੰ ਪਰਹੇਜ਼ ਕਰਨ ਵਾਸਤੇ ਕਹਿ ਸਕਦੇ ਹਾਂ ਅਸੀਂ ਤਾਂ ਵੀ ਉਹਨਾਂ ਨੂੰ ਬਿਨਾਂ, ਜੇ ਕੋਈ ਐਮਰਜੈਂਸੀ ਕੰਮ ਆ ਫਿਰ ਤਾਂ ਆਪਾਂ ਬਾਹਰ ਜਾ ਸਕਦੇ ਹਾਂ, ਚਲੋ ਠੀਕ ਹੈ। ਜੇ ਆਪਾਂ ਨੂੰ ਸਰਦਾ ਤਾਂ ਰਹਿਣ ਦਿਓ। ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਆਪਣੇ ਘਰਾਂ ਦੇ ਵਿੱਚ ਰਹੋ, ਬਾਹਰ ਜਿਵੇਂ ਇਕੱਠ ਵਗੈਰਾ ਤੋਂ ਪਰਹੇਜ਼ ਕਰੋ ਅਤੇ ਆਪਣੇ ਘਰਾਂ ਦੇ ਵਿੱਚ ਰਹੋ। ਜਿਵੇਂ ਇੱਥੇ ਨਾ ਬਠਿੰਡਾ ਏਰੀਏ ਦੇ ਵਿੱਚ ਨਰਮੇ ਦੀ ਖੇਤੀ ਦਾ ਇੱਥੇ ਹੈਗਾ ਏਰੀਆ, ਜਿੱਥੇ ਨਰਮੇ ਦੀ ਖੇਤੀ ਹੁੰਦੀ ਆ। ਹੁਣ ਕਣਕਾਂ ਦੀਆਂ ਵਾਢੀਆਂ ਹੋ ਕੇ ਹਟੀਆਂ ਨੇ, ਉਸ ਤੋਂ ਬਾਅਦ ਨਰਮੇ ਦਾ ਜਿਹੜਾ ਸੀਜ਼ਨ ਜਿਹੜਾ ਸ਼ੁਰੂਆਤੀ ਤੌਰ ਤੇ ਚੱਲ ਪਿਆ। ਫਿਰ ਵੀ ਜਿਹੜੀ ਟਰੈਕਟਰਾਂ ਦੀ ਡਿਮਾਂਡ ਹੈ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੀ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖਾਰਾ ਸਾਹਿਬ ਦਾ, ਅਸ਼ਪਾਲ ਸ਼ਰਮਾ ਜੀ ਦਾ ਧੰਨਵਾਦ ਕਰਦੇ ਹਾਂ, ਵਕੀਲ ਸਾਹਿਬ ਦਾ, ਜਿਨ੍ਹਾਂ ਨੇ ਸਾਡੇ ਇੱਕ ਫੋਨ ਤੇ ਇੱਕ ਸੱਦੇ ਤੇ ਜਿੰਨਾ ਟਰੈਕਟਰ ਭੇਜਿਆ, ਨਾਲ 3-4 ਸੇਵਾਦਾਰ ਭੇਜੇ, ਇੱਥੇ ਸੈਨੀਟਾਈਜ਼ਰ ਕਰਨ ਦੇ ਵਿੱਚ ਸਾਡੀ ਮਦਦ ਕੀਤੀ। ਅਕਾਲ ਚੈਨਲ ਦੀ ਪੂਰੀ ਟੀਮ ਜਿਹੜੀ ਪਹੁੰਚੀ ਸੀ ਅੰਮ੍ਰਿਤਸਰ ਸਾਹਿਬ ਤੋਂ, ਅਸੀਂ ਮੁਕਤਸਰ ਸਾਹਿਬ ਤੋਂ ਇਸ ਸੇਵਾ ਦੇ ਵਿੱਚ ਕੁਝ ਯੋਗਦਾਨ ਪਾਉਣ ਆਏ ਸੀ, ਤੇ ਇਸੇ ਤਰ੍ਹਾਂ ਜਿਹੜਾ ਅੱਗੋਂ ਸਾਡਾ ਵੈਲਕਮ ਕੀਤਾ, ਸਾਨੂੰ ਹੌਸਲਾ ਹੋਇਆ ਵੀ ਜਦੋਂ ਕਦੀ ਅਸੀਂ ਕਿਸੇ ਥਾਂ ਤੇ ਆਏ ਹਾਂ, ਅੱਗੋਂ ਸਾਡਾ ਕੋਈ ਸਾਥ ਦੇਣ ਲਈ ਅੱਗੋਂ ਪੂਰਾ ਤਨਦੇਹੀ ਦੇ ਨਾਲ ਇੰਤਜ਼ਾਰ ਕਰ ਰਿਹਾ ਸੀ। ਅਸੀਂ ਕੱਲ੍ਹ ਸ਼ਾਮ ਨੂੰ ਫੋਨ ਕੀਤਾ ਤੇ ਸਵੇਰ ਇਹ 10 ਵਜੇ ਦੇ ਕਰੀਬ ਵੀਰ ਜਿਹੜੇ ਸਨ ਸਾਰੇ ਪਹੁੰਚ ਗਏ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਸਾਰਿਆਂ ਦਾ। ਤੇ ਜਿਵੇਂ ਇਹ ਸੇਵਾ ਕਰ ਰਹੇ ਨੇ, ਪੂਰੀ ਤਨਦੇਹੀ ਦੇ ਨਾਲ ਕਰ ਰਹੇ ਨੇ, ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ। ਇਸ ਮਹਾਮਾਰੀ ਤੋਂ ਬਚਣ ਲਈ ਸਾਨੂੰ ਜਿਸ ਤਰ੍ਹਾਂ ਦੇ ਵੀ ਉਪਰਾਲੇ ਕਰਨੇ ਚਾਹੀਦੇ ਨੇ, ਸਾਰੇ ਉਪਰਾਲੇ ਕਰਨੇ ਚਾਹੀਦੇ। ਕੁਝ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ? ਬਸ ਅਸੀਂ ਅਕਾਲ ਚੈਨਲ ਦਾ ਦੁਬਾਰਾ ਤੋਂ ਫਿਰ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅੱਜ ਸਾਡੇ ਏਰੀਏ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਆ ਕੇ ਸੈਨੀਟਾਈਜ਼ ਕੀਤਾ ਅਤੇ ਸਾਡਾ ਸਾਥ ਦਿੱਤਾ। ਜੇ ਅਗਰ ਇਹਨਾਂ ਨੂੰ ਵੀ ਕਿਸੇ ਜਗ੍ਹਾ ਸਾਡੀ ਜ਼ਰੂਰਤ ਪੈਂਦੀ ਹੈ, ਅਸੀਂ ਵੀ ਤੁਹਾਡੀ ਖਾਤਰ 24 ਘੰਟੇ ਹਾਜ਼ਰ ਹਾਂ। ਬਹੁਤ ਬਹੁਤ ਧੰਨਵਾਦ ਹੈ ਸਨ ਸ਼ਰਮਾ ਜੀ, ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਉਮੀਦ ਕਰਦੇ ਹਾਂ ਅਸੀਂ ਤੁਹਾਨੂੰ ਇੱਥੇ ਅਜੇ ਕੋਈ ਸ਼ਹਿਰ ਬਾਕੀ ਆ, ਅਸੀਂ ਉਹ ਵੀ ਸੈਨੀਟਾਈਜ਼ਰ ਕਰ ਰਹੇ ਹਾਂ। ਅਗਲੀਆਂ ਤਸਵੀਰਾਂ ਤੁਹਾਨੂੰ ਅਗਲੀ ਅਪਡੇਟ 'ਚ ਦਿਖਾਉਣੀਆਂ। ਦਿਓ ਇਜਾਜ਼ਤ। ਤਖਤ ਸ੍ਰੀ ਦਮਦਮਾ ਸਾਹਿਬ ਤੇ ਇਸ ਟਾਈਮ ਦੇ ਉੱਤੇ ਅਕਾਲ ਚੈਨਲ ਦੀ ਟੀਮ ਜਿਹੜੀ ਕਿ ਸੈਨੀਟਾਈਜ਼ਰ ਦੀ ਸੇਵਾ ਕਰ ਰਹੀ ਆ। ਵੇਖ ਸਕਦੇ ਹਾਂ ਕਿ ਸਾਰੇ ਵਲੰਟੀਅਰ ਵੀਰ ਚਰਨਜੀਤ ਸਿੰਘ ਵੀ, ਵੀਰ ਜਗਮੀਤ ਸਿੰਘ ਜਿਹੜੇ ਕਿ ਸਪੈਸ਼ਲ ਤੌਰ 'ਤੇ ਇੱਥੋਂ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੋਂ ਸੇਵਾ ਕਰਨ ਵਾਸਤੇ ਇੱਥੇ ਪਹੁੰਚੇ ਹੈਗੇ ਆ। ਸੇਵਾ ਦੀ ਜਦੋਂ ਵੀ ਗੱਲ ਆਉਂਦੀ ਹੈਗੀ ਹੈ ਤੇ ਅਕਾਲ ਚੈਨਲ ਦੀ ਪੂਰੀ ਟੀਮ ਤਤਪਰ ਹੁੰਦੀ ਹੈ ਸੇਵਾ ਕਾਰਜਾਂ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਸਤੇ। ਸਵੇਰ ਦੇ ਹੀ ਟਰੈਕਟਰ ਦੇ ਨਾਲ ਸ਼ਹਿਰ ਨੂੰ ਸੈਨੀਟਾਈਜ਼ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ 4 ਚੁਫੇਰੇ, ਜੇ ਦਰਬਾਰ ਸਾਹਿਬ ਦੇ ਗਲਿਆਰੇ ਦੀ ਗੱਲ ਕਰੀਏ ਜਾਂ ਸ਼ਹੀਦਾਂ ਸਾਹਿਬ ਦੇ
4 ਚੁਫੇਰੇ ਦੀ ਗੱਲ ਕਰਦੇ ਹਾਂ ਅੰਮ੍ਰਿਤਸਰ ਦੀ, ਤੇ 1-2 ਦਿਨ ਉੱਥੇ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਸੈਨੀਟਾਈਜ਼ ਕੀਤਾ ਗਿਆ। ਪਿੰਗਲਵਾੜੇ ਦੀ ਧਰਤੀ ਜਿਹੜਾ ਕਿ ਬਾਹਰ ਮਾਨਾਂ ਵਾਲੇ ਹੈਗਾ ਪਿੰਗਲਵਾੜਾ, ਉਹਨੂੰ ਸੈਨੀਟਾਈਜ਼ ਕੀਤਾ ਗਿਆ। ਤੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਹ ਸੁਭਾਗ ਮੌਕਾ ਪ੍ਰਾਪਤ ਹੋਇਆ ਸੈਨੀਟਾਈਜ਼ ਦੀ ਸੇਵਾ ਕਰਨ ਦਾ। ਤੇ ਪੂਰੀ ਅਕਾਲ ਚੈਨਲ ਦੀ ਟੀਮ ਇਹ ਵੇਖ ਸਕਦੇ ਹਾਂ ਕਿ ਪੰਪ ਪਾ ਕੇ ਮੋਢਿਆਂ ਦੇ ਉੱਤੇ ਆਪਣੇ ਹੱਥੀਂ ਇਹ ਕਾਰਜ ਕਰ ਰਹੇ ਆ ਸਾਰੇ ਵੀਰ, ਵਲੰਟੀਅਰ ਵੀਰ ਹੈਗੇ ਆ। ਅਕਾਲ ਚੈਨਲ ਦੀ ਟੀਮ ਜਿਹੜੀ ਕਿ ਹਮੇਸ਼ਾ ਹੀ ਸੇਵਾਵਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ। ਵੀਰ ਜਗਮੀਤ ਸਿੰਘ ਮੁਕਤਸਰ ਸਾਹਿਬ ਤੋਂ, ਚਰਨਜੀਤ ਸਿੰਘ ਜੀ ਅੰਮ੍ਰਿਤਸਰ ਤੋਂ, ਮਹਾਜਨ ਜੀ ਅੰਮ੍ਰਿਤਸਰ ਤੋਂ। ਪਹਿਲੀ ਵਾਰੀ ਸ਼ਾਇਦ ਤੁਹਾਨੂੰ ਸੇਵਾ ਦਾ ਮੌਕਾ ਮਿਲਿਆ ਸਾਡੇ ਨਾਲ ਕਰਨ ਦਾ, ਕਿਵੇਂ ਦਾ ਲੱਗ ਰਿਹਾ ਮਹਾਜਨ ਜੀ? ਬਹੁਤ ਵਧੀਆ ਲੱਗ ਰਿਹਾ ਜੀ। ਖੁਸ਼ੀ ਹੈ? ਹਾਂਜੀ ਹਾਂਜੀ। ਤਖਤ ਸ੍ਰੀ ਦਮਦਮਾ ਸਾਹਿਬ ਦੇ ਤੁਸੀਂ ਆਏ ਹੋ, ਹਾਂਜੀ, ਇਤਿਹਾਸਕ ਸਥਾਨ ਦੇ ਉੱਤੇ ਸੇਵਾ ਕਰਨ ਦਾ ਮੌਕਾ ਮਿਲਿਆ, ਕਿਵੇਂ ਸੋਚ ਰਹੇ ਹੋ? ਬਹੁਤ ਵਧੀਆ ਸੋਚ ਰਹੇ ਸਰ। ਹਾਂਜੀ ਹਾਂ ਬਿਲਕੁਲ, ਜਦੋਂ ਸੇਵਾ ਦੀ ਗੱਲ ਹੁੰਦੀ ਹੈ ਤਾਂ ਹਮੇਸ਼ਾ ਹੀ ਆਪਾਂ ਜਾਣਦੇ ਹਾਂ ਕਿ ਕੋਈ ਵੀ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਉਹਨਾਂ ਨੂੰ ਵਲੰਟੀਅਰ ਤੌਰ ਤੇ ਸੇਵਾਵਾਂ ਕਰਨ ਦਾ ਮਾਣ ਪ੍ਰਾਪਤ ਹੁੰਦਾ। ਸਾਡੇ ਨਾਲ ਮਹਾਜਨ ਜੀ ਜਿਹੜੇ ਕਿ ਅੰਮ੍ਰਿਤਸਰ ਤੋਂ ਸਪੈਸ਼ਲ ਤੌਰ ਤੇ ਸਾਡੇ ਨਾਲ, ਜੇ ਅੰਮ੍ਰਿਤਸਰ ਦੀ ਧਰਤੀ ਦੀ ਗੱਲ ਕੀਤੀ ਸੀ ਤੇ ਅੱਗੇ ਚੱਲ ਕੇ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਸੇਵਾ ਦੇ ਵਿੱਚ, ਤੇ ਅੱਜ ਵੀ ਇੱਥੇ ਆਪਣਾ ਯੋਗਦਾਨ ਪਾ ਰਹੇ ਆ। ਜਗਮੀਤ ਸਿੰਘ ਸਾਡੇ ਨਾਲ ਜੁੜੇ ਹੈਗੇ ਆ। ਜਗਮੀਤ ਵੱਲ ਮੈਂ ਦੁਬਾਰਾ ਚੱਲੂੰਗਾ ਕਿਉਂਕਿ ਲੰਬੇ ਸਮੇਂ ਤੋਂ ਅਕਾਲ ਚੈਨਲ ਦੀ ਟੀਮ ਦਾ ਇੱਕ ਹਿੱਸਾ ਹੈਗੇ ਆ ਜਗਮੀਤ ਸਿੰਘ। ਜਗਮੀਤ, ਕਿਵੇਂ ਦਾ ਮਹਿਸੂਸ ਕਰ ਰਹੇ ਆ ਤੁਸੀਂ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤੇ ਚੈਨਲ ਦੀ ਟੀਮ ਜੋ ਸੇਵਾਵਾਂ ਦੇ ਰਹੀ ਆ? ਸਵੇਰ ਤੋਂ ਟਰੈਕਟਰ ਨਾਲ ਸੇਵਾ ਕੀਤੀ ਗਈ ਸੀ ਸਪਰੇਅ ਦੀ, ਹੁਣ ਤੁਸੀਂ ਮੋਢੇ ਤੇ ਪੰਪ ਪਾ ਕੇ ਸੇਵਾ ਕਰ ਰਹੇ ਆ। ਜੀ ਬਹੁਤ ਵਧੀਆ ਲੱਗ ਰਿਹਾ। ਸਭ ਤੋਂ ਪਹਿਲਾਂ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧੀਆ ਲੱਗਦਾ ਜੀ ਜਿਵੇਂ ਸੇਵਾਵਾਂ ਕੀਤੀਆਂ ਅੱਜ ਇੱਥੇ। ਪਹਿਲਾਂ ਆਪਾਂ ਟਰੈਕਟਰਾਂ ਦੇ ਨਾਲ ਸੇਵਾ ਕਰ ਰਹੇ ਸੀ, ਜਿਵੇਂ ਵੀ ਇੱਥੇ ਕੀਤੇ, ਕਾਲਜ ਕੀਤਾ ਉੱਥੇ ਭਾਈ ਸਾਹਿਬ ਕੌਰ, ਮਾਤਾ ਸਾਹਿਬ ਕੌਰ ਸੌਰੀ, ਕਾਲਜ ਕਰਕੇ ਆਏ। ਉਸ ਤੋਂ ਬਾਅਦ ਬਾਜ਼ਾਰ ਵੀ ਕੀਤਾ, ਕੁਛ ਇੱਥੋਂ ਟਰੈਕਟਰਾਂ ਦੀ ਸੇਵਾਵਾਂ ਲਈਆਂ ਸਨ, ਫੋਨ ਕੀਤੇ, ਲੋਕਲ ਵੀਰ ਸੱਦੇ ਸਨ। ਜਿਵੇਂ ਹੁਣ ਉੱਥੇ ਗਲੀਆਂ ਸ਼ਹਿਰ ਦੀਆਂ ਬਾਜ਼ਾਰਾਂ ਦੇ ਚੌਂਕ ਸੈਨੀਟਾਈਜ਼ਰ ਕੀਤੇ ਜਾ ਰਹੇ ਸਨ। ਇਸੇ ਤਰ੍ਹਾਂ ਹੁਣ ਇੱਥੇ ਜਿੱਥੇ ਟਰੈਕਟਰ ਦੀ ਵਰਤੋਂ ਨਹੀਂ ਹੋ ਸਕਦੀ ਸੀ, ਗੁਰਦੁਆਰੇ ਦੇ ਅੰਦਰਲਾ ਜਿੱਥੇ ਹੈਗਾ ਸੀ, ਜਦੋਂ ਵੱਧ ਟਰੈਕਟਰ ਨਹੀਂ ਆ ਸਕਦਾ ਸੀ, ਉਹਨਾਂ ਥਾਵਾਂ 'ਤੇ ਹੈਂਡ ਪੰਪ ਪਾ ਕੇ ਮੋਢਿਆਂ 'ਤੇ ਉਹਨਾਂ ਰਾਹੀਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਵਧੀਆ ਲੱਗ ਰਿਹਾ। ਸਾਡੇ ਨਾਲ ਭਾਈ ਚਰਨਜੀਤ ਸਿੰਘ ਜੀ ਸੇਵਾਵਾਂ ਦੇ ਰਹੇ ਨੇ, ਹੋਰ ਵੀ ਬਹੁਤ ਸਾਰੇ ਸਾਡੇ ਨਾਲ ਸੇਵਾਵਾਂ ਦੇ ਵਿੱਚ ਜੁੜੇ ਹੋਏ ਨੇ। ਇੱਥੇ ਜਿਵੇਂ ਪਹਿਲਾਂ ਕੋਈ ਇੱਥੇ ਮੇਰੇ ਹਿਸਾਬ ਨਾਲ ਇੱਥੇ ਸੈਨੀਟਾਈਜ਼ਰ ਕਰਨ ਨਹੀਂ ਆਇਆ ਸੀ, ਜਿਵੇਂ ਅਸੀਂ ਕਾਲਜ ਦੇ ਵਿੱਚ ਗਏ ਤੇ ਉਹਨਾਂ ਕਿਹਾ ਕਿ ਇੱਧਰ ਭਾਜੀ ਦਫ਼ਤਰ ਵੀ ਕਰ ਜਾਓ ਜਾਂ ਹੋਰ ਵੀ ਕਰ ਜਾਓ। ਪ੍ਰਸ਼ਾਸਨ ਵੱਲੋਂ ਮੈਨੂੰ ਲੱਗਦਾ ਨਹੀਂ ਇੱਥੇ ਕੋਈ ਜ਼ਿਆਦਾ ਸੰਯੋਗ ਰਿਹਾ ਹੋਵੇਗਾ, ਇਸੇ ਕਰਕੇ ਉਹ ਜ਼ਿਆਦਾ ਕਰ ਰਹੇ ਸੀ ਕਿ ਸਾਡੇ ਕਮਰੇ, ਪ੍ਰਿੰਸੀਪਲ ਦਾ ਕਮਰਾ, ਉਹਨਾਂ ਵਿੱਚ ਵੀ ਸੰਯੋਗ ਦਿੱਤਾ ਜਾਵੇ। ਹੋਰ ਵੀ ਇੱਥੇ ਕਾਫੀ, ਬਾਕੀ ਇੱਥੇ ਮਰੀਜ਼ ਦੀ ਗਿਣਤੀ ਨਹੀਂ ਹੈਗੀ। ਬਹੁਤ ਵਧੀਆ ਗੱਲ ਹੈ। ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਹੈ, ਬਾਬਾ ਦੀਪ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇੱਥੇ ਬੈਠ ਕੇ ਉਹਨਾਂ ਨੇ ਵੀੜ ਲਿਖੀ ਸੀ ਤੇ ਇੱਥੇ ਬਹੁਤ ਵਧੀਆ ਸਥਾਨ ਹੈਗਾ। ਜੇ ਮਰੀਜ਼ ਨਹੀਂ ਆਇਆ ਤਾਂ ਬਹੁਤ ਵਧੀਆ ਗੱਲ ਹੈ। ਗ੍ਰੀਨ ਜ਼ੋਨ 'ਚ ਸ਼ਹਿਰ ਆਉਂਦਾ, ਬਠਿੰਡਾ ਸ਼ਹਿਰ ਸਾਰਾ ਹੀ ਤਕਰੀਬਨ ਵਧੀਆ ਇੱਕ ਗ੍ਰੀਨ ਸ਼ਹਿਰ 'ਚ ਆਉਂਦਾ। ਤੇ ਇੱਥੇ ਕੋਈ ਮਰੀਜ਼ ਦੀ ਗਿਣਤੀ ਘੱਟ ਹੋਣ ਕਰਕੇ ਇੱਥੇ ਥੋੜ੍ਹੀ ਬਹੁਤੀ ਅੱਜ ਛੋਟ ਵੀ ਦਿੱਤੀ ਗਈ ਆ। ਅੱਜ ਤਕਰੀਬਨ 6 ਤੋਂ ਲੈ ਕੇ 8 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਜਿਹੜਾ ਸਮਾਂ ਵੀ ਦਿੱਤਾ ਗਿਆ ਸੀਗਾ ਕਿ ਇੱਥੇ ਦੁਕਾਨਾਂ ਖੋਲ੍ਹ ਕੇ ਜੇ ਕਿਸੇ ਨੇ ਜ਼ਰੂਰੀ ਵਸਤਾਂ ਖਰੀਦਣੀਆਂ ਨੇ ਤੇ ਉਹ ਖਰੀਦ ਸਕਦਾ ਹੈ। ਅਸੀਂ ਉੱਥੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਸੀ, ਮੁਲਾਜ਼ਮ ਬੈਠੇ ਹੋਏ ਸਨ ਪੁਲਿਸ ਵਾਲੇ। ਜਦੋਂ ਇੱਥੋਂ ਮੁਕਤਸਰ ਸਾਹਿਬ ਤੋਂ ਸੁਬਾਹ ਆਏ, ਉਹਨਾਂ ਨੂੰ ਪੁੱਛਿਆ ਵੀ ਇੱਥੇ ਦਾ ਕਿੱਦਾਂ ਦਾ ਮਾਹੌਲ। ਉਹਨਾਂ ਨੇ ਦੱਸਿਆ ਕਿ ਇੱਥੇ ਜਿਹੜੀ ਕੁਛ ਛੋਟ ਦਿੱਤੀ ਗਈ ਆ। ਬਾਕੀ ਇੱਥੇ ਵੱਡਾ ਸ਼ਹਿਰ ਹੋਣ ਕਰਕੇ ਹਸਪੀਟਲ ਜ਼ਿਆਦਾ ਨੇ, ਫਿਰ ਵੀ ਬਠਿੰਡਾ ਦੇ ਵਿੱਚ ਇੱਥੇ ਕਾਫੀ ਜਿਹੜੇ ਲੋਕਾਂ ਨੂੰ ਮਜਬੂਰੀ ਬਣ ਜਾਂਦੀ ਹੈ। ਜਿਵੇਂ ਨੇੜੇ ਲੱਗਦੇ ਮਾਲਵੇ ਦੇ ਖੇਤਰ ਦੇ ਵਿੱਚ ਹੋਰ ਕੋਈ ਵੱਡਾ ਹਸਪੀਟਲ ਨਹੀਂ ਗੇ, ਇੱਥੇ ਆਉਣਾ ਪੈਂਦਾ ਤਾਂ ਇੱਥੇ ਪਹੁੰਚਦੇ ਨੇ। ਵਧੀਆ ਲੱਗਦਾ। ਜਿਵੇਂ ਅੱਜ ਇੱਥੇ ਗੁਰਬਾਣੀ ਦਾ ਆਗਾਜ਼ ਹੋ ਰਿਹਾ, ਸ਼ਬਦ ਚੱਲ ਰਹੇ ਨੇ, ਨਾਲ ਨਾਲ ਸੇਵਾ ਦਾ ਮੌਕਾ ਮਿਲਿਆ। ਬਹੁਤ ਵਧੀਆ ਮਹਿਸੂਸ ਹੋ ਰਿਹਾ ਤੇਜਿੰਦਰ ਭਾਜੀ ਇੱਥੇ ਪਹੁੰਚ ਕੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।